दोस्तों कोई शायर कहता है कि मैं फुल बीजे वो महका वंड रहे ने, मैं कलमा लाइया वो घनश्यामे रुख बन गई ने, मैं पगडंडियां सिरजियां वो शाह राह बन चुके ने, मैं सुपने ले वो मंजिलां बन गई हैं। हुण मैं मुड़ फुल बीजांगा, मुड़ कलमा लावांगा, कुछ होर सुपने लै नवीं पगडंडियां सिरजांगा, तां जो मुक ना जाण फुल कलमा पगडंडियां ते सुपने। पंजाब ਸਾਹਿਤ ਅਕੈਡਮੀ ਵੱਲੋਂ ਇਹੋ ਜਿਹੇ ਫੁੱਲ, ਇਹੋ ਜਿਹੀਆਂ ਕਲਮਾਂ, ਇਹੋ ਜਿਹੀਆਂ ਪਗਡੰਡੀਆਂ, ਇਹੋ ਜਿਹੇ ਰਾਹ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਕਟ ਕਾਲ ਦੇ ਸਮੇਂ ਦੇ ਵਿੱਚ। ਇਸ ਪ੍ਰੋਗਰਾਮ ਦੇ ਤਹਿਤ ਡਾਕਟਰ ਸਰਬਜੀਤ ਕੌਰ ਸੋਹਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ 14ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ ਸੰਕਟ ਕਾਲ ਤੇ ਅਸੀਂ ਦੇ ਇਸ ਲਾਈਵ ਸ਼ੋਅ ਦੇ ਵਿੱਚ। ਤੇ ਪਿਛਲੇ ਸਾਰੇ ਦਿਨਾਂ ਦੇ ਵਿੱਚ ਗਲੋਬਲ ਪੱਧਰ ਤੇ ਅਸੀਂ ਲੋਕਾਂ ਦੇ ਨਾਲ ਇੱਕ ਰਾਬਤਾ ਬਣਨ ਦੀ ਕੋਸ਼ਿਸ਼ ਕੀਤੀ, ਇੱਕ ਪੁਲ ਬਣਨ ਦੀ ਕੋਸ਼ਿਸ਼ ਕੀਤੀ, ਇੱਕ ਸੰਵਾਦ ਸਿਰਜਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸੰਕਟ ਕਾਲ ਦੇ ਇਸ ਦੌਰ ਦਾ ਵਿਸ਼ਾ ਬਦਲਿਆ ਜਾ ਸਕੇ। ਲੋਕਾਂ ਨੂੰ ਡਿਪਰੈਸ਼ਨ, ਟੈਨਸ਼ਨ, ਮੌਤਾਂ, ਦੁੱਖ, ਪੀੜ, ਵੈਕਸੀਨਾਂ, ਦਵਾਈਆਂ, ਕਰੋਨਾ, ਇਨਫੈਕਸ਼ਨ, ਇਹੋ ਜਿਹੇ ਸ਼ਬਦਾਂ ਤੋਂ ਬਾਹਰ ਕੱਢ ਕੇ ਕਵਿਤਾਵਾਂ ਦੇ ਨਾਲ, ਸ਼ਾਇਰੀ ਦੇ ਨਾਲ, ਸਿਰਜਣਾਤਮਕ ਸਵਾਲਾਂ ਦੇ ਨਾਲ ਜੋੜਿਆ ਜਾ ਸਕੇ, ਇਹ ਕੋਸ਼ਿਸ਼ ਕੀਤੀ ਪੰਜਾਬ ਸਾਹਿਤ ਅਕੈਡਮੀ ਨੇ। ਸੋ ਅਸੀਂ ਇਸ ਕੋਸ਼ਿਸ਼ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਤੇ ਪੂਰੇ ਸੰਸਾਰ ਦੇ ਨਾਲ ਜੁੜੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਸਾਡੇ ਨਾਲ ਦੋ ਮਹਿਮਾਨ ਜਿਹੜੇ ਹੈਗੇ ਨੇ ਉਹ ਜੁੜੇ ਨੇ, ਜਿਹਦੇ ਵਿੱਚ ਪਹਿਲੇ ਨੇ ਪਰਮਜੀਤ ਸਿੰਘ ਵਿਰਕ ਜੀ, ਜੋ SSP ਨੇ ਵਿਜੀਲੈਂਸ ਦੇ ਵਿੱਚ। ਤੇ ਵਿਜੀਲੈਂਸ ਦਾ ਕੰਮ ਤੁਹਾਨੂੰ ਆਪਣੇ ਆਪ 'ਚ ਪਤਾ ਹੈ ਕਿ ਬਹੁਤ ਮਹੱਤਵਪੂਰਨ ਕੰਮ ਹੁੰਦਾ ਹੈ। ਵਿਰਕ ਸਾਹਿਬ, ਤਿੰਨ ਚੀਜ਼ਾਂ ਵਿਰਕ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਸੁਮੇਲ ਦੇ ਰੂਪ ਦੇ ਵਿੱਚ ਆਉਂਦੀਆਂ ਨੇ। ਪਹਿਲਾ, ਪੁਲਿਸ ਦੇ ਅਫਸਰ ਤਾਂ ਹੈ ਹੀ, ਪਰ ਨਾਲ ਨਾਲ ਬਹੁਤ ਅੱਛੇ ਸ਼ਾਇਰ ਨੇ ਪੰਜਾਬੀ ਦੇ। ਇਹਨਾਂ ਦੀਆਂ ਦੋ ਕਵਿਤਾਵਾਂ ਨਾ ਤਾਰੇ ਭਰਨ ਹੁੰਗਾਰੇ ਤੇ 10 ਨੇ ਕੋਇਲੇ, ਇਹ ਦੋ ਕਾਵਿ ਸੰਗ੍ਰਹਿ ਇਹਨਾਂ ਦੇ ਆ ਚੁੱਕੇ ਨੇ। ਤੇ ਇਸ ਤੋਂ ਇਲਾਵਾ ਇਹਨਾਂ ਨੂੰ ਭਲਵਾਨੀ ਦਾ ਸ਼ੌਕ ਰਿਹਾ, ਯੂਨੀਵਰਸਿਟੀ ਪੱਧਰ ਤੇ, ਇੰਟਰਵਰਸਿਟੀ ਪੱਧਰ ਤੇ ਨੈਸ਼ਨਲ ਪੱਧਰ ਤੇ ਇਹ ਬਹੁਤ ਵਾਰ ਪੰਜਾਬ ਨੂੰ ਤੇ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ। ਇਹਨਾਂ ਨੇ ਬਹੁਤ ਸਾਰੇ ਮੈਡਲ ਲਏ ਰੈਸਲਿੰਗ ਦੇ ਵਿੱਚ। ਤੇ ਹੁਣ ਰੈਸਲਿੰਗ, ਸਾਹਿਤ ਤੇ ਵਿਜੀਲੈਂਸ, ਤਿੰਨ ਚੀਜ਼ਾਂ ਇਹਨਾਂ ਦੀ ਸ਼ਖਸੀਅਤ ਦੇ ਵਿੱਚ ਨਾਲੋਂ ਨਾਲ ਚੱਲਦੀਆਂ ਨੇ ਤੇ ਅੱਜ ਆਪਾਂ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ। ਸੋ ਬਹੁਤ-ਬਹੁਤ ਸਵਾਗਤ ਹੈ ਵਿਰਕ ਸਾਹਿਬ ਤੁਹਾਡਾ। ਜੀ, ਮਿਹਰਬਾਨੀ। ਸਾਡੇ ਨਾਲ ਦੂਜੇ ਮਹਿਮਾਨ ਜੋ ਜੁੜੇ ਨੇ ਉਹ ਨੇ ਡਾਕਟਰ ਲਖਵਿੰਦਰ ਸਿੰਘ ਗਿੱਲ, ਫਾਰਮਰ ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਪੰਜਾਬ, ਉਚੇਰੀ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਹੀ, ਕੁਝ ਦਿਨ ਪਹਿਲਾਂ ਹੀ, ਇਸ ਕਰੋਨਾ ਫੇਜ਼ ਦੇ ਵਿੱਚ ਹੀ ਰਿਟਾਇਰਮੈਂਟ ਲੈ ਕੇ ਹੁਣ ਆਪਣੇ ਘਰ ਦੇ ਵਿੱਚ ਨੇ। MA ਇੰਗਲਿਸ਼ ਨੇ, MPhil ਨੇ। ਇਹਨਾਂ ਨੇ ਗਰੀਸ਼ ਕਰਨਾਡ ਦੇ ਨਾਟਕਾਂ ਤੇ ਆਪਣੀ PhD ਮੁਕੰਮਲ ਕੀਤੀ ਹੈ ਤੇ 3 ਕਿਤਾਬਾਂ ਅੰਗਰੇਜ਼ੀ 'ਚ ਲਿਖੀਆਂ ਨੇ। ਪੰਜਾਬੀ ਦੇ ਵਿੱਚ ਪੋਇਟਰੀ ਦੀ ਕਿਤਾਬ ਲਿਖੀ ਹੈ, ਤੂੰ ਕਿਉਂ ਨਹੀਂ ਬੋਲਦਾ। ਬਹੁਤ ਲੰਮਾ ਸਮਾਂ ਗਵਰਨਮੈਂਟ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੇ ਵਿੱਚ ਹੈਡ ਰਹੇ ਨੇ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ, ਤੇ ਪ੍ਰੋਫੈਸਰ ਰਹੇ ਨੇ। ਇਹਨਾਂ ਦੀਆਂ ਕੁਝ ਕਵਿਤਾਵਾਂ ਤੇ ਗੀਤ ਦੂਰਦਰਸ਼ਨ ਤੇ ਵੀ ਚੱਲਦੇ ਰਹੇ ਨੇ। ਸੋ ਅੱਜ ਡਾਕਟਰ ਲਖਵਿੰਦਰ ਸਿੰਘ ਗਿੱਲ, ਤੁਹਾਡਾ ਵੀ ਸਰ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ, ਸ਼ੁਕਰੀਆ ਜੀ। ਸਾਡੇ ਨਾਲ ਨੇ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਆਏ ਹੋਏ ਮਹਿਮਾਨਾਂ ਦਾ ਇੱਕ ਵਾਰੀ ਸਵਾਗਤ ਕਰਨ ਤਾਂ ਕਿ ਆਪਾਂ ਅਗਲੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਸਕੀਏ। ਡਾਕਟਰ ਸਰਬਜੀਤ ਕੌਰ ਸੋਹਲ ਜੀ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਅੱਜ ਸਾਡੇ ਇਸ ਜਿਹੜੀ ਸੰਕਟ ਕਾਲ ਅਤੇ ਸਾਹਿਤ ਦੀ ਲੜੀ ਅਸੀਂ ਸ਼ੁਰੂ ਕੀਤੀ ਹੈ, ਉਸ ਦੇ ਤਹਿਤ ਅੱਜ ਸਾਡੇ ਬਹੁਤ ਹੀ ਅਜ਼ੀਮ ਮਹਿਮਾਨ ਨੇ ਵਿਰਕ ਸਾਹਿਬ ਔਰ ਗਿੱਲ ਸਾਹਿਬ। ਸੋ ਡਾਕਟਰ ਕੁਲਦੀਪ ਦੀਪ ਜੀ ਨੇ ਇਹਨਾਂ ਬਾਰੇ ਬਹੁਤ ਕੁਝ ਦੱਸਿਆ ਤੇ ਕਿਉਂਕਿ ਮੈਂ ਬਹੁਤ ਨੇੜੇ ਤੋਂ ਇਹ ਡਿਪਾਰਟਮੈਂਟਸ, ਖਾਸ ਕਰਕੇ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਨੇੜੇ ਤੋਂ ਦੇਖਿਆ ਕਿ ਉਹਨਾਂ ਦੀਆਂ ਕੀ ਉਹਨਾਂ ਦੀਆਂ ਪ੍ਰੋਬਲਮਸ ਹੁੰਦੀਆਂ, ਕਿੰਨੀ ਮਸਰੂਫੀਅਤ ਹੁੰਦੀ ਆ। ਤੇ ਉਹਦੇ ਹੁੰਦਿਆਂ ਹੋਇਆ ਵੀ ਜੇਕਰ ਕੋਈ ਬੰਦਾ ਕਵਿਤਾ ਲਿਖਦਾ ਹੈ, ਕਵਿਤਾ ਜਿਉਂਦਾ ਹੈ, ਤਾਂ ਮੈਨੂੰ ਲੱਗਦਾ ਹੈ ਉਹ ਸੋਨੇ ਤੇ ਸੁਹਾਗਾ ਹੁੰਦਾ ਹੈ। ਉਸਦੇ ਜਿਹੜੇ ਪ੍ਰਸ਼ਾਸਨਿਕ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਹਿਜ ਤੇ ਸੋਹਜ ਸ਼ਾਮਲ ਹੁੰਦਾ ਹੈ।
ਸੋ ਅੱਜ ਇਸ ਮੰਚ ਤੋਂ, ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਗਿੱਲ ਸਾਹਿਬ ਤੇ ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਸਾਨੂੰ ਉਮੀਦ ਹੈ ਕਿ ਤੁਹਾਡੀਆਂ ਗੱਲਾਂ ਜਿਹੜੀਆਂ ਸੁਣ ਕੇ ਸਾਡੇ ਦਰਸ਼ਕ ਬਹੁਤ ਸਾਰੇ ਵੱਖਰੇ ਇੱਕ ਐਂਗਲ ਤੋਂ ਜਾਣ ਸਕਣਗੇ। ਇਸ ਪ੍ਰੋਗਰਾਮ ਦੀ, ਜਿਵੇਂ ਡਾਕਟਰ ਦੀਪ ਨੇ ਦੱਸਿਆ, ਕਿ ਸਭ ਤੋਂ ਵੱਡੀ ਤਾਂ ਇਹੀ ਹੈ ਕਿ ਅਸੀਂ ਇੱਕ ਕਿਉਂਕਿ ਸਾਰੇ ਦਰਵਾਜ਼ੇ ਖਿੜਕੀਆਂ ਜਦੋਂ ਬੰਦ ਹੋ ਜਾਣ, ਬੰਦੇ ਘਰਾਂ 'ਚ ਬੰਦ ਹੋ ਜਾਣ, ਤਾਂ ਇਹ ਸਾਹਿਤ ਦੀ ਖਿੜਕੀ ਰਾਹੀਂ ਸਾਹ ਆਉਂਦਾ ਰਹੇ ਤਾਂ ਮੈਨੂੰ ਲੱਗਦਾ ਕਿ ਅਸੀਂ ਜ਼ਰੂਰ ਜਿਉਂਦੇ ਰਹਿ ਸਕਦੇ ਹਾਂ। ਸੋ ਇਹ ਜਿਉਂਦੇ ਰਹਿਣ ਲਈ ਔਰ ਸਾਡੇ ਸਾਰਿਆਂ ਦੇ, ਸਾਡੇ ਕਿਉਂਕਿ ਹੁਣ ਸਮਾਜ ਆ ਤੇ ਸਮਾਜ ਦੇ ਵਿੱਚ ਹੀ ਸਾਹਿਤਕਾਰ ਨੇ ਵਿਚਰਨਾ ਹੁੰਦਾ, ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਸਾਹਿਤ ਦੇ ਅਸੀਂ ਪ੍ਰਕਾਰ 'ਚ ਵੇਖੀਏ ਜਾਂ ਉਹਦਾ ਦੇਖੀਏ ਕਿ ਇਹਦਾ ਏਮ ਕੀ ਹੈਗਾ, ਤਾਂ ਸਤਿਅਮ ਸ਼ਿਵਮ ਸੁੰਦਰਮ ਵੀ ਸੱਚ ਹੋਵੇ ਔਰ ਸੁੰਦਰਮ ਸੁਹਜਾਤਮਕ ਹੋਵੇ ਤੇ ਕਲਿਆਣਕਾਰੀ ਹੋਵੇ। ਸੋ ਇਸ ਕਲਿਆਣਕਾਰੀ ਦੇ ਤਹਿਤ ਹੀ ਜਿਹੜੇ ਇਹ ਪ੍ਰੋਗਰਾਮ ਉਲੀਕੇ ਗਏ ਨੇ, ਇਹਦੇ 'ਚ ਡਾਕਟਰ ਸਤੀਸ਼ ਵਰਮਾ, ਡਾਕਟਰ ਦੀਪ ਔਰ ਸਾਡੇ ਅਕੈਡਮੀ ਦੇ ਬਾਕੀ ਸਾਰੇ ਜਿਹੜੇ ਐਗਜ਼ੈਕਟਿਵ ਦੇ ਮੈਂਬਰਸ ਨੇ, ਅਸੀਂ ਵੱਖਰੇ ਵੱਖਰੇ ਫੀਲਡਸ ਤੋਂ ਚੁਣਦੇ ਹਾਂ। ਜਿਵੇਂ ਕੱਲ ਸਾਡਾ ਬਹੁਤ ਹੀ ਵਧੀਆ ਪ੍ਰੋਗਰਾਮ ਗਿਆ, ਮੈਨੂੰ ਲੱਗਦਾ ਹਿੱਟ ਪ੍ਰੋਗਰਾਮ ਜਿਹਨੂੰ ਅਸੀਂ ਕਹਿ ਸਕਦੇ ਹਾਂ। ਉਹਦੇ ਬਹੁਤ ਸਾਰੇ ਕਮੈਂਟਸ ਅੱਜ ਵੀ ਆਈ ਗਏ ਔਰ ਉਹ ਗੱਲਬਾਤ ਜਿਹੜੀ ਸੀ ਉਹ ਵੱਖਰੇ, ਬਿਲਕੁਲ ਵੱਖਰੇ ਵਿਸ਼ੇ ਤੇ ਸੀ ਤੇ ਸਾਰਿਆਂ ਨੂੰ ਚੰਗਾ ਲੱਗਾ, ਕਿਉਂਕਿ ਸਮਾਜ ਦੀਆਂ ਬਹੁਤ ਸਾਰੀਆਂ ਪਰਤਾਂ ਨੇ ਜਿਹੜੀਆਂ ਅਸੀਂ ਨਹੀਂ ਸਮਝ ਸਕਦੇ। ਜਿੱਥੇ ਆਪਾਂ ਔਰਤ ਤੇ ਮਰਦ ਦੀ ਸਹਿ ਹੋਂਦ ਦੀ ਗੱਲ ਕਰਦੇ ਹਾਂ ਸਾਹਿਤ ਦੇ ਵਿੱਚ, ਤੇ ਅਸੀਂ ਇਹ ਉਲਝਣਾ ਸੁਲਝਾਉਣ ਲਈ ਵੀ ਸਾਡਾ ਇਹ ਉਪਰਾਲਾ ਹੈ ਕਿ ਅਸੀਂ ਸਮਾਜ ਵਿਚਲੀ ਜਿਹੜੀ ਗੰਦਗੀ ਉਹਨੂੰ ਵੇਖ ਸਕੀਏ, ਕਲਮ ਦੀ ਨੋਕ ਨਾਲ ਉਹਨੂੰ ਹੂੰਝ ਸਕੀਏ। ਸੋ ਗੱਲਾਂ ਔਰ ਜਿਹੜਿਆ ਲੁਕਾਈ ਹੈ ਉਹ ਸਾਡੇ, ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਔਰ ਉਹਨਾਂ ਸਾਰੇ ਸਾਡੇ ਦਰਸ਼ਕ, ਸਾਡੇ ਸਰੋਤੇ ਜਿਹੜੇ ਹਰ ਰੋਜ਼ ਸਾਡੇ ਨਾਲ ਜੁੜਦੇ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਔਰ ਮੰਨਿਓ, ਇਹ ਸੱਚ ਜਾਣਿਓ ਕਿ ਤੁਹਾਡੀ ਆਮਦ, ਤੁਹਾਡੇ ਕਮੈਂਟਸ ਸਾਡੀ એનર્ਜੀ 'ਚ ਵਾਧਾ ਕਰਦੇ ਨੇ, ਅਸੀਂ ਹੋਰ ਵਧੀਆ ਕੰਮ ਜਿਹੜਾ ਕਰ ਸਕਦੇ। ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਰਿਸੋਰਸ ਪਰਸਨ ਜਾਂ ਇਸ ਤਰ੍ਹਾਂ ਦੇ ਸਰੋਤਾ, ਇਸ ਤਰ੍ਹਾਂ ਦੇ ਸਾਨੂੰ ਗੱਲਬਾਤ ਜਾਂ ਇਸ ਐਂਗਲ ਤੋਂ ਸਾਨੂੰ ਜਾਣਕਾਰੀ ਚਾਹੀਦੀ ਹੈ, ਤਾਂ ਉਹ ਵੀ ਮੁਹੱਈਆ ਕਰਾਈ ਜਾਊਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਮਜੀਤ ਸਿੰਘ ਵਿਰਕ ਜੀ ਤੁਹਾਨੂੰ ਬਹੁਤ ਜੀ ਆਇਆਂ ਆਖਦੀ ਹਾਂ। ਔਰ ਗਿੱਲ ਸਾਹਿਬ, ਕਿਉਂਕਿ ਦੋਵੇਂ ਬਿਲਕੁਲ ਵੱਖਰੇ ਵੱਖਰੇ ਸਾਡੇ ਕੋਲੇ ਫੀਲਡਸ ਨੇ, ਸੋ ਅੱਜ ਅਸੀਂ ਗੱਲਾਂ ਕਰਦੇ ਹਾਂ ਔਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ ਮੈਡਮ। ਬਿਲਕੁਲ, ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਸਾਨੂੰ ਬਹੁਤ ਅੱਛੇ ਸੁਝਾਅ ਕਮੈਂਟਸ ਦੇ ਵਿੱਚ ਪਿਛਲੇ ਜਿਹੜੇ ਪੋਸਟਾਂ ਪਈਆਂ ਨੇ ਉਹਨਾਂ ਦਿੱਤੇ ਨੇ, ਤੇ ਅਸੀਂ ਉਹਨਾਂ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪ੍ਰੋਗਰਾਮ ਉਲੀਕਣੇ ਨੇ। ਸੋ ਅੱਜ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਿਰਕ ਸਾਹਿਬ, ਤੁਹਾਡੇ ਤੋਂ ਪਹਿਲਾਂ ਜੀ ਬਿਨਾਂ ਸ਼ੱਕ ਜਿਵੇਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੇ ਦੱਸਿਆ ਕਿ ਜਿਸ ਮਹਿਕਮੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਇਹਦੇ ਵਿੱਚ ਇੰਨੇ ਸੰਵੇਦਨਸ਼ੀਲ ਹੋ ਕੇ ਵਿਚਰਨਾ, ਇਹ ਇਕੱਲੀ ਇੱਕ ਤੁਹਾਡੀ ਪ੍ਰਾਪਤੀ ਨਹੀਂ, ਇਹ ਸਾਡੇ ਸਮਿਆਂ ਦੀ ਪ੍ਰਾਪਤੀ ਹੈ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਅਦਾਰਿਆਂ ਦੇ ਵਿੱਚ, ਇਹੋ ਜਿਹੇ ਮਹਿਕਮਿਆਂ ਦੇ ਵਿੱਚ ਤੁਹਾਡੇ ਵਰਗੇ ਸੰਵੇਦਨਸ਼ੀਲ ਬੰਦਿਆਂ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਪੁਲਿਸ ਦਾ ਕੰਮ, ਪੁਲਿਸ ਦਾ ਕਰੈਕਟਰ, ਪੁਲਿਸ ਦਾ ਚਿਹਰਾ ਮੋਹਰਾ ਸਦੀਆਂ ਤੋਂ ਬਦਲਦਾ ਆਇਆ ਹੈ। ਹਿੰਦੁਸਤਾਨ ਨੇ ਲਗਭਗ ਸਦੀਆਂ ਦੀ ਗੁਲਾਮੀ ਦੇ ਇਤਿਹਾਸ ਦੇ ਵਿੱਚ ਪੁਲਿਸ ਦੇ ਬਹੁਤ ਸਾਰੇ ਰੂਪ ਦਿਖੇ ਨੇ। ਉਹਨਾਂ ਰੂਪਾਂ ਦੇ ਵਿੱਚੋਂ ਇੱਕ ਰੂਪ ਅੰਗਰੇਜ਼ਾਂ ਦੀ ਪੁਲਿਸ ਦਾ ਰਿਹਾ। ਉਸ ਤੋਂ ਪਹਿਲਾਂ ਫੌਜਾਂ ਦੇ ਰੂਪ ਦੇ ਵਿੱਚ ਜਿਹੜੀ ਸਿਕਿਉਰਿਟੀ ਫੋਰਸਿਸ ਸੀ, ਤੇ ਇੱਕ ਦੌਰ ਆਜ਼ਾਦ ਭਾਰਤ ਦੇ ਵਿੱਚ ਵੀ ਅਸੀਂ ਪੁਲਿਸ ਦਾ ਦੇਖਿਆ। ਸਭ ਤੋਂ ਪਹਿਲਾਂ ਆਪਾਂ ਇਹਨਾਂ ਗੱਲਾਂ ਬਾਰੇ ਬਾਅਦ 'ਚ ਗੱਲਾਂ ਕਰਾਂਗੇ। ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਕਰੋਨਾ ਕਾਲ ਦੇ ਵਿੱਚ ਜਿਹੜੀ ਪੁਲਿਸ ਦੀ ਭੂਮਿਕਾ ਰਹੀ, ਕਿਉਂਕਿ ਇੱਕ ਯੁੱਧ ਸੀ ਜਿਹੜਾ ਲੜਿਆ ਗਿਆ, ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਸੰਕਟ ਦੁਨੀਆ ਦੇ ਵਿੱਚ ਆਇਆ। ਇਸ ਯੁੱਧ ਦੇ ਵਿੱਚ ਜਿਹੜੇ ਫਰੰਟ ਲਾਈਨ ਵਾਰੀਅਰ ਸੀ, ਜਿਹਦੇ ਵਿੱਚ ਡਾਕਟਰ ਸੀ ਤੇ ਪੁਲਿਸ ਵਾਲੇ ਸੀ, ਦੋ ਤਰ੍ਹਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਤੁਸੀਂ ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਨਿੱਜੀ ਤੌਰ ਤੇ ਤੁਹਾਡੀ ਇਸ ਸੰਕਟ ਕਾਲ ਦੇ ਦੌਰਾਨ ਕਿਹੋ ਜਿਹੀ ਭੂਮਿਕਾ ਰਹੀ ਤੇ ਪੁਲਿਸ ਦੀ ਕਿਹੋ ਜਿਹੀ ਭੂਮਿਕਾ ਰਹੀ? ਜੀ ਇਸ ਜਿਹੜਾ ਇਹ ਮਹਾਮਾਰੀ ਹੈ, ਇਹਦੇ ਵਿੱਚੋਂ ਸਮਾਜ ਦਾ ਜਿਹੜਾ ਹੈ ਕੋਈ ਵੀ ਪੱਖ ਅਛੂਤਾ ਨਹੀਂ ਰਿਹਾ ਜੀ। ਜਿਹੜੇ ਸਾਰੇ ਜਿਹੜੇ ਪੱਖ ਨੇ ਉਹ ਪ੍ਰਭਾਵਿਤ ਹੋਏ ਨੇ। ਤੇ ਇਹਦੇ ਵਿੱਚ ਜਿਹੜਾ ਪੁਲਿਸ ਵਾਲਾ ਤੁਸੀਂ ਕਹਿੰਦੇ ਹੋ, ਜਿਵੇਂ ਕਿ ਤੁਸੀਂ ਦੱਸਿਆ ਹੀ ਹੈ, ਇੱਥੇ ਸਿਹਤ ਵਿਭਾਗ ਤੇ ਜਿਹੜੀ ਹੈ ਪੁਲਿਸ, ਇਹ ਫਰੰਟ ਲਾਈਨ ਤੇ ਰਹੀ ਹੈ ਅੱਗੇ। ਤੇ ਪੁਲਿਸ ਨੇ ਇੱਥੇ ਇਕੱਲੀ ਪੰਜਾਬ ਪੁਲਿਸ ਨੇ ਨਹੀਂ, ਸਾਰੀ ਭਾਰਤ ਦੀ ਪੁਲਿਸ ਨੇ, ਮੈਂ ਤਾਂ ਕਹੂੰਗਾ ਸਾਰੀ ਦੁਨੀਆ ਦੀ ਪੁਲਿਸ ਨੇ ਜਿਹੜਾ ਹੈ ਇਸ ਮਹਾਮਾਰੀ ਨੂੰ ਰੋਕਣ ਦੇ ਲਈ ਜਿਹੜਾ ਬਹੁਤ ਆਪਦਾ ਯੋਗਦਾਨ ਪਾਇਆ ਹੈਗਾ।
ਪੁਲਿਸ ਦੀ ਜਿਹੜੀ ਤੁਸੀਂ ਕਾਰਕਰਦਗੀ ਦੇਖੋਗੇ, ਇਹਦੇ ਵਿੱਚ ਇਸ ਸਪੀਡ ਦੇ ਵਿੱਚ ਬੜੀ ਸ਼ਾਨਦਾਰ ਰਹੀ ਹੈਗੀ ਆ। ਇਹ ਹੋਇਆ ਸੀ ਸ਼ੁਰੂ ਦੇ ਵਿੱਚ 2-3 ਦਿਨ ਕੁਝ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਵਾਪਰੀਆਂ ਜਿਹੜੀਆਂ ਮੀਡੀਆ ਦੇ ਵਿੱਚ ਉਹ ਕਾਫੀ ਜਿਹੜਾ ਹੈ ਉਹਦਾ ਨੈਗੇਟਿਵ ਪ੍ਰਭਾਵ ਗਿਆ, ਲੇਕਿਨ 2-3 ਦਿਨਾਂ ਬਾਅਦ ਹੀ ਜਿਹੜਾ ਸਾਰਾ ਕੁਝ ਬਿਲਕੁਲ ਠੀਕ ਹੋ ਗਿਆ। ਉਸ ਤੋਂ ਬਾਅਦ ਅੱਜ ਤੱਕ ਜਿਹੜੀ ਹੈ ਬਹੁਤ ਹੀ ਵਧੀਆ ਢੰਗ ਨਾਲ ਜਿਹੜੀ ਸਾਡੀ ਪੁਲਿਸ ਹੈ ਉਹ ਕੰਮ ਕਰ ਰਹੀ ਹੈ। ਉਸ ਵੇਲੇ ਵੀ ਅਸੀਂ ਇਹ ਕਹਾਂਗੇ ਵੀ ਜਿਹੜਾ ਪ੍ਰਚਾਰ ਜ਼ਿਆਦਾ ਹੋਇਆ ਸੀ, ਜੇ ਅਸੀਂ ਟੋਟਲ ਘਟਨਾਵਾਂ ਦੇਖੀਏ ਸਾਰੇ ਪੰਜਾਬ ਦੇ ਵਿੱਚੋਂ ਪਾਰਟੀਆਂ ਜਿਹੜੀਆਂ ਸੀ 2-3 ਹੀ ਸੀ, ਮੈਂ ਜਿੱਥੇ ਤੱਕ ਦੇਖਦਾ ਹੈਗਾ, ਜਿੱਥੇ ਕੁਝ ਮਾੜਾ ਵਾਪਰਿਆ ਸੀ ਉਹਨਾਂ ਨੂੰ ਵੀ ਜਿਹੜਾ ਹੈ ਠੀਕ ਕਰ ਲਿਆ। ਉਦੋਂ ਦੂਜੇ ਤੁਹਾਡਾ ਮਾਈਕ ਬੰਦ ਹੋ ਗਿਆ ਜੀ ਤੁਹਾਡਾ ਸਰ। ਜੀ ਦੂਜੇ ਪਾਸੇ ਜਿਹੜੀ ਹੈ ਸਾਰੀ ਪੁਲਿਸ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ ਇਹਦੇ ਵਿੱਚ, ਤੇ ਇੱਥੇ ਤੱਕ ਵਿਜੀਲੈਂਸ ਦੀ ਭੂਮਿਕਾ ਸੀ ਉਸ ਵੇਲੇ ਜ਼ਿਆਦਾਤਰ ਸਾਡੀ ਜਿਹੜੀ ਵਿਜੀਲੈਂਸ ਦੀ ਫੋਰਸ ਸੀ, ਜੋ ਦੂਜੇ ਪਾਸੇ ਫੋਰਸ ਦੀ ਲੋੜ ਪੈ ਗਈ, ਸਾਡਾ 50-60% ਜਿਹੜੀ ਫੋਰਸ ਸੀ ਅਸੀਂ ਦੂਜੀ ਪੁਲਿਸ ਹੈ ਉਸ ਨੂੰ ਉਹ ਪ੍ਰੋਵਾਈਡ ਕਰਾ ਦਿੱਤੀ ਸੀ। ਜੀ ਅੰਤਰ ਨਹੀਂ ਹੋ ਗਏ? ਨਹੀਂ ਠੀਕ ਹੈ, ਬੋਲੋ ਜੀ। ਹਾਂਜੀ ਇਸ ਪੀਰੀਅਡ ਦੇ ਦੌਰਾਨ ਜਿਹੜੀ ਹੈ ਸਾਡੀ ਡਿਊਟੀ ਇਹ ਸੀ ਵੀ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਨੇ ਉਹ ਸਹੀ ਢੰਗ ਨਾਲ ਮਿਲਣ, ਕੋਈ ਉਸ ਦੇ ਵਿੱਚ ਕਿਸੇ ਸਰਕਾਰੀ ਅਧਿਕਾਰੀ ਕਰਮਚਾਰੀ ਵੱਲੋਂ ਕੋਈ ਕਰਪਸ਼ਨ ਨਾ ਹੋਵੇ, ਇਸ ਜਿਹੜੇ ਮੌਕੇ ਦਾ ਕੋਈ ਜਿਹੜਾ ਗਲਤ ਫਾਇਦਾ ਨਾ ਉਠਾਵੇ, ਲੋਕਾਂ ਤੱਕ ਜਿਹੜੀਆਂ ਨੇ ਖਾਣ ਪੀਣ ਦੀਆਂ ਵਸਤਾਂ ਜਿਹੜੀ ਸਪਲਾਈ ਹੈ ਉਹ ਠੀਕ ਢੰਗ ਨਾਲ ਪਹੁੰਚੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਦੇਖਦੇ ਰਹੇ ਹਾਂ। ਸ਼ੁਰੂ ਦੇ ਵਿੱਚ ਜਿਹੜੀਆਂ 2 ਚੀਜ਼ਾਂ ਦੀ ਲੋਕਾਂ ਨੂੰ ਦਿੱਕਤ ਸੀ, ਇੱਕ ਜ਼ਿਆਦਾ ਖਾਣੇ ਦੀ ਸੀ ਤੇ ਦੂਜੀ ਦਵਾਈਆਂ ਦੀ ਸੀ, ਤੇ ਉਹ ਬੜੀ ਜਿਹੜੀ ਹੈ ਪੁਲਿਸ ਨੇ ਸਾਰੀ ਵਧੀਆ ਢੰਗ ਨਾਲ ਟੈਕਲ ਕੀਤੀ ਹੈ, ਕੋਈ ਜ਼ਿਆਦਾ ਸਮੱਸਿਆ ਨਹੀਂ ਆਈ ਹੈ। ਤੇ ਅੱਜ ਤੱਕ ਜਿਹੜੀ ਪੁਲਿਸ ਹੈ ਉਹਦੇ ਵਿੱਚ ਹੁਣ 2 ਢੰਗ ਨਾਲ ਉਹਨਾਂ ਨੂੰ ਖਤਰਾ ਹੈ। ਇੱਕ ਤਾਂ ਉਹਨਾਂ ਨੂੰ ਆਪ ਦਾ ਜਿਹੜਾ ਨਿੱਜੀ ਖਤਰਾ ਹੈ ਜਿਹਦੇ ਨਾਲ ਉਹਨਾਂ ਨੇ ਟੱਕਰਾ ਕਰ ਰਹੀ ਹੈ, ਦੂਜਾ ਜਿਹੜੀ ਹੈ ਆਪਦੇ ਪਰਿਵਾਰਾਂ ਨੂੰ ਵੀ ਉਹਨਾਂ ਨੇ ਬਚਾ ਕੇ ਰੱਖਣਾ ਹੈ ਇਸ ਮਾੜੇ ਦੌਰ ਦੇ ਵਿੱਚ। ਤੇ ਜਿਹੜੀ ਡਿਊਟੀ ਹੈ ਉਹ ਤਾਂ ਉਹਨਾਂ ਨੇ ਕਰਨੀ ਹੈ, ਉਹਦੇ ਵਿੱਚ ਬਿਨਾਂ ਸ਼ੱਕ ਜਿਹੜੀ ਹੈ ਬਹਾਦਰੀ ਨਾਲ ਉਹ ਕਰ ਰਹੇ ਨੇ ਸਾਰਾ ਕੁਝ ਇਸ ਨੂੰ ਅੰਜਾਮ ਦੇ। ਜੀ ਵਿਰਕ ਸਾਹਿਬ, ਅਸੀਂ ਉਹਨਾਂ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਮੁਲਾਜ਼ਮ ਨੇ ਉਹਨਾਂ ਸਾਰਿਆਂ ਨੂੰ ਸੈਲੂਟ ਕਰਦੇ ਹਾਂ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਆਪਣੀ ਜਾਨ ਦਾ ਰਿਸਕ ਲੈ ਕੇ ਬਹੁਤ ਖੂਬਸੂਰਤ ਕੰਮ ਕੀਤਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਫਿਰ ਵੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਨਾ ਬੜੀਆਂ ਸਿੱਧੀਆਂ ਜਿਹੀਆਂ ਕਰਨਾ ਚਾਹੂੰਗਾ। ਪਹਿਲੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਜੇ ਅਸੀਂ ਕੁਝ ਇੱਕ ਦਿਆਨਤਦਾਰ ਤੁਹਾਡੇ ਵਰਗੇ ਅਫਸਰਾਂ ਨੂੰ ਛੱਡ ਦਈਏ ਤਾਂ ਅਜੇ ਤੱਕ ਜਿਹੜੀ ਸਾਡੀ ਜਨਤਾ ਹਿੰਦੁਸਤਾਨ ਦੀ ਉਹ ਪੁਲਿਸ ਤੇ ਉਵੇਂ ਯਕੀਨ ਨਹੀਂ ਕਰ ਪਾ ਰਹੀ ਹੈ। ਮਤਲਬ ਇੱਕ ਵਿਸ਼ਵਾਸ ਦਾ ਰਿਸ਼ਤਾ ਜਿਹੜਾ ਕਮਿਊਨਿਟੀ ਤੇ ਪੁਲਿਸ ਦੇ ਵਿਚਕਾਰ ਹੁੰਦਾ ਹੈ ਇਹ ਨਹੀਂ ਬਣ ਪਾ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ? ਜੀ, ਇੱਕ ਤਾਂ ਇਹ ਚੀਜ਼ ਹੈ ਵੀ ਮੇਰੇ ਕੋਲ ਕਈ ਲੋਕ ਜਿਹੜੇ ਨੇ ਸਿਫਾਰਿਸ਼ ਲਈ ਆਉਂਦੇ ਨੇ ਵੀ ਸਾਡੀ ਆ ਸਿਫਾਰਿਸ਼ ਕਰੋ, ਸਾਡੇ ਇਸ ਕੰਮ ਲਈ ਕਰੋ ਜੀ। ਇੱਕ ਜਿਹੜਾ ਵਿਸ਼ਵਾਸ ਉਹ ਤਿੜਕਿਆ ਹੈ ਲੱਗਦਾ ਹੈ, ਇਹਦੇ ਨਾਲ ਮੈਂ ਸਹਿਮਤ ਹਾਂ ਵੀ ਉੱਥੇ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਇੱਕ ਵਾਰੀ ਜਾ ਕੇ ਤਾਂ ਦੇਖੋ ਉੱਥੇ, ਜੇ ਤੁਹਾਡੇ ਨਾਲ ਠੀਕ ਤਰ੍ਹਾਂ ਡੀਲਿੰਗ ਨਾ ਹੋਏਗੀ ਤੁਸੀਂ ਫਿਰ ਤੱਕ ਇਹੋ ਕੋਈ ਸਿਫਾਰਿਸ਼ ਕਰਾਇਓ। ਲੇਕਿਨ ਲੋਕਾਂ ਦਾ ਜਿਹੜਾ ਹੈ ਮਨੋਦਸ਼ਾ ਹੀ ਇਸ ਤਰ੍ਹਾਂ ਦੀ ਬਣ ਗਈ ਵੀ ਕੋਈ ਵੀ ਜਿਹੜਾ ਸਰਕਾਰੀ ਦਫ਼ਤਰ ਦੇ ਵਿੱਚ ਜਾਣਾ ਚਾਹੁੰਦਾ ਜਾਂ ਪੁਲਿਸ ਦੇ ਕੋਲ ਜਾਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਮੈਂ ਕੋਈ ਨਾ ਕੋਈ ਸਿਫਾਰਿਸ਼ ਪਹਿਲਾਂ ਹੀ ਕਰਾ ਕੇ ਲੈ ਕੇ ਜਾਵਾਂ। ਜੀ ਜਿਹੜੀ ਇਸ ਦੇ ਵਿੱਚ ਅਸੀਂ ਇਹ ਵੇਖਾਂਗੇ ਬਈ ਜਿਹੜਾ ਸਾਡੇ ਲੋਕ ਜਿਹੜੇ ਪ੍ਰਤੀਨਿਧ ਨੇ ਉਹ ਲੋਕ ਸਹੀ ਚੁਣ ਕੇ ਭੇਜਣ, ਉਹਨਾਂ ਦੇ ਜਿਹੜੀ ਆ ਸਿਫਾਰਿਸ਼ ਦੇ ਨਾਲ ਹੀ ਉਹ ਸਾਰਾ ਜਿਹੜਾ ਉਸ ਇਲਾਕੇ ਦੇ ਵਿੱਚ ਸੈਟਅਪ ਜਿਹੜਾ ਹੈ ਹੋਣਾ, ਉਹ ਵਧੀਆ ਅੱਗੋਂ ਜਿਹੜੇ ਸਾਡੇ ਵਧੀਆ ਪ੍ਰਤੀਨਿਧ ਹੋਣਗੇ ਉਹ ਵਧੀਆ ਹੀ ਬੰਦੇ ਉੱਥੇ ਚੁਣ ਕੇ ਇਸ ਵਿਸ਼ਵਾਸ ਬਹਾਲੀ ਨੂੰ ਕਾਇਮ ਰੱਖਣ ਦੇ ਲਈ ਕੰਮ ਕਰਨਗੇ। ਇਹਦੇ ਵਿੱਚ ਜਿਹੜਾ ਲੋਕਾਂ ਦਾ ਜਿਹੜਾ ਵਿਸ਼ਵਾਸ ਡੋਲਣ ਦਾ ਇੱਕ ਕਾਰਨ ਇਹ ਹੈ ਵੀ ਉੱਥੇ ਕਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ, ਇਹ ਜਿਹੜਾ ਕਰਪਸ਼ਨ ਹੈ ਇਹ ਬਹੁਤ ਭੈੜੀ ਜਿਹੜੀ ਬਿਮਾਰੀ ਹੈ ਇਹ ਲੱਗੀ ਹੋਈ ਸਾਡੇ ਸਮਾਜ ਨੂੰ। ਇਸ ਨੂੰ ਜਿਹੜਾ ਹੈ ਜਿੰਨਾ ਅਸੀਂ ਦੂਰ ਕਰ ਸਕਾਂਗੇ ਉਨਾ ਹੀ ਜਿਹੜਾ ਹੈਗਾ ਸਾਡੇ ਸਮਾਜ ਦੇ ਲਈ ਫਾਇਦੇ ਵਾਲੀ ਗੱਲ ਹੈਗੀ ਆ। ਤੇ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਕਈ ਉਹਦੇ ਪੱਖ ਨੇ, ਉਹਦੇ ਵਿੱਚ ਲੋਕਾਂ ਨੂੰ ਵੀ ਆਪਦਾ ਯੋਗਦਾਨ ਪਾਉਣਾ ਪਵੇਗਾ ਵਿਸ਼ਵਾਸ ਬਹਾਲੀ ਦੇ ਵਿੱਚ। ਜਿਹੜੇ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਵੀ ਪਿੰਡਾਂ ਦੇ ਵਿੱਚ ਹੁਣ ਬਹੁਤ ਧੜੇਬੰਦੀਆਂ ਬਣ ਗਈਆਂ ਤੇ
ਹਰ ਇੱਕ ਬੰਦਾ ਜਦੋਂ ਕੋਈ ਪਿੰਡ ਦੇ ਵਿੱਚ ਮਸਲਾ ਹੋ ਜਾਂਦਾ ਹੈਗਾ, ਉਹ ਉਸ ਨੂੰ ਚਾਹੇ ਉਹ ਜਾਇਜ਼ ਹੈ ਚਾਹੇ ਨਜਾਇਜ਼ ਹੈ, ਉਹ ਕਹਿੰਦੇ ਨੇ ਸਾਡਾ ਕੰਮ ਤਾਂ ਜਿਹੜਾ ਹੋਣਾ ਚਾਹੀਦਾ ਹੈ। ਫਿਰ ਉਹ ਜਦੋਂ ਅੱਗੇ ਆਪਣੇ ਪ੍ਰਤੀਨਿਧ ਦੇ ਕੋਲ ਜਾਂਦੇ ਨੇ, ਉਹ ਵੀ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਵੀ ਉਹ ਵੋਟਾਂ ਨੇ ਉਹਨਾਂ ਦੀਆਂ, ਤੇ ਉਸ ਤਰ੍ਹਾਂ ਦੀ ਜਿਹੜੀ ਹੈ ਸਿਫਾਰਸ਼ਾਂ ਆਉਂਦੀਆਂ ਨੇ, ਜਿਹਦੇ ਨਾਲ ਫਿਰ ਜਿਹੜੇ ਵਿਸ਼ਵਾਸ ਤਿੜਕਦੇ ਨੇ। ਇਹ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ, ਸਾਡੇ ਜਿਹੜੇ ਲੋਕ ਪ੍ਰਤੀਨਿਧ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ, ਪੁਲਿਸ ਦੇ ਅਫਸਰਾਂ ਦੀ ਵੀ ਜ਼ਿੰਮੇਵਾਰੀ ਹੈ। ਇਹ ਸਾਰੇ ਪੱਖਾਂ ਤੋਂ ਜਿਹੜਾ ਹੈ ਇਹਨੂੰ ਕੋਸ਼ਿਸ਼ ਕਰਨ ਦੀ ਲੋੜ ਹੈ, ਤਦ ਹੀ ਵਿਸ਼ਵਾਸ ਬਹਾਲ ਹੋ ਸਕਦਾ। ਜੀ ਜੀ ਵਿਰਕ ਸਾਹਿਬ, ਜਿਹੜੀ ਅਗਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਯੂਰਪ ਬਾਰੇ ਗੱਲ ਕਰਦੇ ਹਾਂ ਜਾਂ ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਦੀ ਪੁਲਿਸ ਬਾਰੇ ਗੱਲ ਕਰਦੇ ਹਾਂ, ਤਾਂ ਸਾਡੇ ਕੋਲੇ ਬਹੁਤ ਖੂਬਸੂਰਤ ਐਗਜ਼ਾਮਪਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਜਿਹਨੂੰ ਆਪਾਂ ਕਮਿਊਨਿਟੀ ਪੁਲਿਸਿੰਗ ਕਹਿੰਦੇ ਆ। ਉੱਥੇ ਕਮਿਊਨਿਟੀ ਪੁਲਿਸਿੰਗ ਜਿਹੜਾ ਪੁਲਿਸ ਦਾ ਕਨਸੈਪਟ ਹੈ ਉਹ ਬਿਲਡ ਹੋ ਚੁੱਕਾ ਹੈ, ਤੇ ਪੁਲਿਸ ਉੱਤੇ ਹਰ ਬੰਦੇ ਦੀ ਮਦਦਗਾਰ ਹੈ ਕਿ ਤੁਸੀਂ ਇੱਕ ਕਾਲ ਕਰੋ, ਤੁਹਾਡੇ ਕੋਲੇ ਪੁਲਿਸ ਮਤਲਬ ਪੁਲਿਸ ਬਣ ਕੇ ਨਹੀਂ ਆਉਂਦੀ ਹੈਗੀ, ਤੁਹਾਡੇ ਕੋਲੇ ਪੁਲਿਸ ਹੈਲਪਰ ਬਣ ਕੇ ਆਉਂਦੀ ਹੈ। ਉਹ ਹਿੰਦੁਸਤਾਨ ਦੇ ਵਿੱਚ ਕਮਿਊਨਿਟੀ ਪੁਲਿਸ ਦਾ ਉਹ ਕਨਸੈਪਟ ਕਿਉਂ ਨਹੀਂ ਡਿਵੈਲਪ ਹੋ ਸਕਿਆ ਹੈਗਾ, ਇਹਦੇ ਬਾਰੇ ਜ਼ਰੂਰ ਕੋਈ ਦੱਸੋ। ਦੇਖੋ, ਜਿਹੜੇ ਵਿਕਸਿਤ ਦੇਸ਼ ਨੇ ਜੀ ਔਰ ਜਿਹੜੇ ਵਿਕਾਸਸ਼ੀਲ ਦੇਸ਼ ਨੇ, ਇਹ ਦੋਹਾਂ ਦੇ ਵਿੱਚ ਇਸ ਪੱਖ ਤੋਂ ਜਿਹੜਾ ਫਰਕ ਦਿਸਦਾ ਹੈ ਜੀ। ਉਹਨਾਂ ਦੇ ਕੋਲ ਜਿਹੜੇ ਨੇ ਬਹੁਤ ਸਾਰੇ ਸਾਧਨ ਨੇ, ਰਿਸੋਰਸਿਸ ਨੇ। ਇੱਥੇ ਜਿਹੜੀ ਆ ਇਸ ਤਰ੍ਹਾਂ ਦੀ ਚੀਜ਼ਾਂ ਦੀ ਕਈ ਘਾਟਾਂ ਨੇ। ਸਾਰੇ ਵਿਕਸਿਤ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉੱਥੇ ਇਸ ਤਰ੍ਹਾਂ ਦਾ ਸਿਸਟਮ ਹੈਗਾ, ਤੇ ਉਹਨਾਂ ਦਾ ਅਸੀਂ ਮੁਕਾਬਲਾ ਜਿਹੜੇ ਹੈ ਨਹੀਂ ਕਰ ਸਕਦੇ ਇਸ ਪੱਖ ਤੋਂ ਜੀ। ਉਹਨਾਂ ਦੇ ਜਿਹੜੀ ਹੈ ਉੱਥੇ ਆਬਾਦੀ ਵੀ ਘੱਟ ਹੈ, ਸਾਡੀ ਜਿਹੜੀ ਹੈ ਦੇਸ਼ ਦੀ ਆਬਾਦੀ ਵੀ ਬਹੁਤ ਜ਼ਿਆਦਾ ਹੈਗਾ। ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਉਹਨੇ ਪੜ੍ਹੇ ਲਿਖੇ ਵੀ ਨਹੀਂ ਹੈ। ਸਾਡੇ ਦੇਸ਼ ਦਾ ਜਿਹੜਾ ਲੋਕਾਂ ਦਾ ਚਰਿੱਤਰ ਹੈ ਉਹ ਵੀ ਉਸ ਤਰ੍ਹਾਂ ਦਾ ਨਹੀਂ ਹੈ। ਇੱਥੇ ਜਿਹੜੀਆਂ ਸਮੱਸਿਆਵਾਂ ਉਹਨਾਂ ਤੋਂ ਬਿਲਕੁਲ ਭਿੰਨ ਨੇ। ਫਿਰ ਵੀ ਪਿਛਲੇ ਸਾਲਾਂ ਦੇ ਵਿੱਚ ਇਸ ਪੱਖ ਤੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਹੋਈਆਂ ਨੇ, ਤੇ ਇਹਦੇ ਉੱਤੇ ਜਿਹੜਾ ਉੱਥੋਂ ਦਾ ਉਸ ਇਲਾਕੇ ਦਾ ਜਿਹੜਾ ਅਧਿਕਾਰੀ ਹੈ, ਉੱਚ ਅਧਿਕਾਰੀ, ਇਹ ਉੱਤੇ ਵੀ ਬਹੁਤ ਨਿਰਭਰ ਕਰਦਾ ਹੈ। ਉਹ ਤੁਹਾਡਾ ਮਾਈਕ ਫਿਰ ਬੰਦ ਹੋ ਗਿਆ ਤੁਹਾਡਾ ਜੀ। ਜਿਹੜੇ ਉੱਥੋਂ ਦੇ ਸੀਨੀਅਰ ਅਫਸਰ ਨੇ ਉਹ ਉਸ ਆਪਦੇ ਇਲਾਕੇ ਦੇ ਵਿੱਚ ਇਸ ਢਾਂਚੇ ਨੂੰ ਜਿਹੜਾ ਚੁਸਤ ਦਰੁਸਤ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਨੇ। ਇਹ ਸਾਰੇ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ ਵਧੀਆ ਕੰਮ ਹੋ ਰਿਹਾ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਬਹੁਤ ਚੁਸਤ ਦਰੁਸਤ ਢਾਂਚਾ ਹੈ ਇਸ ਤਰ੍ਹਾਂ ਦਾ, ਉਹ ਉੱਥੇ ਜਿਹੜਾ ਰਿਸਪੌਂਸ ਟਾਈਮ ਹੈ ਬਹੁਤ ਘੱਟ ਹੈ ਔਰ ਪਹੁੰਚਦੇ ਨੇ ਉੱਥੇ। ਇਹ ਸਾਰਾ ਕੁਝ ਜਿਹੜਾ ਹੈਗਾ, ਫਿਰ ਹੈਗੀ ਹੈ ਮੈਨ ਪਾਵਰ। ਸਾਡੇ ਇੱਥੇ ਹਮੇਸ਼ਾ ਹੀ ਜਿਹੜੀ ਹੈ ਮੈਨ ਪਾਵਰ ਦੀ ਘਾਟ ਜਿਹੜੀ ਹੈ ਰਹੀ ਹੈ, ਉਹਦੇ ਕਰਕੇ ਇਹ ਜਿਹੜੀ ਚੀਜ਼ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ। ਅਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨਹੀਂ ਦੇ ਸਕਦੇ ਹਾਂ। ਪਿੱਛੇ ਜੇ ਹੁਣ ਜਿਹੜੀਆਂ ਨੇ ਵਹੀਕਲ ਆਏ ਨੇ, ਵਹੀਕਲ ਇਹਦੇ ਵਾਸਤੇ ਰਿਸਪੌਂਸ ਸਿਸਟਮ ਵਾਸਤੇ ਬਹੁਤ ਜ਼ਰੂਰੀ ਨੇ। ਇਹ ਕੁਝ ਆਏ ਤਾਂ ਹੈ ਪਰ ਸੁਧਾਰ ਹੋ ਰਿਹਾ ਥੋੜਾ ਥੋੜਾ, ਪਰ ਇਸ ਨੂੰ ਅਜੇ ਟਾਈਮ ਲੱਗੇਗਾ। ਜੀ। ਤੁਸੀਂ ਸਰ ਵਿਜੀਲੈਂਸ ਦੇ ਵਿੱਚੋਂ, ਤੇ ਵਿਜੀਲੈਂਸ ਦਾ ਸਿੱਧਾ ਸੰਬੰਧ ਕਰਪਸ਼ਨ ਨਾਲ ਜੁੜਦਾ ਹੈ, ਤੇ ਆਪਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮ ਵੀ ਇਸ ਐਂਗਲ ਤੋਂ ਇਕੱਠੇ ਜੁੜ ਕੇ ਕੀਤੇ ਨੇ। ਮੈਂ ਤੁਹਾਡੇ ਨਾਲ ਵੀ ਕੰਮ ਕੀਤਾ ਕੁਝ ਫਰੰਟਾਂ ਤੇ। ਵਿਜੀਲੈਂਸ ਦਾ ਜਿਹੜਾ ਇੰਡੈਕਸ ਹੈ ਦੁਨੀਆ ਦਾ, ਉਹਦੇ ਵਿੱਚ ਅਸੀਂ ਬਹੁਤ ਹੇਠਲੇ ਪਾਏ ਜਾਂਦੇ ਹਾਂ। ਮਤਲਬ ਕਹਿਣ ਦਾ ਭਾਵ ਇਹ ਕਹਿ ਲਈਏ ਕਿ ਜੇ ਸਾਰੀ ਦੁਨੀਆ ਨੂੰ ਆਪਾਂ 1 ਤੋਂ ਲੈ ਕੇ 100 ਤੱਕ ਵੰਡ ਦਈਏ ਤਾਂ ਸਾਡਾ ਨੰਬਰ ਕਿਤੇ 70, 80 ਤੇ 90 ਦੇ ਵਿਚਕਾਰ ਆਉਂਦਾ ਹੈ। ਤੁਹਾਨੂੰ ਕੀ ਲੱਗਦਾ ਕਿ ਕਰਪਸ਼ਨ ਵੀ ਬਹੁਤ ਹੈ ਤੇ ਵਿਜੀਲੈਂਸ ਵੀ ਸਾਡੇ ਕੋਲੇ ਹੈਗੀ ਹੈ, ਪਰ ਫਿਰ ਵੀ ਕਰਪਸ਼ਨ ਕਾਨੂੰਨ ਨੂੰ ਜਾਂ ਵਿਜੀਲੈਂਸ ਨੂੰ ਉਵੇਂ ਕਾਹਤੋਂ ਨਹੀਂ ਦਿਖਦੀ ਹੈਗੀ, ਉਹ ਕਰਪਸ਼ਨ ਸਾਹਮਣੇ ਕਾਹਤੋਂ ਨਹੀਂ ਆਉਂਦੀ ਹੈਗੀ? ਇਹ ਕਿਤੇ ਗੈਪ ਹੈ ਇਹਦਾ। ਜੀ ਜੀ, ਇਹਦੇ ਵਿੱਚ ਵੀ 3-4 ਪੁਆਇੰਟ ਮੇਰੇ ਧਿਆਨ ਦੇ ਵਿੱਚ ਮੈਂ ਤੁਹਾਡੇ ਲਿਆਉਣਾ ਚਾਹੁੰਦਾ ਹੈਗਾ ਜੀ। ਪਹਿਲੀ ਗੱਲ, ਸਾਡਾ ਜਿਹੜਾ ਲੋਕਾਂ ਦਾ ਜਿਹੜਾ ਬਿਹੇਵੀਅਰ ਹੈ ਜਾਂ ਉਹਨਾਂ ਦੀ ਸੋਚਣ ਦਾ ਢੰਗ ਹੈ, ਉਹ ਇਹ ਹੈ ਵੀ ਇੱਥੇ ਅਸੀਂ ਕਹਿੰਦੇ ਆ ਵੀ 1 ਚੁੱਪ 100 ਸੁੱਖ। ਜੀ। ਜਿਹੜੇ ਸਾਡੇ ਲੋਕ ਨੇ, ਜੇ ਇਹਦੇ ਕਰਪਸ਼ਨ ਦੇ ਖਿਲਾਫ ਬਹੁਤ ਘੱਟ ਬੋਲਦੇ ਨੇ ਜੀ, ਨਾ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਉਹ ਉਸ ਤਰ੍ਹਾਂ ਦੀ ਆਵਾਜ਼ ਨਹੀਂ ਉਠਾਈ ਜਾਂਦੀ ਹੈ, ਜਿਹਦੇ ਕਰਕੇ ਇਹ ਬਿਮਾਰੀ ਜਿਹੜੀ ਹੈ ਵੱਧਦੀ ਹੈ। ਦੂਸਰਾ, ਜਿਹੜੀ ਕਰਪਸ਼ਨ ਇੱਥੇ ਜਿਹੜੀ ਵੱਡੀ ਕਰਪਸ਼ਨ ਹੈ, ਉਹਦੇ ਵਿੱਚ ਦੋਵੇਂ ਧਿਰਾਂ ਫਾਇਦੇ 'ਚ ਰਹਿੰਦੀਆਂ ਨੇ। ਔਰ ਨੁਕਸਾਨ ਤੀਜੀ ਧਿਰ ਦਾ ਹੁੰਦਾ, ਉਹ ਉੱਥੇ ਉਸ ਦੇ ਵਿੱਚ ਹਾਜ਼ਰ ਨਹੀਂ ਹੈ। ਜੀ। ਤੋ ਜਿਸ ਤਰ੍ਹਾਂ ਜੇ ਕੋਈ ਸਿਹਤ ਵਿਭਾਗ ਦਾ ਅਧਿਕਾਰੀ ਹੈ, ਉਹ ਉੱਥੇ ਇੱਕ ਦੁਕਾਨਦਾਰਾਂ ਦੇ ਨਾਲ ਮਿਲ ਜਾਂਦਾ ਹੈ,
ਬਹੁਤ ਜੇ ਉਹਨੇ ਸੈਂਪਲਿੰਗ ਵਗੈਰਾ ਕਰਨੀ ਹੈ, ਲੋਕਾਂ ਨੂੰ ਜਿਹੜਾ ਸਹੀ ਖਾਣ ਪੀਣ ਦੀਆਂ ਚੀਜ਼ਾਂ ਮਿਲਣ, ਲੇਕਿਨ ਉਹ ਜਿਹੜਾ ਹੈ ਉਹ ਸਾਰੇ ਇਕੱਠੇ ਹੋ ਕੇ ਕਈ ਵਾਰ ਉਹਨੂੰ ਰਿਸ਼ਵਤ ਦੇ ਤੌਰ ਤੇ ਕੁਝ ਪੈਸੇ ਦੇ ਦਿੰਦੇ ਨੇ। ਉਹ ਜਾਂ ਤਾਂ ਉੱਥੇ ਸੈਂਪਲਿੰਗ ਕਰਨੇ ਨਹੀਂ ਆਉਂਦਾ ਹੈਗਾ, ਜੇ ਕਰਦਾ ਵੀ ਹੈ ਸਿਰਫ ਖਾਨਾ ਪੂਰਤੀ ਕਰਦਾ ਹੈ ਜੀ। ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀ ਕਈ ਖੇਤਰ ਨੇ, ਜਿਵੇਂ ਵੈਟ ਦਾ ਨੁਕਸਾਨ ਹੁੰਦਾ ਸਰਕਾਰ ਦਾ, ਉੱਥੇ ਵੀ ਜਿਹੜੀਆਂ ਦੋ ਧਿਰਾਂ ਜਿਹੜੀਆਂ ਚੋਰੀ ਕਰਨ ਵਾਲੀਆਂ ਨੇ, ਉਹ ਇੱਕ ਜਿਨ੍ਹਾਂ ਨੇ ਉਹਨਾਂ ਦੀਆਂ ਗੱਡੀਆਂ ਲਗਾਉਣੀਆਂ ਨੇ, ਉਹ ਜਿਹੜੇ ਮਹਿਕਮੇ ਵਿੱਚ ਆਉਂਦੇ ਨੇ, ਚਾਹੇ ਪੁਲਿਸ ਦਾ ਆਉਂਦਾ ਹੈਗਾ ਜਾਂ ਕੋਈ ਐਕਸਾਈਜ਼ ਵਾਲਿਆਂ ਦਾ ਆਉਂਦਾ ਹੈ, ਕਈ ਵਾਰ ਉਹਨਾਂ ਨੂੰ ਖਰੀਦ ਲੈਂਦੇ ਨੇ। ਉਹਦੇ ਨਾਲ ਜਿਹੜਾ ਉਹ ਦੋ ਤਰ੍ਹਾਂ ਦਾ ਫਾਇਦੇ ਵਾਲੀਆਂ ਹੋ ਗਈਆਂ। ਤੀਜੀ ਜਿਹੜੀ ਹੈ ਨੁਕਸਾਨ ਕਿਹਦਾ ਹੋ ਰਿਹਾ? ਸਰਕਾਰ ਦਾ ਹੋ ਰਿਹਾ। ਇਸ ਤਰ੍ਹਾਂ ਦੇ ਜਿਹੜੇ ਜਿੱਥੇ ਇਸ ਤਰ੍ਹਾਂ ਦਾ ਦੋ ਧਿਰਾਂ ਦਾ ਗੱਠਜੋੜ ਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ, ਤੀਜੀ ਧਿਰ ਨੂੰ ਨੁਕਸਾਨ ਹੁੰਦਾ, ਉਹ ਉਸ ਤਰ੍ਹਾਂ ਦੀ ਕਰਪਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਹੈਗੀ ਜੀ। ਤੇ ਤੀਜੀ ਗੱਲ ਹੈਗੀ ਆ ਵੀ ਜਿਹੜਾ ਸਾਡਾ ਬਿਜ਼ਨਸਮੈਨ ਹੈ ਜਾਂ ਸਾਡਾ ਦੁਕਾਨਦਾਰ ਹੈ, ਉਹ ਕਰਪਸ਼ਨ ਦੇ ਖਿਲਾਫ ਜਿਹੜੀ ਆਵਾਜ਼ ਬਹੁਤ ਘੱਟ ਉਠਾਉਂਦਾ ਹੈਗਾ। ਜਿਹੜਾ ਇਹਦੇ ਮੁਕਾਬਲੇ ਜਿਹੜਾ ਕਿਸਾਨ ਹੈ ਜਾਂ ਮਜ਼ਦੂਰ ਹੈ, ਉਹ ਕਾਫੀ ਖੁੱਲ ਕੇ ਸਾਹਮਣੇ ਆਉਣ ਦੀ ਆਉਂਦਾ ਹੈਗਾ ਇਹਨਾਂ ਦੇ ਬਨਿਸਬਤ। ਜ਼ਿਆਦਾਤਰ ਅਸੀਂ ਕੇਸ ਦੇਖਾਂਗੇ ਇਹਨਾਂ ਲੋਕਾਂ ਵੱਲੋਂ ਹੀ ਦਰਜ ਹੁੰਦੇ ਨੇ। ਜਿਹੜੇ ਬਿਜ਼ਨਸਮੈਨ ਨੇ ਜਾਂ ਦੁਕਾਨਦਾਰ ਨੇ, ਉਹ ਉਸੇ ਵੇਲੇ ਆਉਂਦੇ ਨੇ ਜਦੋਂ ਪਾਣੀ ਜਿਹੜਾ ਹੈ ਸਿਰ ਤੋਂ ਲੰਘ ਜਾਂਦਾ ਹੈ। ਜੀ। ਵਿਰਕ ਸਾਹਿਬ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ। ਸਾਡੇ ਨਾ ਪੁਰਾਣੇ ਸਮੇਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਦੋਂ ਕਾਂ ਬਹੁਤ ਸਾਰੇ ਹੁੰਦੇ ਸੀ ਨਾ, ਉਦੋਂ ਔਰਤਾਂ ਇੱਕ ਕਾਂ ਨੂੰ ਮਾਰ ਕੇ ਟੰਗ ਦਿੰਦੀਆਂ ਸੀਆਂ ਕਿ ਮੁੜ ਕੇ ਕਾਂ ਆਉਣੋਂ ਹਟ ਜਾਂਦੇ ਸੀ। ਤੁਸੀਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਜੇ ਆਪਾਂ ਫੇਰੀਏ ਤਾਂ ਤੁਸੀਂ, ਕਿਉਂਕਿ ਜਦੋਂ ਕਰਪਸ਼ਨ ਦਾ ਕੇਸ ਕੋਈ ਵੀ ਆਉਂਦਾ ਤਾਂ ਪੁਲਿਸ ਦਾ ਕਿਤੇ ਨਾ ਕਿਤੇ ਹੱਥ ਹੁੰਦਾ ਹੈ। ਅਸੀਂ ਨਾਕਿਆਂ ਤੇ ਵੀ ਅਕਸਰ ਹੀ ਦੇਖਦੇ ਹਾਂ, ਉੱਥੇ ਵੀ ਲੈ ਦੇ ਹੁੰਦੀ ਹੈ ਕਿ ਤੁਸੀਂ ਇਹੋ ਜਿਹੇ ਕਿੰਨੇ ਕਾਂ ਮਾਰ ਕੇ ਟੰਗੇ ਨੇ ਜਿਹੜੇ ਐਗਜ਼ਾਮਪਲ ਬਣ ਸਕਣ ਲੋਕਾਂ ਸਾਹਮਣੇ। ਤਾਂ ਦੇਖੋ ਜੀ, ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਹੀ ਫੇਰਦੇ ਹਾਂ। ਕੋਈ ਇਹੋ ਜਿਹੀ ਐਗਜ਼ਾਮਪਲਾਂ ਆਪਣੇ ਕੋਲ ਹੈਗੀਆਂ ਨੇ? ਤੁਹਾਡਾ ਬਹੁਤ ਲੰਮਾ ਤਜਰਬਾ ਰਿਹਾ ਇਸ ਮਾਮਲੇ 'ਚ। ਨਹੀਂ, ਇਸ ਤਰ੍ਹਾਂ ਦਾ ਤਾਂ ਜਿਹੜੇ ਇਹਨੇ ਬਹੁਤ ਹਰ ਰੋਜ਼ ਹੀ ਤੁਸੀਂ ਮਹੀਨੇ ਦੇ ਵਿੱਚ ਸਾਡਾ ਬਿਜ਼ਨਸ ਦੀ ਦੇਖੋਗੇ ਕਾਰਕਰਦਗੀ, ਤਾਂ ਕੋਈ ਨਾ ਕੋਈ ਮਹੀਨੇ ਦੇ ਵਿੱਚ 1-2 ਕੇਸ ਤਾਂ ਇਹੋ ਜਿਹੇ ਹੁੰਦੇ ਹੀ ਨੇ ਜਿਹਦੇ ਵਿੱਚ ਜਿਹੜੇ ਵੱਡੇ ਕਾਂ ਉਹ ਵੀ ਕਾਬੂ ਆ ਕੇ ਮਾਰੇ ਜਾਂਦੇ ਨੇ। ਇੱਕ ਲੋਕਾਂ ਦਾ ਇਹ ਹੈ ਵੀ ਲੋਕ ਸਾਰਿਆਂ ਤੋਂ ਵੱਡੀ ਚੀਜ਼ ਤੁਸੀਂ ਪਹਿਲਾਂ ਗੱਲ ਕੀਤੀ ਸੀ, ਕਰਪਸ਼ਨ ਕਿਉਂ ਵੱਧਦੀ ਹੈਗੀ ਆ, ਵੀ ਲੋਕ ਇੰਤਜ਼ਾਰ ਹੀ ਨਹੀਂ ਕਰਨਾ ਚਾਹੁੰਦੇ ਹੈਗੇ ਜੀ। ਜਿਹੜੇ ਹੈ ਖੱਜਲ ਖੁਆਰੀ ਤੋਂ ਬਚਣ ਦੇ ਲਈ ਉਹ ਆਪਣੀ ਫਟਾਫਟ ਪੈਸੇ ਦੇਣ ਲਈ ਰਾਜੀ ਹੋ ਜਾਂਦੇ ਨੇ ਜੀ। ਤੇ ਇਹ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ, ਇਹ ਸਾਰੀ ਕੁਝ ਲੋਕਾਂ ਵੱਲੋਂ ਹੀ ਜਿਹੜੀ ਇਨਫੋਰਮੇਸ਼ਨ ਆਏਗੀ ਤਾਂ ਅਸੀਂ ਤਾਂ ਹਰ ਵੇਲੇ ਤਿਆਰ ਰਹਿੰਦੇ ਹਾਂ ਕਾਂ, ਜਿਹੜੇ ਤੁਸੀਂ ਕਹਿੰਦੇ ਹੋ ਕਾਂ ਟੰਗਣ ਦੇ ਲਈ। ਅਸੀਂ ਤੁਹਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਵੱਡੀ ਕਰਪਸ਼ਨ ਹੋ ਰਹੀ ਸੀ। ਪਿਛਲੇ ਦਿਨੀ ਜਿਹੜਾ ਅਸੀਂ ਕੇਸ ਦਰਜ ਕਰਕੇ ਉਹਦੇ ਵਿੱਚ 9 ਬੰਦੇ ਨੋਮੀਨੇਟ ਕੀਤੇ ਨੇ, 7 ਬੰਦੇ ਜਿਹੜੇ ਨੇ ਉਹਦੇ ਵਿੱਚ ਗ੍ਰਿਫਤਾਰ ਵੀ ਅਸੀਂ ਕਰ ਚੁੱਕੇ ਹਾਂ, ਸਾਰੇ ਜੇਲ੍ਹ ਦੇ ਵਿੱਚ ਨੇ। ਇਸ ਤਰ੍ਹਾਂ ਪਹਿਲਾਂ ਵੀ ਅਸੀਂ ਮਾਨਸਾ ਹੁੰਦੇ ਹੋਏ ਇੱਕ PWD ਦੇ ਵਿੱਚ ਐਕਸ਼ਨ ਸੀ, ਉਹਦੇ ਉੱਤੇ 7 ਮੁਕੱਦਮੇ ਮੈਂ ਦਰਜ ਕੀਤੇ ਸੀ ਇਕੱਠੇ। ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਬਹੁਤ ਨੇ ਪੰਜਾਬ ਦੇ ਵਿੱਚ ਹੁੰਦੇ ਰਹਿੰਦੇ ਨੇ। ਜੀ। ਇੱਕ ਤੁਹਾਡੀ ਕਵਿਤਾ ਬੜੀ ਪ੍ਰਸਿੱਧ ਸੀ ਵਿਰਕ ਸਾਹਿਬ ਇਸ ਮਾਮਲੇ 'ਚ। ਤੁਸੀਂ ਅਕਸਰ ਉਸ ਚੀਜ਼ ਤੇ ਸੁਣਾਉਂਦੇ ਵੀ, ਅਸੀਂ ਚਾਹੁੰਦੇ ਹਾਂ ਕਿ ਸਾਡੇ ਆਨਲਾਈਨ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰੋ ਜੋ ਤੁਹਾਡੇ ਆਪਣੇ ਵਰਤਾਰੇ ਨਾਲ ਸੰਬੰਧਿਤ ਹੈ ਕਿ ਸਾਡੇ ਸਿਸਟਮ ਦੇ ਵਿੱਚ ਚੋਰ ਤੇ ਕੁੱਤੀ ਆਪਸ ਦੇ ਵਿੱਚ ਕਿਵੇਂ ਰਲ ਜਾਂਦੇ ਨੇ, ਹਨਾ। ਇਹ ਇੱਕ ਬੜੀ ਵਿਹਾਰਕ ਐਗਜ਼ਾਮਪਲ ਵੀ ਹੈ, ਪਰ ਤੁਸੀਂ ਇਹਨੂੰ ਕਾਵਕ ਰੰਗ ਦਿੱਤਾ ਬਹੁਤ ਖੂਬਸੂਰਤੀ ਨਾਲ, ਤੇ ਇਹ ਜ਼ਰੂਰ ਕਵਿਤਾ ਅਸੀਂ ਸੁਣਨੀ ਚਾਹਾਂਗੇ ਤੁਹਾਡੇ ਤੋਂ। ਜੀ, ਹੁਣੇ ਸੁਣਨੀ ਚਾਹੋਗੇ? ਹਾਂ, ਬਿਲਕੁਲ ਜੀ, ਬਿਲਕੁਲ। ਜੀ। ਇਹ ਸੀ ਜੀ ਇਸ ਤਰ੍ਹਾਂ ਵੀ ਇੱਕ ਚੋਰ ਦੇ ਉੱਤੇ ਮੰਦੀ ਦਾ ਦੌਰ ਚੱਲ ਰਿਹਾ ਸੀ ਜੀ। ਕਾਫੀ ਚਿਰ ਤੋਂ ਉਹਦਾ ਕਿਤੇ ਦਾ ਨਹੀਂ ਸੀ ਲੱਗਿਆ ਹੈ, ਤੇ ਉਹ ਵੱਖਰੇ ਇਲਾਕਿਆਂ ਦੇ ਵਿੱਚ ਘੁੰਮਦਾ ਫਿਰਦਾ ਹੈ। ਕੋਈ ਵੇਖਦਾ ਹੈ ਵੀ ਕਿੱਥੇ ਆਪਾਂ ਚੋਰੀ ਕਰੀਏ ਤਾਂ ਚੰਗਾ ਮਾਲ ਮਿਲ ਜੇ ਆਪਾਂ ਨੂੰ। ਹੌਲੀ ਇਸ ਤਰ੍ਹਾਂ ਦੀ ਘੁੰਮਦਾ ਫਿਰਦਾ ਇੱਕ ਕੋਠੀ ਦੀ ਸ਼ਨਾਖਤ ਕਰਦਾ ਹੈ, ਅਗਰ ਵੀ ਇੱਥੇ ਆਪਾਂ ਚੋਰੀ ਕਰ ਲਈਏ ਤਾਂ ਆਪਾਂ ਨੂੰ ਚੰਗਾ ਮਾਲ ਪੱਤਾ ਹੱਥ ਲੱਗ ਸਕਦਾ ਹੈ। ਪਰ ਉਹ ਜਿਹੜੀ ਇਹ ਕੋਠੀ ਵਾਲਿਆਂ ਨੇ ਨਾ ਇੱਕ ਕੁੱਤੀ ਰੱਖੀ ਹੁੰਦੀ ਸੀ, ਉਹ ਕੁੱਤੀ ਬੜੀ ਚੌਕਸ ਹੁੰਦੀ ਸੀ ਤੇ ਉਹ ਚੋਰ ਦਾ ਦਾ ਨਹੀਂ ਸੀ ਲੱਗਣ। ਆਵਾਜ਼ ਤੁਹਾਡੀ ਬੰਦ ਹੋ ਗਈ ਸਰ।
ਜੀ ਉਹ ਜਿਹੜੀ ਕੁੱਤੀ ਹੈ ਉਹ ਹਰ ਵੇਲੇ ਜਿਹੜੀ ਇਹ ਚੌਕਸੀ ਨਾਲ ਆਪਣੀ ਡਿਊਟੀ ਕਰਦੀ ਸੀ ਬਹੁਤ। ਤੇ ਚੋਰ ਨੇ ਸੋਚਿਆ ਵੀ ਜਿੰਨਾ ਚਿਰ ਆਪਾਂ ਕੁੱਤੀ ਨਾਲ ਕੋਈ ਗੱਲਬਾਤ ਨਹੀਂ ਕਰਦੇ ਹੈ ਉਹਨਾਂ ਚਿਰ ਆਪਾਂ ਇੱਥੇ ਸਫਲ ਨਹੀਂ ਹੋ ਸਕਦੇ ਹੈ। ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਇੱਕ ਕਵਿਤਾ ਇਹ ਕੱਢੀ ਸੀ ਜੀ। ਭੁੱਖੇ ਮਰਦੇ ਚੋਰ ਨੇ ਇੱਕ ਦਿਨ ਮਨ ਆਪਣੇ ਨਾਲ ਕਰੀ ਸਲਾਹ, ਇੱਕ ਅਮੀਰ ਦੇ ਘਰ ਦੀ ਕੁੱਤੀ ਜਾ ਕੇ ਲਈ ਉਸ ਭੈਣ ਬਣਾ। ਕਹਿੰਦਾ ਭੈਣੇ ਮੈਂ ਡਿੱਠਾ ਹੈ ਬੜੀ ਹੈ ਸਖਤ ਡਿਊਟੀ ਤੇਰੀ, ਡਰ ਹੈ ਕਿਧਰੇ ਰੁਲ ਨਾ ਜਾਵੇ ਰਾਤਾਂ ਜਾਗ ਬਿਊਟੀ ਤੇਰੀ। ਬਾਹਰ ਨਿਕਲ ਕੇ ਵੇਖ ਤੂੰ ਮੌਜਾਂ ਕਿਵੇਂ ਸ਼ਹਿਰ ਦੇ ਕਰਦੇ ਕੁੱਤੇ, ਕਾਰਾਂ ਦੇ ਵਿੱਚ ਲੈਂਦੇ ਝੂਟੇ ਜਾਂ ਸੋਫੇ ਤੇ ਰਹਿੰਦੇ ਸੁੱਤੇ। ਉਹ ਦੁੱਧ ਮੀਟ ਤੇ ਆਂਡੇ ਖਾਵਣ ਮਿਲਣ ਤੈਨੂੰ ਪ੍ਰਸ਼ਾਦੇ ਸੁੱਕੇ, ਮੇਰਾ ਸਾਥ ਜੇ ਦੇਵੇਂ ਭੈਣੇ ਚੂਣ ਤੇਰੀ ਬਦਲਾ ਸਕਦਾ ਹਾਂ, ਉਹਨਾਂ ਕੁੱਤਿਆਂ ਨਾਲੋਂ ਵੱਧ ਕੇ ਐਸ਼ ਤੈਨੂੰ ਕਰਵਾ ਸਕਦਾ ਹਾਂ। ਕੀ ਬਾਤ। ਚੋਰ ਤੇ ਰੱਬ ਦੀ ਰਹਿਮਤ ਹੋ ਗਈ ਤੇ ਝਟਪਟ ਕੁੱਤੀ ਸਹਿਮਤ ਹੋ ਗਈ। ਚੋਰ ਤੇ ਰੱਬ ਦੀ ਰਹਿਮਤ ਹੋ ਗਈ ਤੇ ਝਟਪਟ ਕੁੱਤੀ ਸਹਿਮਤ ਹੋ ਗਈ। ਅਗਲੀ ਰਾਤ ਜਦ ਵੱਜੇ 12 ਕੰਧ ਤੇ ਲੱਗੀਆਂ ਕੱਟ ਕੇ ਤਾਰਾਂ, ਚਤਰ ਚੋਰ ਉਸ ਘਰ ਵਿੱਚ ਆਇਆ, ਬਿਸਕੁਟ ਕੇਕ ਤੰਦੂਰੀ ਮੁਰਗਾ ਪਾ ਝੋਲੇ ਵਿੱਚ ਨਾਲ ਲਿਆਇਆ। ਦੇਖ ਕੁੱਤੀ ਨੇ ਪੂਛ ਹਿਲਾਈ, ਨਾ ਭੌਂਕੀ ਨਾ ਰੌਲਾ ਪਾਇਆ, ਇਹ ਫਿਕਰ ਹੋ ਚੋਰ ਨੇ ਘਰ ਚੋਂ ਗਹਿਣਾ ਗੱਟਾ ਸਭ ਖਸਕਾਇਆ। ਉੱਠ ਕੇ ਦੇਖਿਆ ਜਦੋਂ ਸਵੇਰੇ ਤਾਂ ਸਾਹ ਮਾਲਕ ਦੇ ਤਾਹ ਨੂੰ ਚੜ ਗਏ, ਕੌਣ ਦੱਸੇ ਸਿਧਰੇ ਨੂੰ ਜਾ ਕੇ ਇਹ ਤਾਂ ਚੋਰ ਤੇ ਕੁੱਤੀ ਰਲ ਗਏ। ਕੀ ਬਾਤ ਹੈ। ਅੱਜ ਕੱਲ ਸਾਰੇ ਚੋਰ ਸਿਆਣੇ, ਦੀਪ ਸਾਹਿਬ ਜੀ 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 ਅੱਜ ਕੱਲ ਸਾਰੇ ਚੋਰ ਸਿਆਣੇ ਇਹੋ ਹੀ ਢੰਗ ਅਪਣਾ ਰਹੇ ਨੇ, ਚੋਰ ਤੇ ਕੁੱਤੀ ਦੋਵੇਂ ਰਲ ਕੇ, ਚੋਰ ਤੇ ਕੁੱਤੀ ਦੋਵੇਂ ਰਲ ਕੇ ਥਾਂ ਥਾਂ ਲੁੱਟ ਮਚਾ ਰਹੇ ਨੇ। ਦੇਸ਼ ਮੇਰਾ ਸੋਨੇ ਦੀ ਚਿੜੀਆ ਹੁਣ ਆਮ ਚਿੜੀ ਵੀ ਨਜ਼ਰ ਨਾ ਆਵੇ, ਕੀ ਮਰੂੰਗਾ ਵਤਨ ਮੇਰੇ ਦਾ ਵਾੜ ਜਿੱਥੇ ਖੇਤਾਂ ਨੂੰ ਖਾਵੇ, ਵਾੜ ਜਿੱਥੇ ਖੇਤਾਂ ਨੂੰ। ਕਿਆ ਬਾਤ ਹੈ। ਬਹੁਤ ਵਧੀਆ ਵਿਰਕ ਸਾਹਿਬ। ਸੱਚਮੁੱਚ ਤੁਹਾਡੇ ਵਰਗੇ ਸੰਵੇਦਨਸ਼ੀਲ ਬੰਦੇ ਤੋਂ ਹੀ ਆਸ ਕੀਤੀ ਜਾ ਸਕਦੀ ਹੈ ਕਿ ਇਸ ਕਿਸਮ ਦੇ ਮਹਿਕਮੇ 'ਚ ਰਹਿ ਕੇ ਤੇ ਇਸ ਕਿਸਮ ਦੀ ਸੋਚ ਨੂੰ ਸਾਂਭ ਕੇ ਤੇ ਇਸ ਕਿਸਮ ਦੀਆਂ ਕਵਿਤਾਵਾਂ ਲਿਖਣਾ। ਬਿਨਾਂ ਸ਼ੱਕ ਤੁਹਾਡਾ ਕੰਮ ਬਹੁਤ ਖੂਬਸੂਰਤ ਹੈ, ਪਰ ਪੁੱਛਦੇ ਸਵਾਲ ਬਹੁਤ ਸਾਰੇ ਨੇ। ਫਿਰ ਆਪਾਂ ਕਿਸੇ ਸਮੇਂ ਗੱਲ ਕਰਾਂਗੇ। ਹੁਣ ਆਪਾਂ ਗੱਲ ਡਾਕਟਰ ਲਖਵਿੰਦਰ ਸਿੰਘ ਗਿੱਲ ਵਾਲੇ ਪਾਸੇ ਆਉਂਦੇ ਆ ਜੀ। ਡਾਕਟਰ ਦੀਪ, ਮੈਂ ਇੱਕ ਗੱਲ ਥੋੜੀ ਜਿਹੀ ਇਹਦੇ ਚ ਐਡ ਕਰਦੀ ਆ। ਆਪਾਂ ਸਿਰਫ ਉਹਦੀਆਂ ਦੇਖੀਆਂ ਨੇ, ਮੈਂ ਜਿਹੜੀ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਕਰੋਨਾ ਕਾਲ ਆ, ਜੇਕਰ ਕੋਈ ਕੰਮ ਕਰ ਰਿਹਾ ਹੈ ਤਾਂ ਉਹ ਪੁਲਿਸ ਡਿਪਾਰਟਮੈਂਟ ਹੈ ਤੇ ਡਾਕਟਰਸ ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਤੇ ਬਹੁਤ ਸਾਰੇ ਜਿਹੜੇ ਪ੍ਰਭਾਵਿਤ ਵੀ ਹੋ ਰਹੇ ਨੇ, ਹੈ ਨਾ। ਤੇ ਇੱਕ ਮੈਂ ਵਿਰਕ ਸਾਹਿਬ ਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਡਿਊਟੀ ਆਵਰਸ ਕਿੰਨੇ ਨੇ? ਤੁਸੀਂ ਕਿੰਨੇ ਘੰਟੇ ਦਿਨ ਚ ਕੰਮ ਕਰਦੇ ਹੋ? ਜੀ ਦੇਖੋ, ਵੈਸੇ ਤਾਂ ਪੁਲਿਸ ਦੀ 24 ਘੰਟੇ ਡਿਊਟੀ ਹੈ, ਕਿਸੇ ਟਾਈਮ ਵੀ ਜਿਹੜਾ ਹੈ ਬੁਲਾਇਆ ਜਾ ਸਕਦਾ ਹੈ ਜੀ। ਪਰ ਜਿਹੜਾ ਹੈਗਾ ਜਿੰਨਾ ਚਿਰ ਜਾਗਦੇ ਰਹੀਦਾ, ਕੋਈ ਨਾ ਕੋਈ ਕੰਮ ਪੁਲਿਸ ਤਾਂ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ, ਕੋਈ ਨਾ ਕੋਈ ਜਿਹੜਾ ਹੈ ਬਿਜ਼ੀ ਹੋ ਰਹੀਦਾ ਹੈ। ਆਪਦੇ ਪੁਲਿਸ ਤੋਂ ਬਾਹਰਲੇ ਜਿਹੜੇ ਕੰਮ ਨੇ ਉਹ ਬਹੁਤ ਘੱਟ ਹੁੰਦੇ ਨੇ, ਪੁਲਿਸ ਦੇ ਕੰਮ ਦੇ ਵਿੱਚ ਹੀ ਜਿਹੜਾ ਪਰਿਵਾਰ ਨੂੰ ਕਿੰਨਾ ਟਾਈਮ ਦੇ ਪਾਉਂਦੇ ਹੋ? ਪਰਿਵਾਰ ਨੂੰ ਟਾਈਮ ਦੇਣ ਕਰਕੇ ਵਿਜੀਲੈਂਸ ਚ ਆਏ ਹਾਂ। ਸਾਡੇ ਦਰਸ਼ਕਾਂ ਨੂੰ ਮੈਂ ਦੱਸਾਂ ਕਿ ਸਾਡੇ ਮੈਡਮ ਸੋਲ ਦੇ ਹਸਬੈਂਡ ਵੀ ਬਹੁਤ ਵੱਡੇ ਅਫਸਰ ਨੇ ਪੁਲਿਸ ਦੇ ਵਿੱਚ, ਸੋ ਇਹਨਾਂ ਨੂੰ ਤਜਰਬੇ ਵੀ ਨੇ ਕੁਛ ਇਸ ਮਾਮਲੇ ਦੇ ਵਿੱਚ। ਉਹ ਵੀ ਕਦੇ ਆਪਾਂ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਉਹਨਾਂ ਨਾਲ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਇਸ ਐਂਗਲ ਤੋਂ। ਤੇ ਹੁਣ ਆਪਾਂ ਮੇਰਾ ਕਹਿੰਦਾ ਦੀਪ ਜੀ, ਮੇਰਾ ਸਿਰਫ ਇੰਨਾ ਕੁ ਭਾਵ ਸੀਗਾ ਕਿ ਜਿਹੜੇ ਪੁਲਿਸ ਡਿਪਾਰਟਮੈਂਟ ਆ, ਸਾਡੀ ਜਨਸੰਖਿਆ ਬਹੁਤ ਆ, ਉਹਦੇ ਰੇਸ਼ੋ ਦੇ ਵਿੱਚ ਪੁਲਿਸ ਦੇ ਵਿੱਚ ਸਾਡੇ ਕੋਲੇ ਬਹੁਤ ਘੱਟ ਨੇ, ਔਰ ਪ੍ਰਮੋਸ਼ਨਸ ਨਹੀਂ ਹੁੰਦੀਆਂ ਬਹੁਤ ਲੰਮਾ ਸਮਾਂ, ਜਿਹੜੇ ਕਿ ਉਹਦੇ ਚ ਰੈਂਕਰਸ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ। ਫਿਰ ਇਹਨਾਂ ਦੀ ਸੀਨੀਅਰਿਟੀਜ਼ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੋਲੀਟੀਕਲ ਪ੍ਰੈਸ਼ਰ ਹੁੰਦਾ, ਉਹ ਪੋਲੀਟੀਕਲ ਪ੍ਰੈਸ਼ਰ ਹੀ ਸਿਫਾਰਿਸ਼ਾਂ ਬਣਦਾ, ਉਹ ਪੋਲੀਟੀਕਲ ਪ੍ਰੈਸ਼ਰ ਹੀ ਲੋਕਾਂ ਨੂੰ ਤੰਗ ਮਤਲਬ ਕਰਦਾ ਹੈਗਾ, ਪਰੇਸ਼ਾਨੀ ਹੁੰਦੀ ਆ। ਸੋ ਜੇਕਰ ਇਹ ਰੇਸ਼ੋ ਠੀਕ ਹੋਵੇ, ਇਹਨਾਂ ਕੋਲ ਇਕਵਿਪਮੈਂਟਸ ਹੋਣ, ਇਹਨਾਂ ਕੋਲੇ ਆਵਾਜਾਈ ਦੇ ਉਹ ਗੱਡੀਆਂ ਜੀਪਾਂ ਮੋਟਰਸਾਈਕਲ ਹੋਣ, ਖੈਰ ਬਹੁਤ ਫਰਕ ਪਿਆ ਅੱਗੇ ਨਾਲੋਂ, ਬਹੁਤ ਫਰਕ ਆ, ਪਰ ਸਟਿਲ ਅਜੇ ਬਹੁਤ ਸਾਰੀ ਸੰਭਾਵਨਾ ਹੈ ਇਸ ਕੰਮ ਦੀ। ਹੁਣ ਤੁਸੀਂ ਦੇਖੋ, ਆਪਾਂ ਇਸ ਟਾਈਮ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਲੋਕ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਖਾਣੇ ਦੇ ਲਿਫਾਫੇ ਦਿੰਦੇ ਦੇਖੇ ਗਏ ਆ,
ਸੋ ਜੀ। ਉਹ ਨਿਰਸਵਾਰਥ ਕੰਮ ਕਰਦੇ ਨੇ। ਔਰ ਤੁਸੀਂ ਸਿੰਪਲ ਇਹ ਨਾ ਕਹੋ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਕਰਪਸ਼ਨ ਆ। ਕਿਹੜੇ ਵਿਭਾਗ ਦੇ ਵਿੱਚ ਕਰਪਸ਼ਨ ਨਹੀਂ ਹੈ? ਡਾਕਟਰਸ ਦੇ ਵਿੱਚ ਨਹੀਂ ਹੈ, ਜਾਂ ਪੋਲਿਟਿਕਸ ਦੇ ਵਿੱਚ ਨਹੀਂ ਹੈ, ਜਾਂ ਟੀਚਰਸ ਦੇ ਵਿੱਚ ਨਹੀਂ ਹੈ, ਜਾਂ ਯੂਨੀਵਰਸਿਟੀਆਂ ਵਿੱਚ ਨਹੀਂ ਹੈ। ਹਰ ਇੱਕ ਥਾਂ ਤੇ ਕਰਪਸ਼ਨ ਹੈ, ਪਰ ਜੀ, ਸਿਰਫ ਜੀ। ਅਸੀਂ ਇਹਨਾਂ ਨੂੰ ਹੀ ਕਿਉਂ ਪੁਆਇੰਟ ਆਊਟ ਕਰਦੇ ਹਾਂ? ਔਰ ਜੀ, ਇਹ ਜੀ। ਇਹਨਾਂ ਦੀ ਇਹ ਵੀ ਸਮੱਸਿਆ ਹੁੰਦੀ ਹੈ ਕਿ ਇਹਨਾਂ ਦੇ ਆਪਣੀ ਫੈਮਿਲੀ ਨੂੰ ਟਾਈਮ ਦੇ ਹੀ ਨਹੀਂ ਪਾਉਂਦੇ, ਔਰ ਬੜੇ ਹੋਰ ਤਰ੍ਹਾਂ ਦੇ ਹਾਲਾਤ। ਇੱਕ ਬੰਦਾ ਬਿਮਾਰ ਆ, ਸਵੇਰ ਤੋਂ ਲਾਂਡਰਾ ਚੌਂਕ 'ਚ ਖੜਾ ਹੈ, ਉਹ ਟ੍ਰੈਫਿਕ ਨੂੰ ਹੈਂਡਲ ਕਰ ਰਿਹਾ ਹੈ। ਮਾਸਕ ਚਲੋ ਹੁਣ ਪਾਉਣਾ ਸ਼ੁਰੂ ਹੋਇਆ, ਪਰ ਉਹ ਵਿਚਾਰੇ ਨੂੰ ਜੇ ਦਵਾਈ ਦੀ ਲੋੜ ਆ, ਉਹਨੂੰ ਚਾਹ ਦੀ ਲੋੜ ਹੈ, ਜਾਂ ਉਹਨੂੰ ਕੁਝ ਵੀ, ਤੇ ਨੋਬਡੀ ਕੇਅਰਸ। ਉਹ ਰੂਟ ਤੇ ਖੜਾ ਹੈ, ਰੂਟ ਤੇ 6 ਵਜੇ VIP ਨੇ ਲੰਘਣਾ, ਉਹਨੂੰ 5 ਵਜੇ ਖੜਾ ਕਰ ਦਿੱਤਾ ਜਾਂਦਾ ਹੈ। ਮਤਲਬ ਸਾਡਾ ਸਿਸਟਮ ਖਰਾਬ ਹੈ, ਜੀ, ਜੀ। ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਜੀ ਮੈਮ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ। ਪੁਲਿਸ ਦੀ ਜਿਹੜੀ ਡਿਊਟੀ ਆ ਬਹੁਤ ਜੋਖਮ ਭਰੀ ਹੈ, ਤੇ ਪੁਲਿਸ ਦਾ ਕੰਮ ਦੂਜੇ ਕੰਮਾਂ, ਦੂਜੇ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਔਖਾ ਵੀ ਹੈ। ਪਰ ਫਿਰ ਵੀ ਜਿੱਥੇ ਕਿਤੇ ਇਹੋ ਜਿਹੀਆਂ ਕਮਜ਼ੋਰੀਆਂ ਨੇ, ਉਹਨਾਂ ਤੇ ਉਂਗਲ ਰੱਖੀ ਜਾਣੀ ਚਾਹੀਦੀ ਹੈ। ਉਹਨਾਂ ਦੀ ਮੁਸ਼ਕਲਾਂ ਵੀ ਸੁਣੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਤੇ ਜਿਹੜਾ ਦਬਾਅ ਹੈ ਕੰਮ ਦਾ, ਉਹ ਵੀ ਦੇਖਿਆ ਜਾਣਾ ਚਾਹੀਦਾ। ਪਰ ਜਿੰਨੀ ਦੇਰ ਤੱਕ ਆਪਾਂ ਇਹਨਾਂ ਸਾਰੇ ਮਸਲਿਆਂ ਤੇ ਉਂਗਲਾਂ ਨਹੀਂ ਰੱਖਾਂਗੇ, ਉਨੀ ਦੇਰ ਤੱਕ ਇਹਦੇ ਵਿੱਚ ਸੁਧਾਰ ਦੀ ਆਸ ਵੀ ਬਹੁਤ ਘੱਟ ਹੈ। ਇਸੇ ਕਰਕੇ ਆਪਾਂ ਬਾਬਾ ਫਰੀਦ ਕਹਿੰਦਾ ਕਿ ਆਪਣੇ ਲਈ ਗਰੀਬਾਨ ਨੇ ਸਿਰ ਨੀਵਾਂ ਕਰ ਦੇਖ। ਕੁਝ ਗੱਲਾਂ ਆਪਾਂ ਵਿਰਕ ਸਾਹਿਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਐਂਗਲ ਤੋਂ, ਤੇ ਅਜੇ ਬਹੁਤ ਕੁਝ ਹੈ ਜੋ ਜਿਨ੍ਹਾਂ ਬਾਰੇ ਗੱਲ ਕਰਨੀ ਬਣਦੀ ਹੈ। ਜੀ, ਹੁਣ ਆਪਾਂ ਡਾਕਟਰ ਲਖਵਿੰਦਰ ਸਿੰਘ ਗਿੱਲ ਹੋਰਾਂ ਵਾਲੇ ਪਾਸੇ ਆਉਣੇ। ਇਹ ਵੀ ਸਾਡੇ ਕੋਲੇ ਦੂਜੇ ਅਫਸਰ ਨੇ ਜਿਹੜੇ ਸਿੱਧੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਹੋਏ ਨੇ। ਹੁਣੇ ਜਸਟ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਰਿਟਾਇਰਮੈਂਟ ਲੈ ਕੇ ਆਪਣੇ ਘਰ ਦੇ ਵਿੱਚ ਆਏ ਨੇ। ਲੰਮਾ ਸਮਾਂ ਇਹਨਾਂ ਨੇ ਟੀਚਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਆਫੀਸਰ ਜੌਬ ਤੇ ਕੰਮ ਕੀਤੀ ਹੈ। ਡਾਕਟਰ ਲਖਵਿੰਦਰ ਸਿੰਘ ਜੀ, ਮੈਂ ਤੁਹਾਡੇ ਤੋਂ ਪਹਿਲੀ ਗੱਲ ਇਹ ਪੁੱਛਣਾ ਚਾਹੁੰਦਾ ਕਿ ਕਰੋਨਾ ਕਾਲ ਦੇ ਵਿੱਚ ਸਭ ਤੋਂ ਵੱਧ ਸੰਕਟ ਜਿਹੜਾ ਆਇਆ ਨਾ, ਉਹ ਸਿੱਖਿਆ ਤੇ ਆਇਆ ਹੈ। ਸਕੂਲ ਕਾਲਜ ਸੁੰਨੇ ਪਏ ਨੇ, ਵਿਦਿਆਰਥੀ ਘਰਾਂ ਦੇ ਵਿੱਚ ਬਹੁਤ ਨਿਰਾਸ਼ ਹੋ ਚੁੱਕੇ ਨੇ। ਅਧਿਆਪਕ, ਮਾਪੇ ਆਪੋ ਆਪਣੀ ਥਾਂ ਤੇ ਬਹੁਤ ਫਿਕਰਮੰਦ ਵੀ ਜ਼ਾਹਿਰ ਕਰ ਰਹੇ ਨੇ। ਤੁਸੀਂ ਇਸ ਸਾਰੇ ਫੈਨੋਮੇਨੇ ਬਾਰੇ ਕੀ ਕਹੋਗੇ? ਦੀਪ ਸਾਹਿਬ, ਤੁਸੀਂ ਬੜੀ ਸਹੀ ਗੱਲ ਕੀਤੀ ਹੈ ਕਿ ਇਸ ਵੇਲੇ ਯੂਨੀਵਰਸਿਟੀਆਂ, ਕਾਲਜ ਬੰਦ ਨੇ, ਸਾਰੀਆਂ ਸੰਸਥਾਵਾਂ ਬੰਦ ਪਈਆਂ ਨੇ। ਉਹਦਾ ਜਿਵੇਂ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਸੰਕਟ ਇਹੋ ਜਿਹਾ ਸੰਕਟ ਹੈ ਕਿ ਜਿਹੜਾ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਸ਼ਾਇਦ ਵਰਲਡ ਵਾਰ ਤੋਂ ਬਾਅਦ, ਵਰਲਡ ਵਾਰ ਸੈਕੰਡ ਤੋਂ ਬਾਅਦ ਇਹੋ ਜਿਹਾ ਸੰਕਟ ਆਇਆ ਇਸ ਦੁਨੀਆ ਤੇ। ਭਾਰਤ ਵੀ ਉਹਦੇ ਅਸਰ ਹੇਠ ਆਇਆ, ਤੇ ਅਸੀਂ ਪੰਜਾਬੀ ਵੀ ਸਾਰੇ ਜਿਹਦੀ ਅੱਜ ਗੱਲ ਕਰਾਂਗੇ ਉਹਦੇ ਅਸਰ ਹੇਠ ਆਇਆ। ਔਰ ਇਹ ਅਚਾਨਕ ਇਹੋ ਜਿਹਾ ਸਿਸਟਮ ਪਹਿਲੀ ਵਾਰੀ ਹੋਇਆ ਕਿ ਪੂਰੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਇੱਕਦਮ ਬੰਦ ਹੋ ਜਾਣ 21 ਮਾਰਚ ਤੋਂ ਬਾਅਦ, ਜਦੋਂ ਕਿ ਕਿਸੇ ਨੂੰ ਕੋਈ ਸੁਪਨਾ ਵੀ ਨਹੀਂ ਸੀ, ਨਾ ਕਿਸੇ ਟੀਚਰ ਨੂੰ, ਨਾ ਕਿਸੇ ਬੱਚੇ ਨੂੰ, ਸਟੂਡੈਂਟ ਨੂੰ ਇਹ ਸੀ, ਨਾ ਵਿਭਾਗ ਨੂੰ ਪਤਾ ਸੀ। ਪਰ ਉਹਦੇ ਨਾਲ ਕੀ ਹੋਇਆ ਕਿ ਜਦੋਂ ਇਹ ਸਾਰਾ ਕੁਝ ਅਚਾਨਕ ਹੋ ਗਿਆ, ਕਲਾਸਰੂਮ ਵਰਕ ਚੱਲ ਰਿਹਾ ਸੀ, ਕਾਲਜ ਯੂਨੀਵਰਸਿਟੀਆਂ ਚੱਲ ਰਹੇ ਸੀ, ਤੇ ਉਹਦੇ ਸਰਕਾਰ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਕਿ ਅਚਾਨਕ ਆਨਲਾਈਨ ਜਿਹੜੀ ਕਲਾਸਿਸ ਆ ਉਹਦਾ ਆਰਡਰ ਕਰਦੇ। ਜਦੋਂ ਆਨਲਾਈਨ ਕਲਾਸਿਸ ਜਾਂ ਆਨਲਾਈਨ ਈ ਲਰਨਿੰਗ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਕਨਸੈਪਟ ਤੇ ਸਾਰੇ ਅਸੀਂ ਇਹਦੇ ਬਾਰੇ ਜਾਣਦੇ ਹਾਂ, ਬੱਚੇ ਵੀ ਜਾਣਦੇ ਆ, ਪਰ ਇੰਨੀ ਛੇਤੀ ਕਲਾਸਰੂਮ ਵਰਕ ਤੋਂ, ਕਲਾਸਰੂਮ ਟੀਚਿੰਗ ਤੋਂ ਸ਼ਿਫਟ ਕਰਨਾ ਪੈ ਜਾਏਗਾ, ਉਹ ਕਦੀ ਵੀ ਕਿਸੇ ਨੇ ਨਹੀਂ ਸੀ ਸੋਚਿਆ। ਸੋ ਨਾ ਦੇ ਉਹਦੇ ਲਈ ਕਾਲਜ ਮੈਨੇਜਮੈਂਟ ਤਿਆਰ ਸੀ, ਕੋਈ ਸ਼ੱਕ ਨਹੀਂ, ਸਰਕਾਰ ਨੇ ਆਰਡਰ ਕਰਤੇ, ਨਾ ਅਧਿਆਪਕ ਉਹਦੇ ਲਈ ਤਿਆਰ ਸਨ, ਨਾ ਵਿਦਿਆਰਥੀ ਤਿਆਰ ਸਨ, ਕਿਉਂਕਿ ਉਹਦੇ ਲਈ ਕਈ ਕੁਝ ਚਾਹੀਦਾ ਹੁੰਦਾ। ਸਭ ਤੋਂ ਪਹਿਲਾਂ ਜੇ ਬੱਚਿਆਂ ਦੀ ਗੱਲ ਕਰ ਲਈਏ, ਉੱਥੇ ਈ ਲਰਨਿੰਗ 'ਚ ਅਸੀਂ ਇਹ ਸਾਰਿਆਂ ਨੇ ਅਸਿਊਮ ਕਰ ਲਿਆ ਕਿ ਸਾਰਿਆਂ ਕੋਲ ਹੀ ਇਨਫਰਾਸਟ੍ਰਕਚਰ ਹੈਗਾ, ਸਾਰਿਆਂ ਬੱਚਿਆਂ ਕੋਲ ਮੋਬਾਈਲ ਨੇ, ਸਾਰਿਆਂ ਕੋਲ ਹੀ ਕਨੈਕਟੀਵਿਟੀ ਹੈਗੀ ਆ। ਜਦੋਂ ਕਿ ਅਸੀਂ ਜਾਣਦੇ ਹਾਂ ਕਿ ਮਤਲਬ ਐਗਰੀਕਲਚਰ ਸੈਕਟਰ, ਸਪੈਸ਼ਲੀ ਰੂਰਲ ਏਰੀਆ ਜਾਂ ਟਰਾਈਬਲ ਏਰੀਆਜ਼ ਜਿਹੜੇ ਨੇ, ਉੱਥੇ ਇਹ ਕਨੈਕਟੀਵਿਟੀ ਦੀ ਸਭ ਤੋਂ ਪਹਿਲਾਂ ਪ੍ਰੋਬਲਮ ਹੈ। ਦੂਸਰੇ ਪਾਸੇ ਇਹ ਸੀ, ਜੇ ਮੰਨ ਲਓ ਕਿਸੇ ਦੇ ਘਰ 2 ਬੱਚੇ ਪੜ੍ਹ ਰਹੇ ਆ, ਤੇ ਇਹ ਅਸੀਂ ਅਸਿਊਮ ਕਰ ਲਿਆ ਕਿ ਦੋਨਾਂ ਬੱਚਿਆਂ ਵਾਸਤੇ ਸਮਾਰਟਫੋਨ ਹੈਗੇ ਨੇ, ਪੇਰੈਂਟਸ ਵਾਸਤੇ ਵੱਖਰਾ ਹੈਗਾ। ਤੀਸਰਾ ਇੱਕ ਗੱਲ ਹੋਰ ਜਿਹੜੀ ਬੜੀ ਆਈ, ਜਿਹੜੀ ਕਿ ਤੁਸੀਂ ਕਹਿੰਦੇ ਹੋ ਸਾਰੇ ਬੜੇ ਭੰਬਲ ਭੂਸੇ 'ਚ ਪਏ ਨੇ, ਫਿਕਰਮੰਦ ਨੇ, ਇਹੋ ਕਾਰਨ ਸੀਗਾ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਕਿਹਾ ਕਿ ਆਨਲਾਈਨ, ਤੇ ਇਹ ਡਿਫਰੈਂਸ਼ੀਏਟ ਹੀ ਨਹੀਂ ਹੋ ਸਕਿਆ ਕਿ ਆਨਲਾਈਨ ਜਦੋਂ ਅਸੀਂ ਕਹਿ ਰਹੇ ਹਾਂ ਉੱਥੇ ਯੂਨੀਵਰਸਿਟੀਆਂ ਵੀ ਆ ਗਈਆਂ, ਕਾਲਜ ਵੀ ਆ ਗਏ, ਜਦੋਂ ਕਿ ਐਜੂਕੇਸ਼ਨ ਦੇ 3 ਸੈਕਟਰ ਨੇ, ਹਾਇਰ ਐਜੂਕੇਸ਼ਨ ਹੈ, ਫਿਰ ਸਕੂਲ ਐਜੂਕੇਸ਼ਨ ਹੈ, ਫਿਰ ਪ੍ਰਾਇਮਰੀ ਐਜੂਕੇਸ਼ਨ ਹੈ, ਉਹ ਸਾਰਿਆਂ ਤੇ ਇੱਕੋ ਫੀਤਾ ਲੱਗ ਗਿਆ। ਉਹਦੇ ਲਈ ਜਿਹੜੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਪਹਿਲੀ, ਦੂਸਰੀ, ਜਿਹੜੇ ਤੀਸਰੀ 'ਚ ਬੱਚੇ ਪੜ੍ਹਦੇ ਸੀ, ਉਹਨਾਂ ਨੇ ਕੀ ਈ ਲਰਨਿੰਗ ਕਰਨੀ ਸੀ, ਉਹਨਾਂ ਦੇ ਕੀ ਆਨਲਾਈਨ ਲਰਨਿੰਗ ਕਰਨੀ ਸੀ, ਪੇਰੈਂਟਸ ਉਹਦੇ ਨਾਲ। ਮੈਂ ਇਹ ਮਹਿਸੂਸ ਕਰਦਾ ਕਿ ਇਸ ਸੰਕਟ 'ਚ ਜਾਂ ਹਰ ਘਰ 'ਚ ਜਾਂ ਅਧਿਆਪਕ ਹੋਏਗਾ,
ਤੇ ਜੇ ਬੱਚਾ ਤੇ ਹੋਏਗਾ, ਜਦੋਂ ਬੱਚਾ ਕਿਸੇ ਸਕੂਲ ਜਾ ਰਿਹਾ, ਕਾਲਜ ਜਾ ਰਿਹਾ, ਤੇ ਆਬਵੀਅਸਲੀ ਇਹ ਵੀ ਪੇਰੈਂਟਸ ਵੀ ਡਿਸਟਰਬ ਹੋਏ। ਸੋ ਇਹਨੇ ਤਿੰਨ ਤਰ੍ਹਾਂ ਨੂੰ ਡਿਸਟਰਬ ਕਰਕੇ ਰੱਖਤਾ। ਇੱਕ ਤੇ ਮੈਨੇਜਮੈਂਟ, ਦੂਸਰੀ ਟੀਚਰਸ, ਤੀਸਰਾ ਇਹ ਕਿ ਬੱਚੇ ਤੇ ਬੱਚਿਆਂ ਦੇ ਪੇਰੈਂਟਸ। ਸੋ ਇਹ ਗੱਲ ਠੀਕ ਸੀ ਕਿ ਉਹ ਬੜੇ ਇੱਕ ਵਾਰੀ ਦੇ ਆਰ ਔਨ ਦਾ ਕ੍ਰਾਸ ਰੋਡਸ। ਬਟ ਮੈਂ ਫਿਰ ਵੀ ਮਹਿਸੂਸ ਕਰਦਾ ਕਿ ਸਾਡੀ ਐਜੂਕੇਸ਼ਨ ਵੀ ਇਹੀ ਗੱਲ ਕਹਿੰਦੀ ਹੈ, ਸਾਡੀ ਫਿਲਾਸਫੀ ਵੀ ਇਹ ਗੱਲ ਕਹਿੰਦੀ ਹੈ, no lock is without key। ਅਜੇ ਤੱਕ ਕੋਈ ਜਿੰਦਰਾ ਨਹੀਂ ਬਣਿਆ ਜਿਹਦੀ ਚਾਬੀ ਨਾ ਹੋਏ। ਕਈ ਸੰਕਟ ਚ ਚੰਗੀਆਂ ਗੱਲਾਂ ਨਿਕਲਦੀਆਂ ਨੇ, ਔਰ ਅਸੀਂ ਦੇਖਾਂਗੇ ਕਿ ਟੈਂਪਰੇਰੀਲੀ ਸਾਨੂੰ ਇਹ ਬਹੁਤ ਮੁਸ਼ਕਲ ਆ ਰਹੀਆਂ ਨੇ, ਪਰ ਇਹਦੇ ਚੋਂ ਚੰਗੀਆਂ ਗੱਲਾਂ ਨਿਕਲਣਗੀਆਂ। ਜਿਹੜੀ ਈ-ਲਰਨਿੰਗ ਦੀ ਅਸੀਂ ਕਦੀ ਗੱਲ ਕਰਦੇ ਸੀ ਨਾ, ਉਹ ਟ੍ਰੈਡੀਸ਼ਨ ਤੋਂ ਤੋੜਨ ਵਾਸਤੇ, ਕਲਾਸਰੂਮ ਟੀਚਿੰਗ ਨੂੰ ਤੋੜਨਾ, ਉੱਥੋਂ ਸਿਸਟਮ ਨੂੰ ਕੱਟਣਾ ਬੜਾ ਔਖਾ ਸੀ, ਕਿਉਂਕਿ ਚੇਂਜ ਅਸੀਂ ਐਕਸੈਪਟ ਨਹੀਂ ਕਰਦੇ। ਸੋ ਇਸ ਕਰਕੇ ਇਹ ਪ੍ਰੋਬਲਮ ਆਈ ਕਿ, ਪਰ ਇਹ ਐਟ ਦਾ ਸੇਮ ਟਾਈਮ ਵੀ ਸ਼ੁਡ ਨਾਟ ਬੀ ਵਰੀਡ। ਇਹਦੇ ਚੋਂ ਕੋਈ ਵਧੀਆ ਹੱਲ ਨਿਕਲੇਗਾ। ਚੇਂਜ ਹਮੇਸ਼ਾ ਇਸ ਤਰ੍ਹਾਂ ਹੀ ਆਉਂਦੀ ਹੈ ਜਿਹਦੇ ਲਈ ਨਾਰਮਲੀ ਅਸੀਂ ਤਿਆਰ ਨਹੀਂ ਹੁੰਦੇ। ਜੀ ਡਾਕਟਰ ਸਾਹਿਬ, ਇਹਦੇ ਨਾਲ ਹੀ ਜੁੜਿਆ ਹੈ ਗੱਲ, ਆਪਾਂ ਆਨਲਾਈਨ ਲਰਨਿੰਗ ਦੀ ਗੱਲ ਕੀਤੀ ਹੈ। ਸੰਕਟ ਦੇ ਦੌਰ ਦੇ ਵਿੱਚ ਸਾਡੀ ਜਿਹੜੀ ਮਾਨਸਿਕਤਾ ਹੁੰਦੀ ਹੈ ਉਹ ਸਧਾਰਨ ਨਹੀਂ ਹੁੰਦੀ ਹੈਗੀ। ਹਰ ਬੰਦਾ ਸੰਕਟ ਦੇ ਮੋੜ 'ਚ ਹੁੰਦਾ ਹੈ ਨਾ। ਤੁਹਾਨੂੰ ਕੀ ਲੱਗਦਾ ਹੈ ਕਿ ਸੰਕਟ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਰਵਾਇਤੀ ਵਿਸ਼ੇ ਪੜ੍ਹਾ ਰਹੇ ਹਾਂ ਤੇ ਰਵਾਇਤੀ ਤਰ੍ਹਾਂ ਦਾ ਸਿਲੇਬਸ ਉਸੇ ਰੂਪ ਦੇ ਵਿੱਚ ਕਰਾ ਰਹੇ ਹਾਂ, ਤੁਹਾਨੂੰ ਕੀ ਲੱਗਦਾ ਕਿ ਸੰਕਟ ਦਾ ਸਿਲੇਬਸ ਕੋਈ ਵੱਖਰਾ ਨਹੀਂ ਹੋਣਾ ਚਾਹੀਦਾ? ਸੰਕਟ ਦੀਆਂ ਪਰਤਾਂ ਕੀ ਨੇ, ਉਹਦੇ ਪ੍ਰਭਾਵ ਕੀ ਨੇ, ਉਹਦੇ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਸੰਕਟ ਦੇ ਦੌਰ ਦੇ ਵਿੱਚ ਖੁਸ਼ ਕਿਵੇਂ ਰਿਹਾ ਜਾ ਸਕਦਾ ਹੈ, ਕੀ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਸਾਡੇ ਸਿਲੇਬਸ ਦੇ ਵਿੱਚ? ਤੁਸੀਂ ਹਾਂਜੀ ਦੀਪ ਸਾਹਿਬ, ਬਹੁਤ ਵਧੀਆ ਗੱਲ ਕੀਤੀ ਹੈ। ਮੈਂ ਇਸ ਗੱਲ ਤੇ ਆਉਣਾ ਚਾਹੁੰਦਾ ਸੀ ਕਿ ਬੜੀ ਦੇਰ ਹੋ ਗਈ ਜਦੋਂ ਦਾ ਅੰਗਰੇਜ਼ ਸਾਡੇ ਦੇਸ਼ ਨੂੰ ਛੱਡ ਕੇ ਗਏ, ਅਸੀਂ ਉਹਨਾਂ ਦੇ ਸਿਸਟਮ ਨੂੰ ਅਜੇ ਵੀ ਜੱਫਾ ਮਾਰ ਕੇ ਬੈਠੇ ਹਾਂ ਜੀ। ਉਹ ਸਿਸਟਮ ਅੱਜ ਵੀ ਚੱਲ ਰਿਹਾ, ਉਹ ਟ੍ਰੈਡੀਸ਼ਨਲ ਸਬਜੈਕਟ ਚੱਲ ਰਿਹਾ। ਤਾਂ ਤੁਸੀਂ, ਮੈਂ ਸ਼ਾਇਦ ਤੁਹਾਨੂੰ ਯਾਦ ਹੋਵੇ, ਸਾਡੇ ਜਿਹੜੇ ਉਹੀ ਅੱਜ ਤੇ ਫਿਰ ਸ਼ਾਇਦ 10 ਨੰਬਰ ਦੀ ਜਾਂ 5 ਨੰਬਰ ਦੀ ਕਿਤੇ ਅਸੈਸਮੈਂਟ ਹੋਵੇ, ਸਾਨੂੰ 20 ਨੰਬਰ ਦੇ 5 ਸਵਾਲ ਆਉਂਦੇ ਸੀ। ਜੇ ਕਿਸੇ ਦਾ ਇੱਕ ਸਵਾਲ ਵੀ ਛੁੱਟ ਜਾਂਦਾ ਸੀ ਤੇ ਪਹਿਲੇ 4 ਸਵਾਲ ਵੀ ਖਾਤੇ ਪੈ ਜਾਂਦੇ ਸੀ। ਅੱਜ ਵੀ ਤਕਰੀਬਨ ਇਹੀ ਸਿਸਟਮ ਹੈ ਕਿ ਜੇ ਬੱਚਾ ਸਾਰਾ ਸਮੈਸਟਰ ਪੜ੍ਹਦਾ, ਐਨੂਅਲ ਚ ਚਲੋ ਸਮੈਸਟਰ ਤੇ ਹੋ ਗਿਆ, ਜੇ ਸਮੈਸਟਰ ਚ ਬੱਚਾ ਪੜ੍ਹ ਗਿਆ, ਜੇ ਪੇਪਰ ਵਾਲੇ ਦਿਨ ਬਿਮਾਰ ਹੋ ਗਿਆ ਮੰਨ ਲਓ, ਉਹਦੀ ਸਾਰੀ ਕੀਤੀ ਕਰਾਈ ਕੁਝ ਪੈ ਸਕਦੀ ਹੈ। ਹਾਂ, ਉਹ ਟ੍ਰੈਡੀਸ਼ਨਲ ਸਿਸਟਮ ਨੂੰ ਸਾਨੂੰ ਚੇਂਜ ਕਰਨਾ ਪੈਣਾ ਸੀ, ਜਿਹਦੇ ਲਈ ਅਸੀਂ ਤਿਆਰ ਨਹੀਂ ਹੋਏ ਹੁਣ ਤੱਕ। ਉਹ ਹੋ ਜਾਣੀਆਂ ਚਾਹੀਦੀਆਂ ਸੀ। ਉਹ ਬਾਹਰਲੇ ਸਿਸਟਮ ਅਸੀਂ ਹੋਰ ਤੇ ਸਾਰੇ ਅਸੀਂ ਅਕਵਾਇਰ ਕਰ ਰਹੇ ਹਾਂ, ਪਰ ਇਹ ਨਹੀਂ ਉੱਥੇ ਹਰ ਵੀਕਲੀ ਟੈਸਟ ਹੁੰਦਾ ਜਾਂ ਮੰਥਲੀ ਟੈਸਟ ਹੁੰਦੇ ਨੇ, ਜਾਂ ਇਹ ਹੈ ਕਿ ਬੱਚੇ ਦੀ ਰੋਜ਼ ਦੀ ਪਰਫਾਰਮੈਂਸ ਵੇਖ ਕੇ ਬੱਚੇ ਨੂੰ ਉਹਨੂੰ ਅਸੈਸ ਅਸੀਂ ਕਰਦੇ ਹਾਂ। ਪਰ ਇੱਥੇ ਇਸ ਤਰ੍ਹਾਂ ਨਹੀਂ ਸੀ ਹੋ ਰਿਹਾ। ਉਹ ਸਾਨੂੰ ਚੇਂਜ ਕਰਨਾ ਪੈਣਾ। ਮੈਂ ਅੱਜ ਮਹਿਸੂਸ ਕਰਦਾ ਕਿ ਦਿਸ ਇਜ਼ ਵੈਰੀ ਗੁੱਡ ਟਾਈਮ ਨਾਓ। ਇਹ ਅਪਰਚੁਨਿਟੀ, ਗੋਡ ਗਿਵਨ ਅਪਰਚੁਨਿਟੀ ਹੈ, ਮੌਕਾ ਕਿ ਹੁਣ ਸਾਨੂੰ ਇਸ ਹਿਸਾਬ ਨਾਲ ਚੇਂਜ ਕਰਨਾ ਪਏਗਾ। ਕਿ ਸਾਨੂੰ ਮੈਡੀਕਲ ਸਪੈਸ਼ਲਿਸਟ ਵੀ ਕਹਿ ਰਿਹਾ, ਸਾਇੰਸ ਕਹਿ ਰਹੀ ਹੈ ਕਿ ਕਰੋਨਾ ਨੇ ਅਜੇ ਜਾਣਾ ਨਹੀਂ, ਕਰੋਨਾ ਇਫੈਕਟ ਜਾਣਾ ਨਹੀਂ, ਤੇ ਆਉਣ ਵਾਲੇ ਸਮੇਂ 'ਚ ਸਾਨੂੰ ਸਿਲੇਬਸ ਵੀ ਘੱਟ ਕਰਨਾ ਪੈ ਸਕਦਾ। ਸਾਨੂੰ ਹੋ ਸਕਦਾ ਆਬਜੈਕਟਿਵ ਟਾਈਪ ਵਧਾਉਣਾ ਪਵੇ ਕੁਐਸਚਨੇਅਰ, ਹੋ ਸਕਦਾ ਸਾਨੂੰ ਵੀਕਲੀ ਕਰਨਾ ਪਵੇ, ਮੰਥਲੀ ਕਰਨਾ ਪਵੇ। ਇਹ ਸਾਨੂੰ ਚੇਂਜ ਕਰਨਾ ਪਏਗਾ, ਔਰ ਜਿਹੜਾ ਚੇਂਜ ਨਹੀਂ ਸੀ ਹੋਇਆ ਹੋ ਜਾਣਾ ਚਾਹੀਦਾ ਸੀ। ਜਿਹੜੀ ਗੱਲ ਤੁਸੀਂ ਗੱਲ ਕੀਤੀ ਕਿ ਇਹ ਜਿਹੜਾ ਇਹਦੇ ਨਾਲ ਨੈਗੇਟਿਵਿਟੀ ਆ ਰਹੀ ਹੈ, ਇਹ ਵੀ ਸਾਡੀ ਐਜੂਕੇਸ਼ਨ ਦਾ ਫਲॉ ਆ ਕਿ ਸਾਡੀ ਐਜੂਕੇਸ਼ਨ ਸਾਨੂੰ ਸਾਡਾ IQ ਚੈੱਕ ਕਰਦੀ ਆ, ਸਾਡੀ ਕ੍ਰੈਮਿੰਗ ਚੈੱਕ ਕਰਦੀ ਆ, ਸਾਡਾ ਕਿੱਦਾਂ ਅਸੀਂ ਪੜ੍ਹ ਕੇ ਤੇ ਉੱਥੇ ਰੀਪਰੋਡਿਊਸ ਕਰ ਦਿੰਦੇ ਹਾਂ। ਬੰਦਾ ਇਮੈਜੀਨੇਟਿਵ ਹੋ ਸਕਦਾ, ਮੈਮਰੀ ਗੱਲ ਹੋਰ ਹੈ। ਬੰਦਾ ਕੋਈ ਇਮੈਜੀਨੇਟਿਵ ਜ਼ਿਆਦਾ ਹੋ ਸਕਦਾ, ਠੀਕ ਹੈ, ਉਹ ਕ੍ਰੀਏਟਿਵ ਜ਼ਿਆਦਾ ਹੋ ਸਕਦਾ, ਪਰ ਕ੍ਰੀਏਟਿਵਿਟੀ ਤੇ ਇਮੈਜੀਨੇਸ਼ਨ ਦਾ ਬਹੁਤਾ ਥਾਂ ਨਹੀਂ ਹੈਗਾ ਸਾਡੇ ਸਿਸਟਮ 'ਚ। ਉਹਦੇ ਕਰਕੇ ਕੀ ਹੋਇਆ ਕਿ ਅਸੀਂ ਜਿਹੜੀ ਆ ਰੈਟ ਰੇਸ 'ਚ ਬੱਚੇ ਪਾਏ ਹੋਏ। ਅੱਜ ਵੀ ਤੁਸੀਂ ਅਖਬਾਰਾਂ 'ਚ ਦੇਖ ਰਹੇ ਹੋ ਕਿ 98% ਆ ਗਏ, 99% ਆ ਗਏ। ਬੱਚੇ ਦੇ ਦਿਮਾਗ 'ਚ ਅਸੀਂ ਇੱਕ ਕਨਸੈਪਟ ਪਾਤਾ ਹੈ ਕਿ ਜੇ ਤੇਰੇ 85% ਤੋਂ ਘੱਟ ਆਉਂਦੇ ਆ ਤੇ ਸ਼ਾਇਦ ਤੂੰ ਇੰਟੈਲੀਜੈਂਟ ਬੱਚਾ ਨਹੀਂ ਹੈ, ਜਦੋਂ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੋ ਇਹ ਹੈ ਕਿ ਸਾਨੂੰ ਜਿਹੜੀ ਹੈ, ਔਰ ਦੇਖੋ ਤੁਸੀਂ ਨੈਸ਼ਨਲ ਲੈਵਲ ਤੇ ਦੇਖੋ, ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਫਾਰਮਰਸ ਬੜੀ ਸੁਸਾਈਡ ਕਰ ਰਹੇ ਆ। ਤੁਸੀਂ ਹੈਰਾਨੀ ਹੋਵੇਗੇ ਯੂਥ ਦੀ ਸੁਸਾਈਡ ਰੇਟ ਉਹ ਤੋਂ ਕਿਤੇ ਜ਼ਿਆਦਾ ਹੈ, ਔਰ ਯੂਥ ਦਾ ਸੁਸਾਈਡ ਰੇਟ ਹੋਰ ਵੱਧ ਜਾਂਦਾ। ਤੁਸੀਂ ਆ ਇੱਕ ਰਾਜਪੂਤ ਨਾਂ ਦਾ ਐਕਟਰ ਦੀ ਡੈਥ ਹੋਈ, ਤੁਸੀਂ ਹੈਰਾਨ ਹੋਗੇ ਕਿ ਉਹ ਬੰਦਾ ਇੰਜੀਨੀਅਰ ਹੈ, ਬੇਸਿਕਲੀ IIT ਲੈਵਲ ਦਾ ਇੰਜੀਨੀਅਰ ਹੋਵੇ, ਉਹਦੇ ਕੋਲ ਫੇਮ ਹੋਵੇ, ਫੇਮ, ਰਿਚ, ਵੈਲਥ ਸਾਰਾ ਕੁਛ ਹੈ, ਤੇ ਉਹ ਬੰਦਾ ਸੁਸਾਈਡ ਕਰ ਜਾਂਦਾ। ਇਹਦਾ ਮਤਲਬ ਸਾਡੇ ਸਿਸਟਮ 'ਚ ਕੁਛ ਨਾ ਕੁਛ ਫਰਕ ਹੈ। ਮੈਂ ਆਮ ਤੌਰ ਤੇ ਗੱਲ ਕਹਿਣਾ ਨਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਸਾਡਾ ਗ੍ਰਾਫ ਐਜੂਕੇਸ਼ਨ ਦਾ ਤੇ ਉੱਪਰ ਜਾ ਰਿਹਾ, ਪਰ ਸਾਡੀ ਈਵਲ ਦਾ ਗ੍ਰਾਫ ਵੀ ਨਾਲ ਹੀ ਉੱਚਾ ਜਾ ਰਿਹਾ। ਡਾਈਵੋਰਸ ਰੇਟ ਨਾਲ ਵੱਧਦੇ ਜਾ ਰਹੇ ਆ, ਸੁਸਾਈਡ ਨਾਲ ਵੱਧਦੀਆਂ ਜਾ ਰਹੀਆਂ, ਡਿਪਰੈਸ਼ਨ ਜਿਹੜਾ ਇਹ ਜਿਹੜੀ ਜ਼ਿੰਦਗੀ ਜੀਣ ਵਾਸਤੇ ਤਾਂ ਹੌਸਲਾ ਚਾਹੀਦਾ ਸੀ, ਐਜੂਕੇਸ਼ਨ ਨੇ ਸਾਨੂੰ ਹੌਸਲਾ ਨਹੀਂ ਦੇ ਰਹੀ। ਐਜੂਕੇਸ਼ਨ ਸਾਨੂੰ ਹਰ ਵੇਲੇ ਡਰੇ ਰੱਖਦੀ ਹੈ ਬੱਚੇ ਨੂੰ। ਉਹਨੇ ਟਿਊਸ਼ਨ ਵੀ ਜਾਣਾ, ਫਿਰ ਉਹਦੇ ਐਗਜ਼ਾਮ ਆ ਗਏ, ਫਿਰ ਉਹਨੇ ਸਿਲੇਬਸ ਕਿੱਦਾਂ ਕਰਨਾ। ਹੁਣ ਜਿਵੇਂ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ
कि बड़े वरीड ने, वरीड पेरेंट्स इसे करके ने कि पहली गल सिलेबस नहीं कवर होए, जे सिलेबस कवर होए अजे मैनू जो मेरा फर्स्ट हैंड एक्सपीरियंस है वो शायद 2 ਜਾਂ 4% टीचर सी those who could give full justice to e-learning, those who could give full justice to what you call this classroom teaching ਤੋਂ ਇਲਾਵਾ ਜਿਹੜੀ ਅਸੀਂ ਗੱਲ ਕਰਦੇ ਆ ਤੇ ਆਨਲਾਈਨ ਉਹ ਬਹੁਤ ਘੱਟ ਹੋਇਆ। ਬਹੁਤ ਐਂ ਕਿ ਕੀਤਾ ਕਿ WhatsApp ਤੇ ਇਮੇਜ ਪਾ ਕੇ ਭੇਜ ਦਿੱਤੇ ਬੱਚਿਆਂ ਨੂੰ ਜਾਂ ਲਿੰਕ ਭੇਜ ਦਿੱਤੇ। that's not what you call ऑनलाइन लर्निंग। उत्थे टीचर ने बोलना सी पर वो टीचर भी कई हेजिटेट करते रहे। सो मेरा कहने का मतलब जी मैं गल ये कह रहा कि सारा जोर साडा IQ चेक करने ते लगा होया। IQ इज नॉट एवरीथिंग, EQ बड़ा जरूरी है, इमोशनल कोशेंट बहुत जरूरी है साडा। वो किते असी स्ट्रेस नहीं उस गल ते दे रहे, ना EQ ते योग दे रहे हैं, ना सिर्फ एक हुंदा PQ पर्सनल जां फिजिकल कोशेंट कि बंदे दी हेल्थ दे असी कितना ख्याल करते हैं। ਸਾਡੇ ਕਈ ਸਕੂਲ ਕਾਲਜ ਇਹੋ ਜਿਹੇ ਜਿਨ੍ਹਾਂ ਦੇ ਕੋਈ ਗਰਾਊਂਡ ਹੀ ਨਹੀਂ ਹੈਗੀ। ਕੋਸ਼ਿਸ਼ ਹੈ ਕਿ ਅਸੀਂ ਦੂਜਿਆਂ ਦੀ ਪ੍ਰੋਬਲਮ ਨੂੰ ਆਪਣੇ ਆਪ ਨੂੰ ਕਿੱਦਾਂ ਅਸੀਂ ਐਮਪੈਥਾਈਜ਼ ਕਰਦੇ ਹਾਂ, ਉਹਦੀ ਪ੍ਰੋਬਲਮ ਨੂੰ ਕਿੰਨਾ ਕੁ ਆਪ ਸਮਝਦੇ ਹਾਂ। ਪਰ ਸਾਡੀ ਐਜੂਕੇਸ਼ਨ ਨੇ ਸਾਨੂੰ ਸੈਲਫਿਸ਼ ਬਣਾਤਾ। ਅਸੀਂ ਆਪਣੇ ਟਾਰਗੇਟ ਤੇ ਫਿਕਸ ਆ, ਨਾ ਸਾਡਾ EQ ਦਾ ਕੋਈ ਬਾਰੇ ਕੋਈ ਸਟ੍ਰੈਸ ਦਿੱਤਾ ਜਾ ਰਿਹਾ, ਨਾ ਇੱਕ ਸੋਸ਼ਲ ਕੋਸ਼ੈਂਟ ਹੁੰਦਾ। ਸੋਸ਼ਲ ਕੋਸ਼ੈਂਟ ਜਿਹਦੀ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਪੁਲਿਸ ਦੀ ਗੱਲ ਹੋਈ, ਮੈਂ ਆਪਣੀ ਕਲਾਸਰੂਮ ਟੀਚਿੰਗ ਤੋਂ ਇਲਾਵਾ ਹੋਰ ਬੱਚੇ ਦੀ ਕਿੰਨੀ ਕੁ ਮਦਦ ਕਰਦਾ ਕਿ ਮੈਂ ਘਰ ਆ ਕੇ ਉਹਦਾ ਫੋਨ ਸੁਣ ਲੈਣਾ, ਕਿ ਮੈਂ ਉਹਦੀ ਕਿਤੇ ਆਊਟ ਆਫ ਦਾ ਵੇ ਮੈਨੂੰ ਮਿਲਦਾ ਮੈਂ ਉਹਦੇ ਕੰਮ ਆ ਸਕਦਾ। ਪਰ ਨਹੀਂ, ਸੋਸ਼ਲ ਉਹ ਜਿਹੜੇ ਬਾਕੀ ਕੁਐਸਚਨ ਸੀ, ਜਿਹੜੇ ਕਨਸਟੀਟਿਊਐਂਟਸ ਨੇ ਐਕਚੁਅਲੀ ਪਰਸਨੈਲਿਟੀ ਤੇ, ਉਹਦੇ ਤੇ ਨਹੀਂ ਸਟ੍ਰੈਸ ਹੋ ਰਿਹਾ। ਔਰ ਬਾਹਰਲੀਆਂ ਯੂਨੀਵਰਸਿਟੀਆਂ 'ਚ ਹਰ ਬੰਦੇ ਲਈ ਗੇਮ ਵੀ ਜ਼ਰੂਰੀ ਆ, ਉਹਨੂੰ ਨਾਲ ਇੰਜੀਨੀਅਰਿੰਗ ਦੇ ਨਾਲ ਹੋਰ ਸਾਈਕੋਲੋਜੀ ਵੀ ਪੜ੍ਹਾਈ ਜਾ ਰਹੀ ਹੈ। ਸੋ ਇਹ ਸਾਰਾ ਕੁਝ ਚੇਂਜ ਕਰਨ ਦੀ ਲੋੜ ਸੀ, ਜਿਹੜਾ ਨਹੀਂ ਸੀ ਹੋਇਆ। ਮੈਨੂੰ ਲੱਗਦਾ ਕਿ ਦਿਸ ਇਜ਼ ਦ ਰਾਈਟ ਟਾਈਮ ਕਿ ਹੁਣ ਜੇ ਮੌਕਾ ਮਿਲਿਆ ਅਸੀਂ ਉਹ ਜਿਹੜਾ ਟ੍ਰੈਡੀਸ਼ਨਲ ਹੈ, ਠੀਕ ਹੈ, ਅਸੀਂ ਬਿਲਕੁਲ ਚੇਂਜ ਨਹੀਂ ਕਰ ਸਕਦੇ। ਅੱਜ ਹੀ ਮੈਂ ਉਹਨਾਂ ਦੀ ਇੰਟਰਵਿਊ ਪੜ੍ਹ ਰਿਹਾ ਸੀ, ਜਿਹੜੇ ਚੇਅਰਮੈਨ ਹੈ UGC ਦੀ, ਕੋਈ ਵੀਕਲੀ ਮੈਗਜ਼ੀਨ 'ਚ ਆਈ ਹੋਈ ਹੈ। ਉਹ ਕਹਿ ਰਿਹਾ ਹੈ ਕਿ this is very important ਕਿ we are to go for fusion of traditional and new technique। ਨਾ ਤੇ ਅਸੀਂ ਬਿਲਕੁਲ ਨਵੀਂ ਕਰ ਸਕਦੇ ਹਾਂ ਯੂਰਪੀਅਨ ਬਾਹਰਲੇ ਦੇਸ਼ਾਂ ਵਰਗੀ, ਨਾ ਅਸੀਂ ਟ੍ਰੈਡੀਸ਼ਨਲ ਸਬਜੈਕਟਸ ਨੂੰ ਛੱਡ ਸਕਦੇ ਹਾਂ ਜੀ, ਬਟ ਐਟ ਦਾ ਸੇਮ ਟਾਈਮ ਅਸੀਂ ਇਹਨਾਂ ਦਾ ਫਿਊਜ਼ਨ ਲੈ ਸਕਦੇ ਹਾਂ ਕਿ ਮੰਨ ਲਓ 50% ਤੇ ਉਸ ਤਰ੍ਹਾਂ ਦਾ ਹੋ ਜੇ ਤੇ 50 ਇਸ ਤਰ੍ਹਾਂ ਦੇ ਹੋ ਜਾਣ ਕਿ ਬੱਚੇ ਦੀ ਰੋਜ਼ ਉਹਦੀ ਪਰਫਾਰਮੈਂਸ ਚੈੱਕ ਕੀਤੀ ਜਾ ਸਕੇ। ਅਦਰਵਾਈਜ਼ ਮੁਸ਼ਕਲ ਜਿਹੜੇ ਅਸੀਂ ਦੌਰ 'ਚ ਗੁਜ਼ਰ ਰਹੇ ਹਾਂ, ਸਾਡੀ ਪਰਸਨੈਲਿਟੀ ਬੱਚਿਆਂ ਦੀ ਡਿਸਟੋਰਟ ਹੋ ਰਹੀ ਹੈ। ਉਹ ਇਸੇ ਕਰਕੇ ਹੋ ਰਹੀ ਹੈ ਕਿ ਅਸੀਂ ਸਾਡਾ ਸਿਸਟਮ ਉਹ ਪੁਰਾਣਾ ਸੀ ਅੰਗਰੇਜ਼ਾਂ ਵਾਲਾ, ਉਹ ਚੱਲਿਆ ਆ ਰਿਹਾ। ਜੀ ਡਾਕਟਰ ਸਾਹਿਬ, ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੋਰ ਹੈ ਕਿ ਅਸੀਂ ਹੁਣ ਤੱਕ ਜਿਹੜੇ ਮਨੋਵਿਗਿਆਨੀ ਨੇ, ਸਾਈਕੈਟਰਿਸਟ ਨੇ, ਉਹ ਇਹ ਕਹਿੰਦੇ ਰਹੇ ਨੇ ਕਿ ਛੋਟੇ ਬੱਚੇ ਨੂੰ ਅਸੀਂ ਮੋਬਾਈਲ ਤੇ ਨਹੀਂ ਲਾਉਣਾ ਚਾਹੀਦਾ ਸਾਨੂੰ, ਹਨਾ। ਤੇ ਪਰ ਅੱਜ ਦੇ ਦੌਰ ਦੇ ਵਿੱਚ 2 ਸਾਲ ਦੇ ਬੱਚੇ ਤੋਂ ਲੈ ਕੇ PhD ਕਰਨ ਵਾਲਾ ਜਿਹੜਾ ਬੱਚਾ ਹੈਗਾ, ਉਹਨੂੰ ਅਸੀਂ ਕਈ ਘੰਟੇ ਮੋਬਾਈਲ ਤੇ ਬਿਠਾ ਕੇ ਰੱਖਦੇ ਹਾਂ। ਬਿਲਕੁਲ ਠੀਕ। ਇਹਦੇ ਆਈ ਸਾਈਟ ਤੋਂ ਲੈ ਕੇ ਮਨੋਵਿਗਿਆਨਕ ਪ੍ਰਭਾਵਾਂ ਤੱਕ ਤੇ ਬੱਚੇ ਦੀ ਫਿਜ਼ੀਕਲ ਡਿਵੈਲਪਮੈਂਟ ਤੇ ਬੱਚੇ ਦੀ ਮੈਂਟਲ ਤੇ ਇਮੋਸ਼ਨਲ ਡਿਵੈਲਪਮੈਂਟ ਤੇ ਕਿੰਨਾ ਕੁ ਅਸਰ ਪਊਗਾ? ਤੁਹਾਨੂੰ ਕੀ ਲੱਗਦਾ ਕਿ ਇਹ ਠੀਕ ਦਿਸ਼ਾ ਹੈ ਕਿ ਜੇ ਅਸੀਂ ਬੱਚੇ ਨੂੰ, ਛੋਟੇ ਬੱਚੇ ਨੂੰ, ਨਰਸਰੀ ਵਾਲੇ ਬੱਚੇ ਨੂੰ, ਪਹਿਲੀ ਵਾਲੇ ਬੱਚੇ ਨੂੰ, 5ਵੀਂ ਵਾਲੇ ਬੱਚੇ ਨੂੰ ਘੰਟਾ 2 ਘੰਟੇ ਕਹਿੰਦੇ ਕਿ ਤੁਸੀਂ ਲਓ ਜੀ ਮੋਬਾਈਲ ਤੇ ਕੰਮ ਕਰੋ? ਨਹੀਂ ਦੀਪ ਸਾਹਿਬ, ਤੁਸੀਂ ਬਿਲਕੁਲ ਸਹੀ ਗੱਲ ਕਿਹਾ। ਮੈਂ ਸ਼ੁਰੂ 'ਚ ਕਿਹਾ ਕਿ ਇਹ ਵੇਖੋ ਨਾ, ਜਿਹੜੇ ਰੂਲਸ ਨੇ ਸਾਰਿਆਂ ਵਾਸਤੇ, ਹੁਣ ਸਿੰਪਲੀ ਇਹ ਕੱਲ ਸਰਕਾਰ ਨੇ ਕਹਿਣਾ ਸੀਗਾ ਕਿ ਆਨਲਾਈਨ ਲਰਨਿੰਗ ਸ਼ੁਰੂ ਕਰੋ, ਉਹਨਾਂ ਨੇ ਕਹਿਣਾ ਸੀਗਾ ਕਿ ਟੈਕਨੋਲੋਜੀ ਦੀ ਵਰਤੋਂ ਕਰੋ ਕਿਉਂਕਿ ਸਕੂਲ ਕਾਲਜ ਬੰਦ ਹੋ ਗਏ। ਹੁਣ ਜਿਹੜੀ ਗਰਾਊਂਡ ਰਿਐਲਿਟੀ ਉਹ ਡਿਫਰੈਂਟ ਹੈ। ਅਸੀਂ ਇੱਕੋ ਹੀ ਫੀਤਾ ਸਾਰਿਆਂ ਨਾਲ ਲਾ ਰਹੇ ਹਾਂ। ਉਹ ਜਿਹੜਾ BA ਦਾ ਜਾਂ MA ਦਾ ਸਟੂਡੈਂਟ ਹੈ ਉਹਦੇ ਲਈ ਤੇ ਠੀਕ ਹੋ ਗਿਆ ਕਿ ਆਨਲਾਈਨ। ਹੁਣ ਬੱਚਾ ਜਿਹੜਾ ਛੋਟਾ ਜਾਂ ਨਰਸਰੀ KG ਜਾਂ ਤੀਸਰੀ ਚੌਥੀ ਜਾ ਰਿਹਾ, ਉਹਦੇ ਕੋਲ ਕੀ ਅਸੀਂ ਆਨਲਾਈਨ ਲਰਨਿੰਗ ਦੀ ਆਸ ਕਰਾਂਗੇ? ਉਹਦੇ 'ਚ ਫਿਰ ਕੀ ਹੋਇਆ ਕਿ ਬੱਚੇ ਦੇ ਸਾਹਮਣੇ ਬੈਠੇ ਨੇ ਮਦਰਸ ਵਿਚਾਰੀਆਂ ਲੈ ਕੇ ਬੱਚੇ ਨੂੰ ਬੈਠੀਆਂ ਹੋਈਆਂ, ਬੱਚਾ ਸੁੱਤਾ ਹੋਇਆ, ਉਹ ਸਾਰੀ ਪ੍ਰੌਕਸੀ ਹੋਈ। ਉਹ ਜਿਹੜੇ ਪੜ੍ਹਿਆ ਜਾ ਰਿਹਾ ਸੀ ਉਹ ਵੀ ਮਾਂ ਜਾਂ ਬੱਚੇ ਦਾ ਫਾਦਰ ਪੜ੍ਹ ਰਹੇ ਨੇ, ਪੜ੍ਹ ਕੇ ਹੋਮਵਰਕ ਕੀਤਾ ਜਾ ਰਿਹਾ, ਉਹ ਬੱਚੇ ਵਿਚਾਰੇ ਨੂੰ ਪਤਾ ਹੀ ਕੁਛ ਨਹੀਂ। ਦੈਟ ਵਾਜ਼ ਸ਼ੀਅਰ ਐਕਸਪਲੋਇਟੇਸ਼ਨ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਸਾਨੂੰ ਡਰਾਅ ਕਰਨੀ ਚਾਹੀਦੀ ਸੀ ਲਾਈਨ ਕਿ ਇਸ ਜਿਹੜੀ ਜਿਵੇਂ 5ਵੀਂ 6ਵੀਂ ਤੋਂ ਮੇਰੇ ਖਿਆਲ 6ਵੀਂ 7ਵੀਂ ਤੋਂ ਉੱਪਰ ਹੀ ਆਪਾਂ ਸ਼ੁਰੂ ਕਰ ਸਕਦੇ ਸੀ, ਪਰ ਇਹ ਫਲॉ ਰਿਹਾ। ਇੱਕ ਫਲॉ ਹੋਰ ਵੀ ਰਿਹਾ ਕਈ ਵਾਰੀ ਨਾ ਗੱਲ, ਕਿਉਂਕਿ ਇਹ ਜਿਵੇਂ ਅਸੀਂ ਸ਼ੁਰੂ 'ਚ ਗੱਲ ਕੀਤੀ ਕਿ ਅਚਾਨਕ ਸਾਰਾ ਕੁਝ ਹੋਣ ਕਰਕੇ ਸ਼ਾਇਦ ਅਸੀਂ ਉਹ ਕੈਟਾਗਰਾਈਜ਼ ਨਹੀਂ ਕਰ ਸਕੇ। ਜਿਵੇਂ ਮੰਨ ਲਓ ਕਿ ਸਰਕਾਰ ਨੇ ਇਹ ਕਿਹਾ ਕਿ ਕਿਉਂਕਿ ਲੋਕਾਂ ਦਾ ਰੁਜ਼ਗਾਰ ਬੰਦ ਹੋ ਗਿਆ, ਲੋਕਾਂ ਦੀ ਬੇਰੁਜ਼ਗਾਰ ਲੋਕੀ ਹੋ ਗਏ, ਸਾਰਾ ਬਿਜ਼ਨਸ ਬੰਦ ਹੋ ਗਿਆ, ਇਹ ਕਹਿਤਾ ਕਿ ਫੀਸਾਂ ਨਹੀਂ ਦੇਣਗੇ। ਉਹ ਤੇ ਠੀਕ ਸੀ, ਸਰਕਾਰ ਨੇ ਇੱਕ ਵੈਲਫੇਅਰ ਸਟੇਟ ਹੈ, ਉਹਨੇ ਕਹਿਣਾ ਕਿ ਜਿਹੜੇ ਸਿਟੀਜ਼ਨ ਹੈ ਉਹਨਾਂ ਦਾ ਨੁਕਸਾਨ ਨਾ ਹੋਵੇ। ਪਰ ਉੱਥੇ ਇੱਕ ਇਹ ਵੀ ਗੱਲ ਦੇਖਣ ਵਾਲੀ ਸੀ ਕਿ ਜਿਹੜੇ ਸਰਕਾਰੀ ਮੁਲਾਜ਼ਮ ਉਹਦੇ ਤਨਖਾਹਾਂ ਲੈ ਰਹੇ ਆ,
ਸਰਕਾਰੀ ਮੁਲਾਜ਼ਮ ਨੂੰ ਤੇ ਕਿਸੇ ਨੂੰ ਤਨਖਾਹ ਇਹ ਨਹੀਂ ਹੋਇਆ ਵੀ ਤਨਖਾਹ ਨਹੀਂ ਮਿਲੀ, ਉਹਨਾਂ ਦੇ ਬੱਚਿਆਂ ਨੂੰ ਤੇ ਚਾਹੀਦੀ ਅਸੀਂ ਨਾ ਫੀਸਾਂ ਦੇਣੀਆਂ। ਉਹਦੇ ਨਾਲ ਮੈਨੇਜਮੈਂਟਸ ਨੂੰ ਵੀ ਪਤਾ ਲੱਗਦਾ, ਸਕੂਲ ਨੂੰ ਵੀ ਪਤਾ ਲੱਗਦਾ ਕਿ ਅਸੀਂ ਇਹ ਵੀ ਆਸ ਕਰ ਰਹੇ ਹਾਂ ਕਿ ਜਿਹੜੇ ਸਕੂਲ ਕਾਲਜ ਨੇ ਉਹ ਤਨਖਾਹ ਵੀ ਦੇਣ, ਤੇ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਿਹੜੇ ਸਕੂਲ ਨੇ ਉਹ ਸ਼ੱਕ ਫੀਸਾਂ ਨਾ ਦੇਣ। ਜਦੋਂ ਫੀਸਾਂ ਨਾ ਦੇਣਗੇ ਤੇ ਫਿਰ ਉਹ ਕਿਵੇਂ, ਇਹ ਆਪਣੇ ਆਪ 'ਚ ਇੱਕ ਕੰਟਰਾਡਿਕਸ਼ਨ ਸੀ। ਸੋ ਹੋ ਜਾਂਦਾ ਕਈ ਵਾਰੀ, ਪਰ ਇਹ ਹੈ ਕਿ ਜਿਹੜੇ ਹੇਠਲੇ ਲੈਵਲ ਤੇ ਇੰਪਲੀਮੈਂਟ ਕਰ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ। ਔਰ ਇਹ ਗੱਲ, ਮੈਂ ਜਿਹੜੀ ਗੱਲ ਤੁਹਾਡੇ ਨਾਲ ਬਹੁਤ ਸਹਿਮਤ ਹੈ ਕਿ ਇਹ ਕੋਈ ਏਜ ਨਹੀਂ ਹੁੰਦੀ। ਛੋਟੇ ਛੋਟੇ ਬੱਚੇ ਨੂੰ ਅਸੀਂ ਉਹਨੂੰ ਵਿਚਾਰੇ ਚਿੰਬੜ ਕੇ ਰਹਿ ਗਏ ਸਕਰੀਨ ਨਾਲ। ਹੁਣ ਸੁਪਰੀਮ ਕੋਰਟ ਨੇ ਇੱਕ ਹਦਾਇਤ ਦਿੱਤੀ ਹੈ ਵੀ 2 ਘੰਟੇ ਤੋਂ ਵੱਧ ਜਿਹੜਾ ਨਹੀਂ ਬੱਚੇ ਦਾ ਸਕਰੀਨ ਟਾਈਮ ਹੋਣਾ ਚਾਹੀਦਾ। ਤੇ ਹੁਣ ਤੱਕ ਅਸੀਂ ਬੱਚਿਆਂ ਨੂੰ ਇਹੀ ਕਹਿ ਰਹੇ ਸੀਗੇ ਕਿ ਜਿਹੜੇ ਮੋਬਾਈਲ ਤੋਂ ਬਚਣਾ ਚਾਹੀਦਾ। ਅਸੀਂ ਤੇ ਆਪ ਮੋਬਾਈਲ ਦੇ ਦਿੱਤੇ, ਨਰਸਰੀ KG ਵਾਲੇ ਬੱਚਿਆਂ ਨੂੰ, ਪਹਿਲੀ ਦੂਸਰੀ ਤੀਸਰੀ ਵਾਲੇ ਬੱਚਿਆਂ ਨੂੰ ਮੋਬਾਈਲ ਦੇ ਦਿੱਤੇ। ਉਹ that has very much negative effect on the psyche as well as on the physique and physical health of the child। ਜੀ ਡਾਕਟਰ ਸਾਹਿਬ, ਤੁਸੀਂ ਨਾ ਉਚੇਰੀ ਸਿੱਖਿਆ ਨਾਲ ਜੁੜੇ ਰਹੇ ਹੋ ਤੇ ਇਸ ਵੇਲੇ ਉਚੇਰੀ ਸਿੱਖਿਆ ਦੇ ਵਿੱਚ ਇੱਕ ਬਹੁਤ ਜਿਹੜੀ ਖਾਸ ਤੌਰ ਤੇ ਕਸ਼ਮਕਸ਼ ਦੇ ਵਿੱਚੋਂ ਬੱਚੇ ਲੰਘ ਰਹੇ ਨੇ। ਉਹ ਕਿਸੇ ਦੇ ਐਗਜ਼ਾਮ ਹੋ ਰਹੇ ਨੇ, ਕਿਸੇ ਦੇ ਨਹੀਂ ਹੋ ਰਹੇ। ਰੋਜ਼ ਨਵਾਂ ਫਰਮਾਨ ਆ ਜਾਂਦਾ ਹੈ ਕਿ ਅੱਜ ਇਹਦੇ ਐਗਜ਼ਾਮ ਹੋਣਗੇ, ਇਹਦੇ ਨਹੀਂ ਹੋਣਗੇ, ਸੈਸ਼ਨ ਕਦੋਂ ਸ਼ੁਰੂ ਹੋਊਗਾ, ਲੇਟ ਹੋ ਰਹੇ ਨੇ ਸੈਸ਼ਨ। ਉਹਦੇ ਵਿੱਚ ਇੱਕ ਸਰਵੇ ਕੀਤਾ ਗਿਆ ਕਿ ਕੁਝ ਪੇਰੈਂਟਸ ਨੇ 25% ਪੇਰੈਂਟਸ ਨੇ ਇਹ ਕਿਹਾ ਕਿ ਅਸੀਂ ਕਿਉਂ ਨਹੀਂ ਇਸ ਇੱਕ ਸਾਲ ਨੂੰ 0 ਈਅਰ ਦੇ ਤੌਰ ਤੇ ਮੰਨ ਲੈਂਦੇ ਕਿ ਅਸੀਂ ਉਵੇਂ ਨਾ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰੀਏ, ਅਸੀਂ ਇਹਨੂੰ 0 ਈਅਰ ਮੰਨ ਕੇ ਅਸੀਂ ਨੈਕਸਟ ਈਅਰ ਤੋਂ ਜਾਂ ਆਉਣ ਵਾਲੇ 2-3 ਮਹੀਨਿਆਂ ਤੋਂ ਨਵਾਂ ਸੈਸ਼ਨ ਅਗਲੇ ਸਾਲ ਤੋਂ ਸ਼ੁਰੂ ਕਰੀਏ। ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਅਦੀਪ ਜੀ, ਗੱਲ ਇਹ ਹੈ ਕਿ ਕਈ ਸਾਡੇ ਕੋਲ ਹੱਲ ਨੇ ਜੀ, ਚਾਹੇ ਉਹ ਸਿਲੇਬਸ ਚੇਂਜ ਕਰਦਾ ਹੈ, ਚਾਹੇ ਉਹ ਐਗਜ਼ਾਮੀਨੇਸ਼ਨ ਲੈਣ ਦਾ। ਮੇਰੀ ਆਪਣੀ ਪਰਸਨਲ ਰਾਏ ਹੈ ਕਿ ਜੇ ਮੰਨ ਲਓ ਅਸੀਂ ਜਿੱਦਾਂ ਕਹਿ ਰਿਹਾ, ਜਦ UGC ਇਹ ਕਹਿ ਰਹੀ ਹੈ ਕਿ ਫਾਈਨਲ ਈਅਰ ਦੇ ਬੱਚਿਆਂ ਨੂੰ ਘੱਟੋ ਘੱਟ ਜ਼ਰੂਰ ਹੀ ਐਗਜ਼ਾਮ 'ਚ ਬੈਠਣਾ ਚਾਹੀਦਾ, ਤੇ ਉਹਨੂੰ ਸਪੋਰਟ MHRD ਨੇ ਵੀ ਕਰਤਾ, ਮਿਨਿਸਟਰੀ ਆਫ MHRD ਨੇ ਕਰਤਾ। ਹੁਣ ਇਹ ਹੈ ਕਿ ਉਹ ਇਹ ਕਹਿ ਰਿਹਾ ਵੀ ਡਿਗਰੀ ਕਿੱਦਾਂ ਦਿੱਤੀ ਜਾ ਸਕਦੀ ਹੈ ਜੇ ਬੱਚਾ ਫਾਈਨਲ ਈਅਰ ਅਪੀਅਰ ਨਹੀਂ ਹੋਇਆ। ਮੇਰੀ ਆਪਣੀ ਰਾਏ ਹੈ ਕਿ ਜੇ ਮੰਨ ਲਓ 6 ਸਮੈਸਟਰ ਹੈ, ਹੁਣ 6ਵੇਂ ਸਮੈਸਟਰ 'ਚ ਫਾਈਨਲ, ਸਾਡੇ ਕੋਲ ਤਰੀਕਾ ਇੱਕ ਹੈਗਾ ਕਿ ਪਹਿਲੀ ਗੱਲ ਤੇ ਪਹਿਲੇ 5 ਸਮੈਸਟਰਾਂ ਦੀ ਐਵਰੇਜ ਲਈ ਜਾ ਸਕਦੀ ਹੈ। ਜਿਹੜਾ ਬੱਚਾ ਪਹਿਲੇ 5 ਸਮੈਸਟਰਾਂ 'ਚ ਜੇ ਕੁਝ ਨਹੀਂ ਕਰ ਸਕਿਆ ਤੇ 6ਵੇਂ 'ਚ ਉਹਨੇ ਕੀ ਕਰ ਲੈਣਾ, ਠੀਕ ਹੈ। ਜੇ ਅਸੀਂ ਬੱਚਿਆਂ ਦੇ ਹੱਕ 'ਚ ਕੁਝ ਕਰਨਾ ਚਾਹੁੰਦੇ ਹਾਂ, ਉਹਨੂੰ 2-4% ਵੱਧ ਵੀ ਦੇ ਸਕਦੇ ਹਾਂ। ਕਿ ਜੇ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਵਧੀਆ ਸਬਜੈਕਟਸ ਜਿਹੜੇ ਤੇਰੇ ਨੰਬਰ ਆਏ ਉਹਦੇ ਹਿਸਾਬ ਨਾਲ 6ਵੇਂ ਸਮੈਸਟਰ ਦਾ ਦੇ ਦਈਏ। ਤਰੀਕੇ ਬਹੁਤ ਨੇ, ਅਸੀਂ ਇਹ ਵੀ ਕਰ ਸਕਦੇ ਹਾਂ। ਦੂਸਰਾ ਇਹ ਹੈ ਕਿ ਇਹ ਵੀ ਕਰ ਸਕਦੇ ਹਾਂ ਕਿ ਜਿਹੜਾ ਐਗਜ਼ਾਮ ਹੈ ਉਹ ਜਿੱਦਾਂ ਸਾਡੇ ਵੇਲੇ 9ਵੀਂ 10ਵੀਂ 'ਚ ਇੱਕ ਵਾਰੀ ਸਵੇਰੇ ਸ਼ਿਫਟ ਹੁੰਦੀ ਸੀ, ਮਾਰਨਿੰਗ ਈਵਨਿੰਗ ਹੁੰਦੀ ਸੀ। ਜੇ ਐਗਜ਼ਾਮ ਜ਼ਰੂਰੀ, ਪਹਿਲੀ ਗੱਲ ਤੇ ਹੈ ਕਿ ਮੈਂ ਸਮਝਦਾ ਕਿ ਬੱਚੇ ਦੀ ਹੈਲਥ ਬਹੁਤ ਜ਼ਰੂਰੀ ਹੈ। ਜੇ ਐਗਜ਼ਾਮੀਨੇਸ਼ਨ ਲੈਣ ਨਾਲ ਇੱਕ ਵੀ ਬੱਚੇ ਦਾ ਨੁਕਸਾਨ ਹੁੰਦਾ ਤੇ ਉਹ ਬਹੁਤ ਭਾਰੀ, ਬਹੁਤ that will be bad deal। ਇੱਕ ਵੀ ਬੱਚੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰ ਐਟ ਦਾ ਸੇਮ ਟਾਈਮ ਦੂਸਰੇ ਪਾਸੇ ਹੈ ਕਿ ਤੁਸੀਂ ਰੈਸਟੋਰੈਂਟ ਖੋਲ ਕੇ 30 ਬੰਦੇ ਉਧਰ ਅਲਾਓ ਕਰ ਦਿੱਤੇ, ਜੇ 30 ਬੰਦੇ ਅਲਾਓ ਕਰ ਦਿੱਤੇ ਤੇ ਫਿਰ ਤੇ ਇਹਦਾ ਮਤਲਬ ਹੈ ਵੀ ਐਗਜ਼ਾਮੀਨੇਸ਼ਨ ਹਾਲ 'ਚ ਵੀ 30 ਬੱਚੇ ਬੈਠ ਸਕਦੇ ਹਨ, ਹਨਾ। ਉਧਰੋਂ ਅਸੀਂ IELTS ਦੇ ਐਗਜ਼ਾਮੀਨੇਸ਼ਨ ਵੀ ਸ਼ੁਰੂ ਹੋ ਗਏ ਨੇ, ਫਿਰ ਅਸੀਂ ਸੋਸ਼ਲ ਗੈਦਰਿੰਗ 'ਚ ਵੀ 30 ਬੰਦੇ ਕਰਤੇ। ਇਹਦਾ ਮਤਲਬ 30 ਤੇ ਅਲਾਉਡ ਹੈ। ਚਲੋ ਜੇ 30 ਬੰਦੇ, ਇੱਕ ਬੱਚੇ, ਮੈਂ ਪੇਪਰ ਦਿੰਦਾ ਰਿਹਾ ਐਜ਼ ਸੁਪਰਵਾਈਜ਼ਰ, ਐਜ਼ ਸੁਪਰਡੈਂਟ ਦੇਖਦਾ ਵੀ ਰਿਹਾ ਕਿ 30 ਬੱਚੇ ਇੱਕ ਰੂਮ 'ਚ ਆਉਂਦੇ ਆ। ਜੇ 30 ਤੋਂ ਜ਼ਿਆਦਾ ਹੈ ਉੱਥੇ 2 ਬੰਦੇ ਲੱਗਦੇ। ਜੇ 30 ਹੈ ਤੇ ਆਪਾਂ ਉਹਨੂੰ 15 ਫਿਰ ਕਰ ਲਈਏ। ਫਿਰ ਇਹ ਹੈ ਕਿ ਜੇ ਉੱਥੇ 15 ਬੱਚੇ ਇੱਕ ਰੂਮ 'ਚ, ਕਿਉਂਕਿ ਰੂਮ ਤੇ ਘੱਟ ਨਹੀਂ ਹੈ, ਤੇ ਜਿਹੜੇ ਪੇਪਰ ਨੇ ਉਹ ਈਵਨਿੰਗ ਜਿਹੜੀ ਆ ਉਹਦੇ ਸ਼ਿਫਟ 'ਚ ਕਰ ਲਿਆ ਜਾਓ। ਜੇ ਲੈਣੇ ਆ ਤੇ that should never be at the cost of the health of the child। ਇੱਕ ਵੀ ਬੱਚਾ ਅਫੈਕਟ ਨਹੀਂ ਹੋਣਾ ਚਾਹੀਦਾ। ਫਿਰ ਅਸੀਂ ਸਾਡੀ ਪੂਰੀ ਬੜੀ ਪੂਰ ਪਾਲਿਸੀ ਹੋਏਗੀ ਐਜ਼ ਪੇਰੈਂਟਸ, ਐਜ਼ ਟੀਚਰਸ, ਐਜ਼ ਐਡਮਿਨਿਸਟ੍ਰੇਟਰਸ। ਬਟ ਐਟ ਦਾ ਸੇਮ ਟਾਈਮ ਜੇ ਲੈਣੇ ਆ ਫਿਰ ਸਾਰਾ ਕੁਝ ਦੇਖਿਆ ਜਾਏ, ਜਾਂ ਐਵਰੇਜ ਵੀ ਦੇਖੀ ਜਾ ਸਕਦੀ ਹੈ। ਫਿਰ ਉਹਨਾਂ ਦੀ ਬੈਸਟ ਜਿਹੜੇ ਹੈਗੇ ਸਬਜੈਕਟਸ ਉਹ ਵੀ ਲਏ ਜਾ ਸਕਦੇ, ਫਿਰ ਬੜੇ ਤਰੀਕੇ ਨੇ ਕਰਨ ਵਾਸਤੇ। ਪਰ ਇਹਦੇ ਨਾਲ ਇਹ ਵੀ ਹੈ, ਮੈਂ ਇਹ ਜ਼ਰੂਰ ਗੱਲ ਕਹੂੰਗਾ ਕਿ ਇਹ ਜਿਹੜੀ ਦੇਖੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਧਰੋਂ UGC ਤੇ ਇਹ ਗੱਲ ਕਹਿ ਰਹੀ ਹੈ, UGC ਇਹ ਗੱਲ ਕਹਿ ਰਹੀ ਹੈ ਕਿ ਲੈਣੇ ਬਹੁਤ ਜ਼ਰੂਰੀ ਹੈ। ਸਟੇਟਸ ਨੇ ਜਿਵੇਂ ਮਹਾਰਾਸ਼ਟਰ, ਉਧਰੋਂ ਉਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਪੰਜਾਬ, ਉਹਨਾਂ ਸਟੇਟਸ ਤੋਂ ਜਿਹੜੀਆਂ ਇਹ ਗੱਲ ਕਰ ਰਹੇ, CM ਸਾਹਿਬ ਨੇ ਵੀ, ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਫੀਜ਼ੇਬਲ ਨਹੀਂ ਹੈ ਐਗਜ਼ਾਮ ਲੈਣਾ, ਕਿਉਂਕਿ UGC ਉੱਥੇ ਬੈਠ ਕੇ ਇਦਾਂ ਦੇ ਫਾਰਮੂਲੇ ਨਹੀਂ ਕੱਢ ਸਕਦੀ ਜਿਹੜੇ ਫੀਜ਼ੇਬਲ ਨਹੀਂ ਹੋਏਗੇ। ਜੇ ਮੁੱਖ ਮੰਤਰੀ ਇੱਕ ਪੰਜਾਬ ਸਟੇਟ ਦਾ ਕਹਿ ਰਿਹਾ ਇਹ ਫੀਜ਼ੇਬਲ ਨਹੀਂ ਹੈ, ਤੇ ਉਹ ਮੰਨ ਲੈਣੀ ਚਾਹੀਦੀ ਹੈ ਗੱਲ। ਕਿਉਂਕਿ ਜੋ ਇੱਕ CM ਨੂੰ ਪਤਾ, ਜੋ ਸਰਕਾਰ ਨੂੰ ਪਤਾ ਕਿ ਗਰਾਊਂਡ ਰਿਐਲਿਟੀ ਕੀ ਹੈ, ਉਹ ਦਿੱਲੀ ਬੈਠੇ ਹੋਏ ਨੂੰ ਨਹੀਂ ਹੋ ਸਕਦੀ। ਸੋ ਮੇਰੀ ਡਾਕਟਰ ਸਾਹਿਬ, ਮੇਰਾ ਹੁਣ ਆਖਰੀ ਸਵਾਲ ਹੈ, ਇਸ ਤੋਂ ਬਾਅਦ ਤੁਹਾਡੀ ਅਸੀਂ ਕਵਿਤਾ ਵੀ ਇੱਕ ਛੋਟੀ ਸੁਣਨੀ ਹੈ।
ਅਗਲਾ ਸਵਾਲ ਇਹ ਹੈ ਕਿ ਪਿਛਲੇ ਦਿਨਾਂ 'ਚ ਬੜਾ ਰੌਲਾ ਪਿਆ ਕਿ 30% ਸਿਲੇਬਸ ਸੀਬੀਐਸਈ ਨੇ ਖਤਮ ਕੀਤਾ ਤੇ ਸਿਲੇਬਸ ਦੇ ਬਹਾਨੇ ਬਹੁਤ ਕੁਝ ਹੋਰ ਖਤਮ ਕੀਤਾ। ਜਿਹੜਾ ਮਤਲਬ ਸਿਲੇਬਸ ਇੱਕ ਬਹਾਨਾ ਸੀ ਪਰ ਕਰਨਾ ਕੁਝ ਹੋਰ ਸੀ, ਉਹ ਜਿਹੜਾ ਹਿਡਨ ਏਜੰਡਾ ਹੈਗਾ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਜੇ ਤੇ ਜਿਹੜੀ ਸਾਡੀ ਸਟੇਟ ਹੈ ਉਹ ਇੱਕ ਸੈਕੂਲਰ ਸਟੇਟ ਹੈ, ਉਹ ਇੱਕ ਨਾ ਤੇ ਕਿਸੇ ਇੱਕ ਧਰਮ ਨੂੰ ਪ੍ਰਮੋਟ ਕਰਦੀ ਹੈ, ਨਾ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਨਾ ਕਿਸੇ ਕਮਿਊਨਿਟੀ ਦੀ ਅਸੀਂ ਸਾਰੇ। ਤੇ ਜੇ ਇਸ ਇੰਟੈਂਸ਼ਨ ਨਾਲ ਕੀਤਾ ਗਿਆ ਕਿ ਬੱਚਿਆਂ ਦੇ ਵੈਲਫੇਅਰ ਲਈ ਹੈ, ਕਿ ਬੱਚਿਆਂ ਕੋਲ ਟਾਈਮ ਇਸ ਸਮੈਸਟਰ 'ਚ ਵੀ ਥੋੜਾ ਹੈ ਕਿ ਉਹਨਾਂ ਦੇ ਸਿਲੇਬਸ ਨਹੀਂ ਕਵਰ ਹੋਏ, ਔਰ ਹੈਰਾਨੀ ਵਾਲੀ ਗੱਲ ਹੈ ਕਿ ਅਗਲੇ ਸਮੈਸਟਰ ਵੀ ਜਿਹੜਾ ਨਾਰਮਲੀ ਇਹਨਾਂ ਦਿਨਾਂ ਸ਼ੁਰੂ ਹੋ ਜਾਂਦਾ ਸੀ, ਜਾਂ ਜੁਲਾਈ ਅਗਸਤ ਸ਼ੁਰੂ ਹੋ ਜਾਣਾ, ਉਹ ਜਾਂਦਾ ਸੀ ਦਸੰਬਰ ਜਨਵਰੀ 'ਚ। ਹੁਣ ਸਤੰਬਰ ਤੱਕ ਤੇ ਵੈਸੇ ਪੇਪਰ ਜਾਣੇ ਆ, ਫਿਰ ਅਗਲਾ ਸਮੈਸਟਰ ਕਦੋਂ ਹੋਊਗਾ? ਸਿਲੇਬਸ ਘੱਟ ਕਰਨਾ ਕੋਈ ਈਵਲ ਨਹੀਂ ਹੈ, ਪਰ ਮੈਲਾਫਾਈਡ ਇੰਟੈਂਸ਼ਨ ਨਾਲ ਕਰਨਾ ਕਿ ਸਿਲੈਕਟ ਕਰਕੇ ਚੈਪਟਰ ਕਿ ਇਹ ਚੈਪਟਰ ਜਿਹੜਾ ਸਾਡੇ ਸੈਕੂਲਰਿਜ਼ਮ ਨੂੰ ਢਾਲ ਲਾਉਂਦਾ ਹੋਵੇ, ਜਿਹੜਾ ਸਾਡੀ ਡੈਮੋਕ੍ਰੇਸੀ ਨੂੰ ਢਾਲ ਲਾਉਂਦਾ ਹੋਵੇ, ਜਿਹੜਾ ਹਿਊਮੈਨਿਟੀ ਨੂੰ ਢਾਲ ਲਾਉਂਦਾ ਹੋਵੇ, ਉਹ ਗੱਲ ਦੇ ਬਿਲਕੁਲ ਨਾ ਕਨਸਟੀਟਿਊਸ਼ਨ ਹੱਕ ਚ ਹੈ, ਤੇ ਨਾ ਕੋਈ ਵੀ ਜਿਹੜਾ ਰੈਸ਼ਨਲ ਥਿੰਕਿੰਗ ਆਦਮੀ ਹੈ ਇਸ ਗੱਲ ਦੀ ਨੂੰ ਪ੍ਰਮੋਟ ਕਰੇਗਾ, ਨਾ ਹੀ ਉਹਨੂੰ ਸਪੋਰਟ ਕਰੇਗਾ। ਜੀ, ਹੁਣ ਅਸੀਂ ਤੁਹਾਡੇ ਤੋਂ ਇੱਕ ਕਵਿਤਾ ਸੁਣਾਂਗੇ। ਇਨ ਬਿਟਵੀਨ ਸਾਡੇ ਜਿਹੜੇ ਵਿਊਅਰਸ ਨੇ ਉਹ ਤੋਂ ਬਾਅਦ ਤੁਹਾਡੇ ਦੋਨਾਂ ਨੂੰ ਕੋਈ ਵੀ ਸਵਾਲ ਕਰ ਸਕਦੇ ਨੇ। ਅਸੀਂ 10 ਮਿੰਟ ਸਵਾਲਾਂ ਦੇ ਵੀ ਰੱਖਾਂਗੇ, ਤੁਸੀਂ ਸਾਡੀ ਕਵਿਤਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਹਾਂਜੀ, ਮੈਂ ਜਿਵੇਂ ਹੁਣ ਗੱਲ ਕਰ ਰਿਹਾ ਸੀ ਨਾ ਕਿ ਮੈਂ ਸੋਚਦਾ ਹਾਂ ਕਿ ਕਦੀ ਵੀ ਜਿਹੜਾ ਕੋਈ ਸੰਕਟ ਹੈ ਨਾ ਤੇ ਹਮੇਸ਼ਾ ਰਹਿਣਾ ਹੀ ਆ, ਤੇ ਸੰਕਟ ਚੋਂ ਸੰਭਾਵਨਾਵਾਂ ਨਿਕਲਦੀਆਂ ਨੇ। ਜਿਹਨਾਂ ਲੋਕਾਂ ਨੇ ਸੰਕਟ ਨਹੀਂ ਵੇਖੇ ਉਹਨਾਂ ਨੇ ਜ਼ਿੰਦਗੀ 'ਚ ਵੇਖਿਆ ਵੀ ਕੁਛ ਨਹੀਂ। ਤਾਂ ਮੈਂ ਆਪ ਜਦੋਂ ਮੈਂ ਪਿੰਡ ਦਾ ਜੰਮ ਪਲਿਆ, ਮੈਂ ਆਪਣੇ ਗਵਰਨਮੈਂਟ ਹਾਈ ਸਕੂਲ ਆਪਣੇ ਪਿੰਡ ਗਿੱਲਾਂ ਵਾਲੀ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਆ ਧਿਆਨਪੁਰ ਲਾਗੇ, ਜਦੋਂ ਮੈਂ ਪੜ੍ਹਿਆ ਸੀ ਤਾਂ ਉੱਥੇ ਜਿਹੜੀਆਂ ਮੈਨੂੰ ਮੁਸ਼ਕਲਾਂ ਲੱਗਦੀਆਂ ਸੀ, ਅੱਜ ਜਦੋਂ ਮੈਂ ਵੇਖਦਾ ਤੇ ਉਹ ਵਰਦਾਨ ਸੀ। ਤੇ ਉਹਦੇ ਤੇ ਮੈਂ ਲਿਖਿਆ ਹੋਇਆ ਕਵਿਤਾ ਛੋਟੀ ਜਿਹੀ ਕਿ ਨਜ਼ਮ ਹੈ, ਨਜ਼ਮ ਦਾ ਨਾਮ ਹੈ ਵਿਰਸਾ। ਜੀ, ਮੈਂ ਤੰਗ ਕੱਚੀਆਂ ਗਲੀਆਂ ਚੋਂ ਲੰਘਦਿਆਂ ਸਿੱਖਿਆ ਹੈ ਪੈਰ ਸੰਭਲ ਸੰਭਲ ਕੇ ਧਰਨਾ। ਮੈਂ ਤੰਗ ਕੱਚੀਆਂ ਗਲੀਆਂ ਚੋਂ ਲੰਘਦਿਆਂ ਸਿੱਖਿਆ ਹੈ ਪੈਰ ਸੰਭਲ ਸੰਭਲ ਕੇ ਧਰਨਾ। ਕੱਚੇ ਵਿਹੜਿਆਂ 'ਚ ਖੇਡਦਿਆਂ ਸਿੱਖ ਲਿਆ ਪੱਕੇ ਫਰਸ਼ਾਂ ਤੇ ਆਤਮ ਵਿਸ਼ਵਾਸ ਨਾਲ ਤੁਰਨਾ। ਮੈਂ ਤੰਗ ਕੱਚੀਆਂ ਗਲੀਆਂ ਚੋਂ ਲੰਘਦਿਆਂ ਸਿੱਖਿਆ ਹੈ ਪੈਰ ਸੰਭਲ ਸੰਭਲ ਕੇ ਧਰਨਾ। ਕੱਚੇ ਵਿਹੜਿਆਂ 'ਚ ਖੇਡਦਿਆਂ ਸਿੱਖ ਲਿਆ ਪੱਕੇ ਫਰਸ਼ਾਂ ਤੇ ਆਤਮ ਵਿਸ਼ਵਾਸ ਨਾਲ ਤੁਰਨਾ। ਸੱਥਾਂ ਤੋਂ ਸਿੱਖੀ ਹੈ ਮੈਂ ਆਪਣੇ ਆਪ ਤੇ ਹੱਸਣ ਦੀ ਜਾਚ। ਸੱਥਾਂ ਤੋਂ ਸਿੱਖੀ ਹੈ ਮੈਂ ਆਪਣੇ ਆਪ ਤੇ ਹੱਸਣ ਦੀ ਜਾਚ, ਤੇ ਘੂਰਦੀ ਜ਼ਿੰਦਗੀ ਨੂੰ ਮਸ਼ਕਰੀਆਂ ਕਰਨ ਦਾ ਹੁਨਰ। ਜੀ, ਸੱਥਾਂ ਤੋਂ ਸਿੱਖੀ ਹੈ ਮੈਂ ਆਪਣੇ ਆਪ ਤੇ ਹੱਸਣ ਦੀ ਜਾਚ, ਤੇ ਘੂਰਦੀ ਜ਼ਿੰਦਗੀ ਨੂੰ ਮਸ਼ਕਰੀਆਂ ਕਰਨ ਦਾ ਹੁਨਰ। ਬਿਨਾਂ ਚਾਰ ਦੀਵਾਰੀ ਵਾਲੇ ਸਕੂਲ 'ਚ ਪੜ੍ਹਦਿਆਂ ਨਫ਼ਰਤ ਹੀ ਹੋ ਗਈ ਵਲਗਣਾ ਤੋਂ। ਜੀ, ਬਿਨਾਂ ਚਾਰ ਦੀਵਾਰੀ ਦੇ ਸਕੂਲ ਵਿੱਚ ਪੜ੍ਹਦਿਆਂ ਨਫ਼ਰਤ ਹੀ ਹੋ ਗਈ ਵਲਗਣਾ ਤੋਂ। ਭੁੰਜੇ ਘਾਹ ਤੇ ਬਹਿ ਆਕਾਸ਼ 'ਚ ਬਾਜ਼ੀਆਂ ਪਾਉਂਦੇ ਕਬੂਤਰਾਂ ਨੂੰ ਵੇਖ ਕੇ, ਭੁੰਜੇ ਘਾਹ ਤੇ ਬਹਿ ਆਕਾਸ਼ 'ਚ ਬਾਜ਼ੀਆਂ ਪਾਉਂਦੇ ਕਬੂਤਰਾਂ ਨੂੰ ਵੇਖ ਕੇ ਕਲਪਨਾ ਦੀਆਂ ਉਡਾਰੀਆਂ ਨੂੰ ਜਾਗ ਲੱਗੀ। ਭੁੰਜੇ ਘਾਹ ਤੇ ਬਹਿ ਆਕਾਸ਼ 'ਚ ਬਾਜ਼ੀਆਂ ਪਾਉਂਦੇ ਕਬੂਤਰਾਂ ਨੂੰ ਵੇਖ ਕੇ ਕਲਪਨਾ ਦੀਆਂ ਉਡਾਰੀਆਂ ਨੂੰ ਜਾਗ ਲੱਗੀ। ਕਣਕਾਂ ਦੇ ਵੱਢ 'ਚ ਨੰਗੇ ਪੈਰੀਂ ਫਿਰਨ ਮਗਰੋਂ ਪੈਰਾਂ ਨੇ ਸਿੱਖ ਲਿਆ ਬਿਗੜੇ ਰਾਹਾਂ ਤੇ ਤੁਰਨਾ। ਕਣਕਾਂ ਦੇ ਵੱਢਾਂ 'ਚ ਨੰਗੇ ਪੈਰੀਂ ਫਿਰਨ ਮਗਰੋਂ ਪੈਰਾਂ ਨੇ ਸਿੱਖ ਲਿਆ ਬਿਗੜੇ ਰਾਹਾਂ ਤੇ ਤੁਰਨਾ। ਤੇ ਅਨਪੜ੍ਹ ਬਜ਼ੁਰਗਾਂ ਤੋਂ ਮੈਂ ਸਿੱਖ ਲਿਆ ਠੁੱਡ ਮਾਰ ਕੇ ਵੱਤਰ ਪਛਾਨਣਾ। ਅਨਪੜ੍ਹ ਬਜ਼ੁਰਗਾਂ ਤੋਂ ਸਿੱਖ ਲਿਆ ਮੈਂ ਠੁੱਡ ਮਾਰ ਕੇ ਵੱਤਰ ਪਛਾਨਣਾ, ਤੇ ਬੰਦਾ ਪਛਾਨਣਾ ਉਹਦੀ ਤੋਰ ਤੋਂ। ਵਾਹ ਵਾਹ ਵਾਹ। ਮੈਂ ਹਾਂ ਅਥਾਹ ਅਮੀਰ ਵਿਰਸੇ ਦਾ ਵਾਰਸ। ਮੈਂ ਹਾਂ ਅਥਾਹ ਅਮੀਰ ਵਿਰਸੇ ਦਾ ਵਾਰਸ, ਮੇਰੇ ਵਾਰਸਾਂ ਦਾ ਕੀ ਹੋਏਗਾ ਵਿਰਸਾ ਮੈਂ ਸੋਚਦਾ ਰਹਿੰਦਾ ਹਾਂ। ਵਾਰਸਾਂ ਦਾ ਕੀ ਹੋਏਗਾ ਵਿਰਸਾ ਮੈਂ ਸੋਚਦਾ ਰਹਿੰਦਾ। ਬਿਲਕੁਲ, ਸੱਚਮੁੱਚ ਤੁਸੀਂ ਉਹ ਬਹੁਤ ਅੱਛੇ ਬਿੰਬ ਚੁਣੇ ਨੇ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਕਿਤੋਂ ਕੀ ਸਿੱਖਦੇ ਰਹੇ ਹਾਂ। ਡਿੱਗ ਡਿੱਗ ਕੇ ਸਵਾਰ ਹੁੰਦੇ ਨੇ, ਤੇ ਇਹ ਸਮਾਂ ਹੁਣ ਡਿੱਗਣ ਦਾ ਤੇ ਡਿੱਗ ਕੇ ਮੁੜ ਉੱਠਣ ਦਾ ਇਸ ਸੰਕਟ ਦੇ ਦੌਰ ਦੇ ਵਿੱਚ ਸਾਰਾ ਸੰਕਟ ਸਾਡੇ ਲਈ ਮੌਕਾ ਹੈ, ਸਾਡੇ ਲਈ ਚੁਣੌਤੀ ਹੈ, ਤੇ ਇਹਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਹੈ। ਦੋਨਾਂ ਸਾਡੇ ਅਫੀਸਰ ਸਾਹਿਬਾਨ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ। ਹੁਣ ਜੇ ਕੋਈ ਸਵਾਲ ਸਾਡੇ ਦੋਸਤ ਕਰਨਾ ਚਾਹੁੰਦੇ ਨੇ, ਇਹਨਾਂ ਦੋਨਾਂ ਚੋਂ ਕਿਸੇ ਨੂੰ ਵੀ ਸਵਾਗਤ ਹੈ। ਜੀ, ਜੀ ਦੋਸਤੋ, ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਬੋਲੋ ਜੀ।
मैं डॉक्टर ਗਿੱਲ ਸਾਹਿਬ को एक प्रश्न पूछना ਚਾਹੁੰਦੀ ਹਾਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਸਿਲੇਬਸ ਘੱਟ ਕਰਨਾ ਚਾਹੀਦਾ, ਜੇ ਘੱਟ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਘੱਟ ਕਰਨਾ ਚਾਹੀਦਾ, ਇਹ ਵੀ ਸੁਝਾਅ ਕੁਝ ਹੋਣੇ ਚਾਹੀਦੇ। ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਇਹੋ ਜਿਹੇ ਸਮੇਂ 'ਚ ਬਿਲਕੁਲ ਵੀ ਛੱਡ ਦੇਵਾਂਗੇ ਕਿ ਹਾਂ ਜੀ ਤੁਹਾਨੂੰ ਕੋਈ ਉਹ ਬਿਲਕੁਲ ਹੀ ਕਲਾਸ ਤੋਂ ਟੁੱਟ ਜਾਣਗੇ, ਪੜ੍ਹਾਈ ਤੋਂ ਟੁੱਟ ਜਾਣਗੇ, ਤੇ ਜੇਕਰ ਅਸੀਂ ਬੱਚਿਆਂ ਨੂੰ ਕੁਛ ਉਹਨਾਂ ਦੀਆਂ ਗਤੀਵਿਧੀਆਂ ਜਾਂ ਕੁਛ ਇੱਦਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਕਿ ਉਹਨਾਂ ਦੇ ਮਾਨਸਿਕਤਾ ਨਾਲ ਸੰਬੰਧਿਤ ਹੋਣ, ਜਿੱਦਾਂ ਕਹਾਣੀ ਲਿਖਣਾ, ਕਵਿਤਾ ਲਿਖਣਾ ਜਾਂ ਕੋਈ ਆਰਟੀਕਲ ਲਿਖਣਾ ਜਾਂ ਕੋਈ ਵਿਸ਼ਾ ਇਹੋ ਜਿਹਾ ਦੇ ਕੇ ਉਹ ਕਰਵਾ ਲਈਏ ਜੇ ਬੱਚਿਆਂ ਕੋਲ, ਤੇ ਉਹ ਠੀਕ ਨਹੀਂ ਰਹੇਗਾ ਇਹੋ ਜਿਹੇ ਸਮੇਂ ਦੇ ਵਿੱਚ। ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ। ਮੈਂ ਇਹੋ ਹੀ ਹੁਣ ਗੱਲ ਤੁਹਾਨੂੰ ਦੱਸ ਰਿਹਾ ਸੀ ਕਿ ਸਾਡਾ ਜਿਹੜਾ ਸਿਸਟਮ ਹੈ ਨਾ, ਇਹ ਪ੍ਰਮੋਟ ਇਮੈਜੀਨੇਸ਼ਨ ਨੂੰ ਬਹੁਤ ਘੱਟ ਕਰਦਾ, ਕ੍ਰੀਏਟਿਵਿਟੀ ਨੂੰ ਬਹੁਤ ਘੱਟ ਪ੍ਰਮੋਟ ਕਰਦਾ, ਇਹ ਕ੍ਰੈਮਿੰਗ ਨੂੰ ਕਰਦਾ, ਘੋਟੇ ਨੂੰ ਕਰਦਾ। ਜਿਨ੍ਹਾਂ ਨੂੰ ਜਿਹੜਾ ਘੋਟਾ ਲਾ ਕੇ ਉੱਥੇ ਜਾ ਕੇ ਰੀਪਰੋਡਿਊਸ ਕਰ ਦਿੰਦੇ ਆ, ਹੀ ਆਰ ਸ਼ੀ ਸਕੋਰਸ ਬੈਟਰ। ਮੈਂ ਜਿਹੜੀ ਗੱਲ ਲੱਗਾ ਸੀ ਕਹਿਣ ਕਿ ਇਹ ਜਿਹੜਾ ਸਿਲੇਬਸ ਘੱਟ ਕਰਨਾ ਨਾ, ਪਹਿਲੀ ਗੱਲ ਤੇ ਮੈਂ ਉੱਥੇ ਆਵਾਂ, ਕੋਈ ਵੀ ਪੇਪਰ, ਕੋਈ ਵੀ BA ਜਾਂ BSc ਕਰਨ ਤੋਂ ਬਾਅਦ ਕੋਈ ਐਗਜ਼ਾਮ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਉਸ BA ਫਾਈਨਲ ਦੇ ਜਾਂ 10ਵੀਂ ਦੇ ਫਾਈਨਲ ਦੇ ਜਿਹੜੇ ਪੇਪਰ ਦਿੱਤੇ ਆ ਉਹਦੇ ਚੋਂ ਆਉਂਦਾ ਹੋਵੇ। ਹਰ ਦਾ ਇੱਕ ਕੰਪੀਟੀਟਿਵ ਐਗਜ਼ਾਮ ਹੈ। BA ਤੋਂ ਬਾਅਦ B.Ed ਕਰਨੀ ਪੈਣੀ ਆ, ਉਹਦਾ ਟੈਟ ਤੁਹਾਨੂੰ ਦੇਣਾ ਪੈਣਾ, ਜੇ ਮੈਟ੍ਰਿਕ ਕੀਤੀ ਹੈ +2 ਫਿਰ JBT ਦਾ ਦੇਣਾ ਪੈਣਾ, MA ਤੁਸੀਂ ਕਰ ਲਈ ਹੈ, ਨਹੀਂ ਵੀ ਕੋਈ 2 ਪੇਪਰ ਪੜ੍ਹੇ ਤਾਂ ਉਸ ਤੋਂ ਬਾਅਦ ਤੁਹਾਨੂੰ UGC ਕਰਨੀ ਪੈਣੀ ਹੈ, ਉੱਥੇ ਬਿਲਕੁਲ ਵੱਖਰਾ ਸਿਲੇਬਸ ਹੈ। ਥੋੜੇ ਜਿਹੇ 2-4 ਚੈਪਟਰ ਕੱਢਣ ਨਾਲ ਜ਼ਿੰਦਗੀ ਦਾ ਕੁਝ ਨਹੀਂ ਵਿਗੜਦਾ। ਇਸ ਵੇਲੇ ਸਾਡਾ ਜਿਹੜਾ ਬਹੁਤ ਠੀਕ ਹੈ, ਇਸ ਵੇਲੇ ਸਾਡਾ ਮੁੱਦਾ ਬੱਚਿਆਂ ਦੇ ਮਨ ਤੋਂ ਪ੍ਰੈਸ਼ਰ ਘੱਟ ਕਰਨਾ, ਨਾ ਕਿ ਉਹਨਾਂ ਨੂੰ ਨੰਬਰ ਪਾਉਣੇ। ਜ਼ਿੰਦਗੀ 'ਚ ਅਸੀਂ ਤੁਸੀਂ ਜਿੰਨਾ ਕਿ ਜਾਣਦੇ ਆ, ਨੰਬਰ ਹਰ ਥਾਂ ਤੇ ਨਹੀਂ ਹੁੰਦੇ। ਜ਼ਿੰਦਗੀ 'ਚ ਨੰਬਰ ਨਹੀਂ ਮੈਟਰ ਕਰਦੇ, ਜ਼ਿੰਦਗੀ ਜੀਣ ਵਾਸਤੇ ਹੋਰ ਚੀਜ਼ਾਂ ਚਾਹੀਦੀਆਂ ਨੇ। ਉਹ ਜਿਹੜੀ ਤੁਸੀਂ ਗੱਲ ਕੀਤੀ ਕ੍ਰੀਏਟਿਵਿਟੀ, ਇਮੈਜੀਨੇਸ਼ਨ, ਉਹ ਬਹੁਤ ਵਧੀਆ ਗੱਲ ਹੋਏਗੀ। ਤੇ ਅਸੀਂ ਇਸ ਗੱਲ ਨੂੰ ਬਹੁਤਾ ਫੋਕਸ ਨਾ ਕਰੀਏ ਕਿ 2 ਚੈਪਟਰ ਕੱਢਦੇ, 4 ਚੈਪਟਰ ਕੱਢਦੇ। ਸਾਨੂੰ 10ਵੀਂ ਜਾਂ ਆਪਾਂ ਹੁਣ ਧਿਆਨ ਮਾਰੀਏ ਤੇ ਕਿੰਨੇ ਕੁ ਚੈਪਟਰ ਸਾਨੂੰ ਯਾਦ ਨੇ 10ਵੀਂ ਦੇ ਜਾਂ BA ਦੇ ਜਾਂ BSc ਦੇ ਕੋਈ ਚੈਪਟਰ ਯਾਦ ਹੈ? ਅਸਲੀ ਐਜੂਕੇਸ਼ਨ ਮੈਡਮ ਉਹ ਆ ਜਿਹੜੀ ਸਾਡੀ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ ਸ਼ੁਰੂ ਹੁੰਦੀ। ਜਦੋਂ ਅਸੀਂ BA MA ਦੀ ਡਿਗਰੀ ਲਾ ਕੇ ਬਾਹਰ ਆਉਂਦੇ ਆ, ਜਿਹੜੀ ਸਾਨੂੰ ਯਾਦ ਰਹਿ ਜਾਂਦੀ ਅੱਜ, ਉਹ ਐਜੂਕੇਸ਼ਨ ਹੈ। ਉਹ ਇਹ ਐਜੂਕੇਸ਼ਨ ਕਿਸੇ ਇੱਕ ਚੈਪਟਰ ਨਾਲ ਨਹੀਂ ਬੱਝੀ ਹੋਈ, 2-4 ਚੈਪਟਰ ਨਾਲ ਨਹੀਂ ਬੱਝੀ ਹੋਈ। ਇਹ ਬੱਝੀ ਹੋਈ ਅਸੀਂ ਸੁਸਾਇਟੀ ਤੋਂ ਕੀ ਸਿੱਖਿਆ, ਬੱਚਿਆਂ ਨੇ ਮਾਂ-ਪਿਓ ਤੋਂ ਕੀ ਸਿੱਖਿਆ, ਬੱਚੇ ਨੇ ਆਪਣੇ ਕਲਾਸ ਫੈਲੋ ਤੋਂ ਕੀ ਸਿੱਖਿਆ, ਬੱਚੇ ਨੇ ਆਪਣੇ ਟੀਚਰ ਤੋਂ ਕੀ ਸਿੱਖਿਆ। ਤਾਂ ਹੀ ਮੈਂ ਕਹਿ ਰਿਹਾ ਸੀ ਵੀ ਕੱਲਾ ਨੋ ਟੈਕਨੀਕ ਇਜ਼ ਸਬਸਟੀਟਿਊਟ ਟੂ ਟੀਚਰ। ਟੀਚਰ ਜਿਹੜਾ ਉਹ ਮਾਡਲ, ਰੋਲ ਮਾਡਲ ਹੁੰਦਾ। ਬੱਚਾ ਜਦੋਂ ਕਲਾਸ 'ਚ ਅਸੀਂ ਜਾਂਦੇ ਹਾਂ ਤੇ ਅਸੀਂ ਬੱਚਿਆਂ ਆਪਸ 'ਚ ਵੀ ਸਿੱਖਦੇ ਹਾਂ, ਅਸੀਂ ਟੀਚਰਸ ਤੋਂ ਵੀ ਸਿੱਖਦੇ ਹਾਂ। ਇਸੇ ਕਰਕੇ ਮੈਂ ਕਹਿੰਦਾ ਕਿ ਟ੍ਰੈਡੀਸ਼ਨਲ ਮੈਥਡ ਜਿਹੜਾ ਕਲਾਸਰੂਮ ਦਾ ਤੇ ਨਵਾਂ, ਇਹ ਮਿਕਸ ਹੋਣਾ ਚਾਹੀਦਾ। ਬਿਲਕੁਲ ਅਸੀਂ ਆਨਲਾਈਨ ਇੱਥੇ ਬਹਿ ਕੇ ਫਿਰ ਗੂਗਲ ਤੋਂ ਬੰਦਾ ਤੇ ਗੂਗਲ ਬਣ ਜੇ, ਦਿਸ ਇਜ਼ ਨਾਟ ਪੋਸੀਬਲ। ਗੂਗਲ ਤੇ ਮੈਂ ਵੀ ਜਿਹੜਾ ਬੋਲ ਰਿਹਾ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ, ਇੱਥੋਂ ਪੜ੍ਹ ਕੇ ਸਾਰਾ ਜਾਣਾ, ਪਰ ਜੋ ਟੀਚਰ ਨੇ ਕਹਿਣਾ, ਜੋ ਟੀਚਰ ਨਾਲ ਵੇਖ ਕੇ ਬੱਚੇ ਨੇ ਸਿੱਖਣਾ, ਬੱਚੇ ਨੇ ਇੱਕ ਦੂਸਰੇ ਤੋਂ ਸਿੱਖਣਾ, ਉਹ ਬਹੁਤ ਵੱਡੀ ਗੱਲ ਹੈ। ਅਸਲੀ ਲਾਈਫ 'ਚ ਕੰਮ ਆਉਣ ਵਾਲੀ ਗੱਲ। ਬਹੁਤ ਇੰਪੋਰਟੈਂਟ ਗੱਲ ਹੈ ਸਰ। ਹਾਂਜੀ, ਹੋਰ ਕੋਈ ਨਾਲੇ ਮੈਂ ਇਹਦੇ 'ਚ ਐਡ ਕਰਨਾ ਚਾਹਾਂਗੀ ਕਿ ਟੀਚਰ ਨੇ ਡੇ ਟੂ ਡੇ ਲਾਈਫ ਦੀਆਂ ਗੱਲਾਂ ਬਹੁਤ ਜੋੜਦੀਆਂ ਹੁੰਦੀਆਂ ਨਾਲ। ਉਹਨੇ ਜੋ ਸਵੇਰੇ ਅਖਬਾਰ 'ਚ ਪੜ੍ਹਿਆ, ਜੋ ਹਾਲਾਤ ਹੈ, ਉਹਦੇ ਨਾਲ ਵੀ ਬੱਚਿਆਂ ਨੂੰ ਜਾਣੂ ਕਰਾਉਣਾ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲਾਸਰੂਮ ਟੀਚਿੰਗ ਸਿਲੇਬਸ ਤੋਂ ਬਿਨਾਂ ਜਿਹੜਾ ਅਧਿਆਪਕ ਦੱਸਦਾ, ਉਹ ਵੀ ਬਹੁਤ ਵੈਲਿਊਏਬਲ ਹੁੰਦੀਆਂ ਨੇ। ਤੇ ਮੈਂ ਰਣਜੀਤ ਕੌਰ ਜੀ ਦੀ ਗੱਲ ਦੇ ਨਾਲ, ਬਾਜਵਾ ਜੀ ਦੀ ਗੱਲ ਦੇ ਨਾਲ ਐਡ ਆਨ ਕਰਾਂਗੀ ਕਿ ਅਸੀਂ ਇਸੇ ਤਰ੍ਹਾਂ ਕਰ ਰਹੇ ਹਾਂ ਕਿ ਜਿਵੇਂ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਜਿਹੜੇ ਸਾਡੇ ਵਿਦਿਆਰਥੀ ਨੇ, ਉਹ NSS ਵਾਲੇ ਜਾਂ ਹੋਰ ਸਾਡੇ ਜਿਹੜੇ ਕੰਧ ਪੱਤਰਿਕਾ ਜਾਂ ਇਸ ਤਰ੍ਹਾਂ ਅਸੀਂ ਐਕਟੀਵਿਟੀਜ਼ ਰੱਖੀਆਂ ਹੋਈਆਂ ਨੇ, ਸਾਹਿਤ ਸਭਾ ਬਣਾਈ ਹੋਈ ਆ, ਉਹ ਬੱਚੇ ਹੁਣ ਘਰੇ ਬੈਠੇ ਪੋਇਟਰੀ ਬਹੁਤ ਸੋਹਣੀ ਲਿਖ ਰਹੇ ਆ, ਕਾਲਜ ਬਾਰੇ, ਕਰੋਨਾ ਬਾਰੇ ਕਹਾਣੀਆਂ ਲਿਖ ਰਹੇ ਆ। ਕੰਧ ਪੱਤਰਿਕਾ ਉਹ ਸਾਰੀ ਆਨਲਾਈਨ ਅੱਜ ਕੱਲ੍ਹ ਚੱਲ ਰਹੀ ਆ, ਔਰ ਬੱਚੇ ਜਿਹੜੇ ਮਾਸਕ ਵੰਡ ਰਹੇ ਆ ਜਾਂ ਅਰਥ ਡੇ ਮਨਾ ਰਹੇ ਆ ਜਾਂ ਵਾਤਾਵਰਨ ਦਿਵਸ, ਮਤਲਬ ਹਰ ਚੀਜ਼ ਅਸੀਂ ਉਹਨਾਂ ਨੂੰ ਉਹਨਾਂ ਨੂੰ ਛੱਡਣਾ ਨਹੀਂ ਹੈ। ਉਹਨਾਂ ਦੀ ਜਿਹੜੀ ਡੋਰ ਹੈ ਨਾ, ਉਹ ਅਧਿਆਪਕ ਦੇ ਨਾਲ ਜੁੜੀ ਰਹੇ ਤਾਂ ਮੈਨੂੰ ਲੱਗਦਾ ਉਹ ਡਿਪਰੈਸ਼ਨ 'ਚ ਨਹੀਂ ਜਾਣਗੇ। ਤੇ ਜਿਹੜੀ ਗੱਲ ਅਸੀਂ ਕਹਿੰਦੇ ਹਾਂ, ਮੈਨੂੰ ਡਾਕਟਰ ਸਾਹਿਬ ਦੀ ਵੀ ਗੱਲ ਬੜੀ ਅੱਛੀ ਲੱਗੀ ਕਿ ਇਹਨਾਂ ਨੇ ਜਿਹੜੀ ਇਹ ਦੱਸਿਆ ਕਿ ਸਾਨੂੰ ਯਾਦ ਕੁਛ ਨਹੀਂ ਹੁੰਦਾ। ਮੈਨੂੰ ਆਪ ਨਹੀਂ ਯਾਦ, ਜੇ ਅਸੀਂ BSc ਕੀਤੀ, ਮੈਨੂੰ ਸਾਰੇ ਸਿਲੇਬਸ ਤੋਂ ਸਿਰਫ ਇੱਕ ਇਕੁਏਸ਼ਨ ਯਾਦ ਆ, to every action there is equal and opposite reaction। ਬਸ ਇਸ ਤੋਂ ਬਿਨਾਂ ਮੈਨੂੰ ਕੁਛ ਉਹ ਸਿਲੇਬਸ ਤੋਂ ਯਾਦ ਨਹੀਂਗਾ। ਹਾਂ, ਉਹ ਚੀਜ਼ ਜਿਹੜੀ ਤੁਹਾਨੂੰ ਦੇ ਦਿੰਦੀ ਹੈ ਨਾ, ਜਿਵੇਂ ਤੁਹਾਨੂੰ ਹਾਰਡ ਵਰਕ ਬਣਾਉਂਦੀ ਆ, ਲੈਬੋਰੀਅਸ ਬਣਾ ਦਿੰਦੀ ਆ, ਉਹ ਤੁਹਾਨੂੰ ਚੀਜ਼ਾਂ ਦੱਸਦੀ ਆ, ਪ੍ਰੈਕਟੀਕਲਸ ਕਰਦੇ ਹੋ ਤੁਸੀਂ, ਉਹ ਸਿੱਖਣ ਵਾਲੀਆਂ ਹੁੰਦੀਆਂ ਨੇ। ਵਿਜ਼ਡਮ ਤਾਂ ਹੀ ਆਉਂਦੀ ਹੈ। ਤਾਂ ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ, ਔਰ ਬਿਲਕੁਲ ਹੁਣ ਦੇ ਸਮੇਂ ਦੀਆਂ ਕੀਤੀਆਂ ਨੇ। ਔਰ ਸਿਲੇਬਸ
ਇੱਕ ਗੱਲ ਮੈਂ ਮੈਡਮ ਛੋਟੀ ਜੀ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਇਸ ਵੇਲੇ ਜਿਹੜਾ ਸਾਰਾ ਦਾਰੋ ਮਦਾਰ ਹੈ ਨਾ ਟੀਚਰਸ ਤੇ ਆ ਗਿਆ। ਟੀਚਰ ਨੂੰ ਮੋਰਲ ਰਿਸਪੌਂਸਿਬਿਲਿਟੀ ਨਿਭਾਉਣੀ ਚਾਹੀਦੀ ਹੈ। ਜੇ ਇਸ ਵੇਲੇ ਉਹ ਟੀਚਰ ਸਟੂਡੈਂਟਸ ਨਾਲੋਂ ਟੁੱਟ ਕੇ ਫਿਰ ਐਡਮਿਸ਼ਨ ਵੀ ਨਹੀਂ ਹੋਏਗੀ। ਜੇ ਐਡਮਿਸ਼ਨ ਨਹੀਂ ਹੋਏਗੀ ਉਹਨਾਂ ਦੇ ਜੌਬ ਖਤਰੇ 'ਚ ਪੈ ਸਕਦੇ ਆ, ਪੂਰਾ ਐਕੈਡੈਮਿਕ ਡਾਵਾਡੋਲ ਹੋ ਸਕਦਾ। ਇਸ ਵੇਲੇ ਉਹਨਾਂ ਨੂੰ ਜੁੜੇ ਰੱਖਣਾ ਤਾਂ ਕਿ ਉਹ ਬੱਚੇ ਭਾਵੇਂ ਆਨਲਾਈਨ ਉਹਨਾਂ ਨਾਲ ਗੱਲਾਂ ਕਰਨ, ਫੋਨ ਤੇ ਉਹਨਾਂ ਨਾਲ ਗੱਲ ਕਰਨ, ਉਹਨੂੰ ਸਹਾਰਾ ਦੇਣਾ ਚਾਹੀਦਾ। ਇਸ ਵੇਲੇ ਟੀਚਰ ਦਾ ਰੋਲ ਨਾ ਸਰਕਾਰ ਦਾ ਰੋਲ ਇਹਨਾਂ, ਨਾ ਮੈਨੇਜਮੈਂਟ ਦਾ ਰੋਲ ਇਹਨਾਂ, ਉਹਦੀ ਮੋਰਲ ਐਥੀਕਲ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਗਈ ਐਜ਼ ਏ ਟੀਚਰ ਕਿ ਕਿਸੇ ਦੇ ਬੱਚਾ ਦਾ ਕੋਈ ਡਿਪਰੈਸ਼ਨ 'ਚ ਨਹੀਂ ਜਾਣਾ ਚਾਹੀਦਾ। ਉਹਦਾ ਸਟੂਡੈਂਟ ਜਿਹੜਾ ਉਹਦੇ ਨਾਲ ਜੁੜਿਆ ਰਹੇ, ਉਹਨੂੰ ਚੰਗਾ ਲੱਗੇ ਕਿ ਕਲਾਸਾਂ ਖੁੱਲਣ, ਕਾਲਜ ਖੁੱਲੇ ਤੇ ਮੈਂ ਫਿਰ ਆ ਕੇ ਆਪਣੇ ਟੀਚਰ ਨੂੰ ਕਰਾਂ। ਬਿਲਕੁਲ ਕੋਈ ਹੋਰ ਲਾਸਟ ਸਵਾਲ ਜੇ ਕੋਈ ਕਰਨਾ ਚਾਹੁੰਦਾ ਦੋਸਤ? ਜੀ ਦੋਨਾਂ ਮਹਿਮਾਨਾਂ ਤੋਂ ਕਿਸੇ ਨੂੰ ਵੀ ਸਵਾਲ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ ਗੱਲ ਅਧੂਰੀ ਜੀ ਰਹਿ ਜਾਂਦੀ, ਤੁਹਾਡਾ ਟਾਈਮ ਝੱਟ ਮੁੱਕ ਜਾਂਦਾ। ਜਦੋਂ ਸਵਾਦ ਜਿਹਾ ਆਉਣ ਲੱਗਦਾ ਉਦੋਂ ਟਾਈਮ ਮੁੱਕ ਜਾਂਦਾ। ਅਸੀਂ ਥੋੜਾ ਜਿਹਾ ਭੁੱਖੇ ਰੱਖਣਾ ਚਾਹੁੰਦੇ ਹਾਂ ਜੀ, ਰਜਾਉਣਾ ਨਹੀਂ ਚਾਹੁੰਦੇ ਹੈਗੇ ਤਾਂ ਕਿ ਕੱਲ ਦੀ ਭੁੱਖ ਬਣੀ ਰਹੇ। ਜੀ ਡਾਕਟਰ ਜੀ ਜੀ can I throw some questions to SSP ਵਿਰਕ ਜੀ? ਜੀ ਓਕੇ, ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਰੀ ਵਿਆਖਿਆ ਕੀਤੀ ਕਿ ਪੁਲਿਸ ਡਿਪਾਰਟਮੈਂਟ ਵਿੱਚ ਇਹਨਾਂ ਕੋਲ ਐਡੂਕੇਟਡ ਰਿਸੋਰਸਿਸ ਨਹੀਂ ਹੈਗੇ, ਇਸ ਕਰਕੇ ਉਹ ਲੋਕਾਂ ਨਾਲ ਚੰਗੀ ਤਰ੍ਹਾਂ ਵਰਤਾਓ ਨਹੀਂ ਕਰ ਪਾਉਂਦੇ। ਮੈਨੂੰ ਲੱਗਦਾ ਕਿ ਐਟੀਟਿਊਡਨਲ ਡੈਫੀਸ਼ੀਐਂਸੀ ਜ਼ਿਆਦਾ ਪ੍ਰੋਬਲਮੈਟਿਕ ਹੈਗੀ ਹੈ ਅਤੇ ਟ੍ਰੇਨਿੰਗ। They are not in a position to train the policemen to behave in a very courteous manner with the people, public at large. Resources ਤਾਂ ਬਾਅਦ ਆਉਂਦੇ ਨੇ ਜਦੋਂ ਇਨਵੈਸਟੀਗੇਸ਼ਨ ਆਉਂਦੀ ਹੈ। ਇਨਵੈਸਟੀਗੇਸ਼ਨ ਵਿੱਚ ਇਹਨਾਂ ਉੱਤੇ ਪੋਲੀਟੀਕਲ ਇਸਟੈਬਲਿਸ਼ਮੈਂਟ ਦਾ ਜ਼ੋਰ ਇੰਨਾ ਹੁੰਦਾ ਪ੍ਰਭਾਵ ਕਿ ਇਹਨਾਂ ਦੀ ਜ਼ਰੂਰਤ ਹੀ ਨਹੀਂ ਹੈ ਕਿ ਸੱਚ ਨੂੰ ਸੱਚ ਕਹਿ ਦੇਣ ਕਿਤੇ। ਇਹਦਾ ਕੀ ਹੱਲ ਹੈ ਕੋਈ ਇਹਨਾਂ ਕੋਲ? ਜੀ ਵਿਰਕ ਸਾਹਿਬ, ਕੀ ਆਪਾਂ ਮਤਲਬ ਇਹ 'ਚ ਕਰ ਕੀ ਸਕਦੇ ਹਾਂ? ਦੇਖੋ, ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਆਰਟ, ਲੇਕਿਨ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਜ਼ਿਆਦਾ ਕੰਮ ਵੱਧ ਗਿਆ ਹੈਗਾ, ਇਨਵੈਸਟੀਗੇਸ਼ਨ ਦੇ ਵੱਲ ਉਸਦਾ ਧਿਆਨ ਘਟ ਗਿਆ। ਇਹਦੇ ਕਰਕੇ ਬਹੁਤ ਸਾਰੀ ਪੈਂਡੈਂਸੀ ਖੜੀ ਹੋ ਗਈ ਹੈ, ਉਹ ਕੇਸਾਂ ਦਾ ਨਿਬੇੜਾ ਨਹੀਂ ਹੋ ਰਿਹਾ। ਹੁਣ ਪਿਛਲੇ ਇਸੇ ਕਰਕੇ ਕੁਝ ਸਾਲ ਪਹਿਲਾਂ ਇਨਵੈਸਟੀਗੇਸ਼ਨ ਦਾ ਵਿੰਗ ਤੇ ਲਾਅ ਐਂਡ ਆਰਡਰ ਦਾ ਵਿੰਗ ਦੋਵੇਂ ਵੱਖਰੇ ਵੱਖਰੇ ਕਰ ਦਿੱਤੇ ਸੀ, ਤੇ ਲੇਕਿਨ ਫੋਰਸ ਦੀ ਘਾਟ ਹੋਣ ਕਰਕੇ ਜਿਹੜਾ ਹੈ ਫਿਰ ਉਹ ਚੰਗੀ ਤਰ੍ਹਾਂ ਸਿਸਟਮ ਨਹੀਂ ਸੀ ਚੱਲਿਆ। ਲੇਕਿਨ ਹੁਣ ਪਿਛਲੇ 3-4 ਸਾਲਾਂ ਤੋਂ ਇਸ ਪਾਸੇ ਨੂੰ ਬਹੁਤ ਧਿਆਨ ਇਸ ਦਿੱਤਾ ਜਾ ਰਿਹਾ ਹੈਗਾ। ਜਿਹੜੇ ਸਾਡੇ ਅਸੀਂ ਇਹ ਵੀ ਕੋਸ਼ਿਸ਼ ਸਾਡੇ ਅਫਸਰ ਸਾਹਿਬਾਨ ਕਰ ਰਹੇ ਨੇ ਵੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਲਾ ਦਿਓ ਤਾਂ ਉਹ ਕੁਛ ਉਹਨਾਂ ਦਾ ਟਾਈਮ ਪੀਰੀਅਡ ਮਿਸ ਦਿਓ ਵੀ ਘੱਟੋ ਘੱਟ 3 ਸਾਲ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਹਿਣ, ਕਿਉਂਕਿ ਉਸ ਚੀਜ਼ ਨੂੰ ਇਨਵੈਸਟੀਗੇਸ਼ਨ ਨੂੰ ਸਿਰੇ ਲਾ ਕੇ ਹਟਣ। ਇਹ ਨਾ ਹੋਵੇ ਕੋਈ ਬੰਦਾ 6 ਮਹੀਨੇ ਆ ਗਿਆ, 3 ਮਹੀਨੇ ਆ ਗਿਆ, ਫਿਰ ਬਦਲੀ ਕਰਵਾ ਗਿਆ। ਤਾਂ ਇਹ ਹੁਣ ਇਸ ਪਾਸੇ ਜਿਹੜਾ ਹੈ ਕਾਫੀ ਧਿਆਨ ਦਿੱਤਾ ਜਾ ਰਿਹਾ। ਬਾਕੀ ਤੁਸੀਂ ਗੱਲ ਕਰਦੇ ਹੋ ਪ੍ਰੈਸ਼ਰ ਦੀ, ਇਹ ਕਈ ਵਾਰ ਬਹਾਨੇਬਾਜ਼ੀਆਂ ਹੁੰਦੀਆਂ ਨੇ। ਮੈਂ ਤਾਂ ਨਹੀਂ, ਅਸੀਂ ਬਹੁਤ ਸਾਰੇ ਕੇਸ ਡੀਲ ਕਰਦੇ ਹਾਂ, ਉਹਦੇ ਵਿੱਚ ਕੋਈ ਖਾਸ ਸਾਡੇ ਵਿਜੀਲੈਂਸ ਤਾਂ ਹੁਣ ਕਾਫੀ ਚਿਰ ਦਾ ਵਿਜੀਲੈਂਸ ਹੈ, ਲੇਕਿਨ ਜਿੰਨਾ ਚਿਰ ਮੈਂ ਜ਼ਿਲ੍ਹੇ ਦੇ ਵਿੱਚ ਵੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਤਾਂ ਸਾਰਿਆਂ ਨੂੰ ਪਤਾ ਹੁੰਦਾ, ਇੱਕ ਇਮੇਜ ਹੁੰਦੀ ਹੈ ਤੁਹਾਡੀ ਵੀ ਕਿਹੜਾ ਬੰਦਾ ਪ੍ਰੈਸ਼ਰ ਝੱਲਦਾ ਹੈ, ਕਿਹੜਾ ਨਹੀਂ ਝੱਲਦਾ ਹੈ। ਜੇ ਐਵੇਂ ਲਿਟੀ ਜਾਓਗੇ ਆਪਦੇ ਛੋਟੇ ਛੋਟੇ ਫਾਇਦੇ ਲੈਣ ਲਈ ਤਾਂ ਉਹਦੇ ਨਾਲ ਫਿਰ ਨੁਕਸਾਨ ਹੁੰਦਾ ਹੈਗਾ, ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਉਸ ਦੇ। ਜੀ 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 ਬਿਲਕੁਲ ਬਿਲਕੁਲ, ਬਹੁਤ ਵੱਡੀ ਗੱਲ ਕੀਤੀ ਹੈ ਕਿ ਸਾਨੂੰ ਆਪਣੀ ਜੌਬ ਦੇ ਮੁਤਾਬਕ ਡੇਅਰ ਹੋਣਾ ਪਊਗਾ, ਕਿਉਂਕਿ ਪ੍ਰੈਸ਼ਰ ਤਾਂ ਹਰ ਬੰਦੇ ਤੇ ਹੈ, ਚਾਹੇ ਕਿਸੇ ਵੀ ਮਹਿਕਮੇ ਦੇ ਵਿੱਚ ਹੈ, ਉਹ ਤੇ ਉਸ ਕਿਸਮ ਦੇ ਪ੍ਰੈਸ਼ਰ ਹੁੰਦੇ ਨੇ। ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਜੌਬ ਨਿਭਾਉਂਦਾ ਉਹਨੂੰ ਚੈਲੰਜ ਵੀ ਆਉਂਦੇ ਨੇ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਆਪਣਾ ਸਮਾਂ ਹੋ ਗਿਆ ਤੇ ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਸਾਰੇ ਮਹਿਮਾਨਾਂ ਦੇ, ਸਾਡੇ ਮੇਨ ਮਹਿਮਾਨਾਂ ਦੋਨਾਂ ਦੇ। ਡਾਕਟਰ ਸਰਬਜੀਤ ਕੌਰ ਸੋਹਲ ਮੈਮ, ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਲਾਸਟ ਦੇ ਵਿੱਚ? ਆਪਾਂ ਫਿਰ ਉਸ ਤੋਂ ਬਾਅਦ ਇਹਨੂੰ ਕਲੋਜ਼ ਕਰਾਂਗੇ। ਜੀ ਮੈਂ ਵਿਰਕ ਸਾਹਿਬ ਦੀ ਗੱਲ ਦੇ ਨਾਲ ਇੱਕ ਗੱਲ ਹੋਰ ਐਡ ਆਨ ਕਰਨਾ ਚਾਹੁੰਦੀ ਹਾਂ ਕਿ ਕਿਉਂਕਿ ਨਵੀਆਂ ਟੈਕਨੀਕਸ ਆ ਗਈਆਂ, ਹੁਣ ਸਾਈਬਰ ਕ੍ਰਾਈਮ ਆ ਗਿਆ, ਤਾਂ ਉਹਦੇ ਲਈ ਵੀ ਵੱਖ-ਵੱਖ ਜਿਹੜੇ ਸੈਲਸ ਨੇ ਜਾਂ ਟ੍ਰੇਨਿੰਗ ਉਸ ਤਰ੍ਹਾਂ ਦੀ ਮੁਹੱਈਆ ਨਹੀਂ ਕਰਵਾਈ ਜਾਂਦੀ। ਨਵੀਂ ਲੇਟੈਸਟ ਟੈਕਨੀਕਸ ਉਹਦੇ ਨਾਲ, ਜਿਵੇਂ ਸਾਡੇ ਟੀਚਰਸ ਦੇ ਰਿਫਰੈਸ਼ਰ ਕੋਰਸ ਲੱਗਦੇ ਆ, ਸੇਮ ਉਸੇ ਤਰ੍ਹਾਂ ਇਹਦੇ 'ਚ ਉਸ ਤਰ੍ਹਾਂ ਦੀ ਘਾਟ ਰਹਿ ਹੀ ਜਾਂਦੀ ਆ।
ਸੋ ਪਰ ਫਿਰ ਵੀ ਮੈਂ ਇਹੋ ਹੀ ਗੱਲ ਕਹਿੰਦੀ ਹੁੰਦੀ ਹਾਂ ਕਿ ਹਰ ਡਿਪਾਰਟਮੈਂਟ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ, ਪਰਸਨ ਟੂ ਪਰਸਨ ਵੇਰੀ ਕਰਦਾ। ਸੋ ਮੈਨੂੰ ਬਹੁਤ ਚੰਗੀਆਂ ਲੱਗੀਆਂ ਗੱਲਾਂ, ਔਰ ਬਿਲਕੁਲ ਦੋਵੇਂ ਜਿਹੜੇ ਸਾਡੇ ਐਂਗਲ ਸੀ, ਫੀਲਡ ਸੀ, ਖੇਤਰ ਸੀ, ਉਹ ਕਵਰ ਹੋ ਗਏ। ਪੁਲਿਸ ਡਿਪਾਰਟਮੈਂਟ ਨਾਲ ਵੀ ਸਾਡੀ ਕਿਉਂਕਿ ਵਾਹ ਵਾਸਤਾ ਹਰ ਇਨਸਾਨ ਦਾ ਹੀ ਪੈਂਦਾ ਆ। ਤੇ ਜਿਹੜੀ ਵਿਰਕ ਸਾਹਿਬ ਨੇ ਗੱਲ ਕੀਤੀ ਕਿ ਸ਼ੁਰੂਆਤ ਦੇ ਵਿੱਚ ਜ਼ਰੂਰ ਸੀ, ਪਰ ਉਹ ਜ਼ਰੂਰੀ ਵੀ ਹੁੰਦਾ ਕਿ ਉਹਦੇ ਨਾਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ। ਹੁਣ ਵੀ ਅਸੀਂ ਆਪਣੀਆਂ ਡਿਊਟੀਆਂ ਘੱਟ ਸਮਝਦੇ ਹਾਂ ਕਿ ਮਾਸਕ ਲਾ ਕੇ ਰੱਖਣਾ, ਅਸੀਂ ਕਿਸੇ ਨੂੰ ਵੇਖਦੇ ਹਾਂ ਤਾਂ ਮਾਸਕ ਨੂੰ ਮੂੰਹ ਤੇ ਲਾ ਲੈਂਦੇ, ਅਦਰਵਾਈਜ਼ ਮਤਲਬ ਜੋ ਸਾਡਾ ਆਪਣਾ ਨੈਸ਼ਨਲ ਕਰੈਕਟਰ ਹੈਗਾ ਉਹਦੇ ਤੇ ਅਸੀਂ ਕਦੀ ਗੌਰ ਨਹੀਂ ਕਰਦੇ ਕਿ ਅਸੀਂ ਦੂਜਿਆਂ ਦਾ ਵੀ ਧਿਆਨ ਰੱਖਣਾ ਆਪਣੇ ਆਪ ਦੇ ਨਾਲ। ਇੱਕ ਹੋਰ ਗੱਲ ਮੈਨੂੰ ਉਹਦੇ ਚ ਮੈਂ ਐਡ ਆਨ ਕਰਨਾ ਚਾਹਾਂਗੀ ਕਿ ਸਾਡੇ ਜਿਹੜੇ ਸਿਲੇਬਸ ਨੇ, ਕਰਿਕੂਲਮ ਨੇ, ਉਹਦੇ ਚ ਹੈਪੀਨੈਸ ਕਦੇ ਨਹੀਂ ਸਿਖਾਈ ਜਾਂਦੀ। ਕਦੇ ਮੈਨੂੰ ਲੱਗਦਾ ਬਹੁਤ ਘੱਟ ਟੀਚਰਸ ਕਲਾਸ 'ਚ ਜਾ ਕੇ ਪਹਿਲਾਂ ਬੱਚਿਆਂ ਨੂੰ ਕਹਿੰਦੇ ਵੀ ਸਮਾਈਲ ਪਲੀਜ਼, ਤੁਸੀਂ ਹੱਸਦੇ ਮੁਸਕਰਾਉਂਦੇ, ਤੁਸੀਂ ਹੱਸਦੇ ਸੋਹਣੇ ਲੱਗਦੇ ਹੋ। ਕਦੀ ਕਿਸੇ ਬੱਚੇ ਨੂੰ ਕਿਹਾ ਹੋਵੇ ਬੇਟਾ ਤੇਰੇ ਮੂੰਹ ਤੇ ਸਮਾਈਲ ਅੱਛੀ ਲੱਗਦੀ ਹੈ, ਜਾਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਸਮਾਈਲ ਦਿਓ। ਇਹ ਚੀਜ਼ਾਂ ਤਾਂ ਅਸੀਂ ਅਜੇ ਵੱਡਿਆਂ ਨੇ ਵੀ ਸਿੱਖਣੀਆਂ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਗੀ। ਸੋ ਸਾਨੂੰ ਖੁਸ਼ ਰਹਿਣ ਦੀ ਵੀ ਸਿੱਖਿਆ ਜਿਹੜੀ ਹੈ ਨਾ, ਫਿਤਰਤ, ਉਹ ਹੋਣੀ ਚਾਹੀਦੀ। ਸਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਸੰਕਟ ਕਾਲ 'ਚ ਹੈਗੇ ਹਾਂ ਤਾਂ ਅਸੀਂ ਫਿਰ ਵੀ ਜਿਉਂਦੇ ਰਹਿਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ। ਔਰ ਇਹ ਸਾਡੀ ਟ੍ਰੇਨਿੰਗ। ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਜਿਵੇਂ ਜਾਪਾਨ ਦੇ ਵਿੱਚ ਆ ਤੇ ਉਹਨਾਂ ਦੀ ਸਿੱਖਿਆ ਦੇ ਵਿੱਚ ਸਾਰੀਆਂ ਚੀਜ਼ਾਂ ਐਡ ਆਨ ਕੀਤੀਆਂ ਹੁੰਦੀਆਂ ਆ, ਕੰਫਰਟੇਬਲ ਕੰਮ ਕਰਨਾ, ਆਪਣਾ ਕੰਮ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਅੱਜ ਸਾਡੇ ਨਾਲ ਜਿਹੜੇ ਸ਼ਾਮਲ ਹੋਏ ਨੇ, ਮੈਂ ਬਹੁਤ ਧੰਨਵਾਦ ਕਰਦੀ ਹਾਂ ਪਰਮਜੀਤ ਸਿੰਘ ਵਿਰਕ ਜੀ ਦਾ ਔਰ ਲਖਵਿੰਦਰ ਸਿੰਘ ਗਿੱਲ ਜੀ ਦਾ। ਦੋਨੇ ਸ਼ਖਸੀਅਤਾਂ ਨੇ ਆਪਣੇ ਆਪਣੇ ਸਮਰੱਥ ਔਰ ਨਾਲ ਜਿਹੜੀਆਂ ਕਵਿਤਾਵਾਂ ਸੁਣਾਈਆਂ, ਉਹਦੇ ਬਾਰੇ ਵੀ ਬਹੁਤ ਸਾਰੇ ਕਮੈਂਟਸ ਸਾਡੇ ਕੋਲ ਆਏ ਨੇ ਕਿ ਬਹੁਤ ਵਧੀਆ ਨੇ ਔਰ ਸੋਸ਼ਲ ਕੰਸਰਨਸ ਵਾਲੀਆਂ ਕਵਿਤਾਵਾਂ ਨੇ। ਸੋ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ, ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਉਂਦਾ ਹੈ, ਔਰ ਨਾਲ ਉਹਨਾਂ ਦੇ ਕਮੈਂਟਸ ਹੁੰਦੇ ਨੇ। ਹੋ ਸਕਦਾ ਸਾਡੇ ਕੋਲੇ ਕੋਈ ਨਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਰਹਿ ਗਿਆ ਹੋਵੇ, ਕਿਉਂਕਿ ਸਾਰੇ ਨਾਮ ਜਿਹੜੇ ਡਿਸਪਲੇ ਨਹੀਂ ਆਉਂਦੇ, ਜਾਂ ਤੁਸੀਂ ਸੁਣ ਰਹੇ ਹੁੰਦੇ ਹੋ ਪਰ ਜੇ ਕਮੈਂਟ ਲਿਖਦੇ ਹੋ ਤਾਂ ਉਹ ਨਾਂ ਸਾਡੇ ਕੋਲੇ ਸ਼ਾਮਲ ਹੋ ਜਾਂਦਾ ਹੈ। ਸੋ ਮੈਂ ਅੱਜ ਜਿਹੜੇ ਸਾਡੇ ਨਾਲ ਸ਼ਾਮਲ ਨੇ ਉਹਨਾਂ ਬਾਰੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ। ਕਰਨੈਲ ਸਿੰਘ ਜੀ, ਨਰਿੰਦਰਪਾਲ ਕੰਗ, ਜਗਤਾਰ ਸਿੰਘ ਜੀ, ਬਲਜਿੰਦਰ ਜੌੜਕੀਆਂ, ਸੋਨੂ ਸੋਢੀ, ਡਾਕਟਰ ਗਗਨਦੀਪ ਕੌਰ, ਇਹ ਦਿੱਲੀ ਤੋਂ ਨੇ, ਬਮਲਜੀਤ ਕੌਰ ਮਾਨ ਸਾਡੇ ਨਾਲ ਹਰ ਰੋਜ਼ ਜੁੜਦੇ ਨੇ, ਪੁਸ਼ਪਿੰਦਰ ਜੋਸਨ, ਔਰ ਸਭ ਤੋਂ ਸੋਹਣਾ ਸਾਡੇ ਕੋਲ ਇੱਕ ਅੱਜ ਪਾਕਿਸਤਾਨ ਤੋਂ ਵੀ ਜਨਾਬ ਕਹਿਰ ਸ਼ਰੀਫ, ਸ਼ਾਇਦ ਉੱਥੇ ਨਹੀਂ ਰਹਿੰਦੇ, ਸ਼ਾਇਦ ਕਿਤੇ ਹੋਰ ਥਾਂ ਤੇ ਰਹਿੰਦੇ ਨੇ। ਇਹਨਾਂ ਨੇ ਬੜੀ ਸੋਹਣੀ ਗੱਲ ਲਿਖੀ ਆ ਕਿ ਤਕਨੀਕ ਦਾ ਇਹੋ ਫਾਇਦਾ ਹੈ ਕਿ ਅਸੀਂ ਪਰਦੇਸ ਵਿੱਚ ਵੀ ਦੇਸ਼ ਦੇ ਲੋਕ ਦਰਦੀਆਂ ਦੇ ਬੋਲ ਸੁਣਦੇ ਹਾਂ, ਮਿੱਟੀ ਤੋਂ ਦੂਰ ਹੁੰਦਿਆਂ ਵੀ ਅਸੀਂ ਆਪਣੇ ਮਿੱਟੀ ਦੇ ਨਾਲ ਹਾਂ। ਸੋ ਮੈਨੂੰ ਬਹੁਤ ਚੰਗੀ ਗੱਲ ਲੱਗੀ। ਔਰ ਇਹ ਜਿਹੜੀਆਂ ਅਸੀਂ ਸਰਹੱਦਾਂ ਦੀਆਂ ਬੰਦਿਸ਼ਾਂ, ਸਰਹੱਦਾਂ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਪਾਰ ਕਰ ਸਕੇ ਹਾਂ, ਇਹ ਸਾਡੇ ਲਈ ਬਹੁਤ, ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਜ਼ਰੀਏ, ਇਸ ਆਨਲਾਈਨ ਮਾਧਿਅਮ ਦੇ ਜ਼ਰੀਏ ਅਸੀਂ ਹੱਦਾਂ ਸਰਹੱਦਾਂ ਤੋਂ ਪਾਰ ਸਾਰਿਆਂ ਦੇ ਨਾਲ ਜੁੜਨ ਯੋਗ ਹੋਏ ਆ। ਇਸ ਦੇ ਨਾਲ ਹੀ ਸਾਡੇ ਕੋਲ ਮੀਤਾ ਖੰਨਾ, ਡਾਕਟਰ ਕੁਲਵਿੰਦਰ ਕੌਰ ਸਰਾਂ, ਅਮਨ ਸੀ ਸਿੰਘ, ਬਲਵਿੰਦਰ ਸਿੰਘ ਸੰਧੂ, ਜਸਮੇਲ ਗਿੱਲ, ਨਰਿੰਦਰ ਸਿੰਘ। ਔਰ ਇਹਨਾਂ ਨੇ ਕਿਹਾ ਕਿ ਅਧਿਆਪਕਾਂ ਦੀ ਜਿਹੜੀ ਡਿਊਟੀ ਆ ਉਹ ਵੀ ਬਹੁਤ ਔਖੀ ਹੈ, ਕਿਉਂਕਿ ਡਾਕਟਰ ਕੁਲਦੀਪ ਵੀ ਪੜ੍ਹਾਉਂਦੇ ਆ, ਮੈਂ ਵੀ। ਸੋ ਅਸੀਂ ਵੀ ਉਹ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਨਾਲ ਅੱਜ ਸਾਡੇ ਕੋਲ ਸਰਕਾਰੀ ਮਿਡਲ ਸਕੂਲ ਚੌਰਵਾਲਾ ਫਤਿਹਗੜ੍ਹ ਸਾਹਿਬ ਤੋਂ ਵੀ ਜੁੜੇ ਹੋਏ ਨੇ, GPS ਬੈਰਮਪੁਰ ਤੋਂ ਕੁਲਵਿੰਦਰ ਮਠਾੜੂ, ਸੁਖਦਰਸ਼ਨ ਕੌਰ, ਇਹ ਵੀ ਸਾਡੇ ਨਾਲ ਰੋਜ਼ ਜੁੜਦੇ ਨੇ, ਰਿਮੀ ਕੌਰ, ਜਗਪਾਲ ਚਾਹਲ, ਇਹਨਾਂ ਨੇ ਵੀ ਸਿਲੇਬਸ ਬਾਰੇ ਵੀ ਗੱਲ ਕੀਤੀ ਸੀ, ਇੱਕ ਕਮੈਂਟ ਦਿੱਤਾ ਸੀ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਜਸਮੇਲ ਗਿੱਲ, ਤੇਗਦੀਪ ਕੌਰ ਢਿੱਲੋਂ, ਰਘਬੀਰ ਸਿੰਘ ਭਵਾਨੀਗੜ੍ਹ ਤੋਂ, ਬਲਜੀਤ ਸਿੰਘ, ਡਾਕਟਰ ਗਗਨਦੀਪ ਸਿੰਘ ਸੁਨਾਮ ਤੋਂ, ਇਹ ਵੀ ਸੋਲ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਉਦੋਂ ਇੱਥੇ ਹੁੰਦੇ ਸੀ ਤੇ ਅਸੀਂ ਉਹਨਾਂ ਦਾ ਸਮਾਂ ਲੰਘਾਉਂਦੇ ਹੁੰਦੇ ਸੀ, ਰਣਜੀਤ ਕੌਰ ਬਾਜਵਾ, ਵਿਕਰਮਜੀਤ ਸਿੰਘ, ਪਰਮਾਨੰਦ ਸ਼ਾਸਤਰੀ, ਇਹ ਵੀ ਸਾਡੇ ਨਾਲ ਰੋਜ਼ ਜੁੜਦੇ ਨੇ, ਨਾਇਬ ਸਿੰਘ ਮੰਡੇਰ, ਅਜਮੇਰ ਸਿੰਘ, ਸਤਿੰਦਰ ਕੌਰ ਕਾਲੋਂ ਬਟਾਲੇ ਤੋਂ ਨੇ, ਬੜੇ
ਵਧੀਆ ਕਵੀ ਵੀ ਨੇ ਇਹ, ਸੁਖਮਨ ਸਿੰਘ, ਗੁਰਜੋਤ ਸਿੰਘ, ਗੁਰਮਿੰਦਰ ਕੌਰ ਤੇ ਅਮਨਦੀਪ ਕੌਰ। ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਡਾਕਟਰ ਦੀਪ ਤੁਹਾਡੇ ਕੋਲ ਵੀ ਕੁਝ ਨਾਮ ਹੋਣਗੇ? ਜੀ ਲਗਭਗ ਨਾਮ ਵੈਸੇ ਆ ਗਏ, ਤੁਸੀਂ ਬਹੁਤ ਸਾਰੇ ਦੇ ਨਾਮ ਲੈ ਲਏ ਜਿਹੜੇ ਤੁਸੀਂ ਕਵਰ ਹੋ ਗਏ, ਤੇ ਹੁਣ ਟਾਈਮ ਸਾਡੇ ਕੋਲੇ ਬਹੁਤ ਹੋ ਗਿਆ। ਤੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਕੱਲ ਅਸੀਂ ਇੱਕ ਬਹੁਤ ਖਾਸ ਕਿਸਮ ਦੇ ਸਬਜੈਕਟ ਤੇ ਗੱਲ ਕਰ ਰਹੇ ਹਾਂ। ਉਹ ਸਬਜੈਕਟ ਹੈ ਦਲਿਤ ਚਿੰਤਨ। ਸੰਕਟ ਕਾਲ ਦੇ ਵਿੱਚ ਵੈਸੇ ਤਾਂ ਦਲਿਤ ਸਦੀਆਂ ਤੋਂ ਹੀ ਪ੍ਰਤਾੜਿਤ ਰਹੇ ਨੇ ਸਾਡੀ ਸੁਸਾਇਟੀ ਦੇ ਵਿੱਚ, ਪਰ ਸੰਕਟ ਕਾਲ ਉਹਨਾਂ ਲਈ ਹੋਰ ਵੱਡੇ ਸੰਕਟ ਲੈ ਕੇ ਆਇਆ। ਤੇ ਇਸ ਵਿਸ਼ੇ ਤੇ ਸਾਡੇ ਕੋਲੇ ਬਹੁਤ ਵੱਡੇ ਐਕਸਪਰਟ ਕੱਲ ਆ ਰਹੇ ਨੇ। ਸਾਬਕਾ ਵਾਈਸ ਚਾਂਸਲਰ ਰਾਜਕੁਮਾਰ ਹੰਸ ਜੀ, ਜਿਹੜੇ ਗੁਜਰਾਤ ਦੀ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਤੌਰ ਤੇ ਰਿਟਾਇਰ ਹੋਏ ਨੇ, ਉਹਨਾਂ ਦਾ ਬਹੁਤ ਚਿੰਤਨ ਹੈ ਇਸ ਦਲਿਤ ਇਸ਼ੂ ਤੇ, ਉਹ ਸਾਡੇ ਨਾਲ ਹੋਣਗੇ। ਤੇ ਡਾਕਟਰ ਸੰਤੋਖ ਸੁਖੀ ਜਿਹੜੇ ਦਲਿਤ ਕਾਵਿ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਨੇ, ਰਿਸਰਚ ਦਾ ਵੀ ਤੇ ਕਵਿਤਾ ਵੀ ਬਹੁਤ ਅੱਛੀ ਲਿਖ ਰਹੇ ਨੇ, ਉਹ ਸਿਰਜਣਾ ਦੇ ਪਲ ਦੇ ਵਿੱਚ ਆਉਣਗੇ। ਸੋ ਮੈਂ ਤੁਹਾਨੂੰ ਚਾਹੂੰਗਾ ਕਿ ਕੱਲ ਤੁਸੀਂ ਸਾਰੇ ਇਸੇ ਰੂਪ ਦੇ ਵਿੱਚ ਉਸ ਬਹੁਤ ਗੰਭੀਰ ਇਸ਼ੂ ਤੇ ਗੱਲ ਕਰਨ ਲਈ ਸਾਡੇ ਨਾਲ ਹੋਵੋਗੇ। ਆਪਾਂ ਕੱਲ ਇਸੇ ਵਕਤ ਜੁੜਾਂਗੇ। ਤੇ ਅੱਜ ਲਈ ਤੁਹਾਡੇ ਸਾਰਿਆਂ ਦਾ, ਡਾਕਟਰ ਸਰਬਜੀਤ ਕੌਰ ਸੋਹਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ, ਵਿਰਕ ਸਾਹਿਬ ਤੁਹਾਡਾ, ਡਾਕਟਰ ਲਖਵਿੰਦਰ ਜੀ ਤੁਹਾਡਾ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਦੋਸਤੋ। ਆਪਾਂ ਅਗਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਤੇ ਗੱਲ ਕਰਾਂਗੇ। ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। Thank you. ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤ ਅੱਛਾ ਲੱਗਾ, ਬਹੁਤ ਅੱਛਾ। ਥੈਂਕ ਯੂ, ਕੰਗ੍ਰੈਟਸ। ਮਿਹਰਬਾਨੀ। ਥੈਂਕ ਯੂ ਸਰ, ਥੈਂਕ ਯੂ।